नमस्कार आदाब सत श्री अकाल हमदर्द टीवी देखने वाले सारे दर्शकों का बहुत बहुत स्वागत है प्रोग्राम हमदर्द न्यूज़ एंड व्यूज़ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰਾਂ 'ਚ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਹੁਣ ਤੱਕ ਦੀਆਂ ਜੋ ਖਾਸ ਖਬਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕੋਈ ਖਬਰ ਜਾਂ ਜਾਣਕਾਰੀ ਤੁਹਾਡੇ ਕੋਲ ਅਜਿਹੀ ਹੈਗੀ ਆ ਸਾਡੇ ਨਾਲ ਤੁਸੀਂ ਕਾਲ ਕਰ ਸਕਦੇ ਹੋ ਲਾਈਵ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕਾਂ ਤੱਕ ਉਹ ਜਾਣਕਾਰੀ ਪਹੁੰਚਾ ਸਕਦੇ ਹੋ। ਸੋ ਤੁਹਾਨੂੰ ਦੱਸ ਦਈਏ ਕਿ ਅੱਜ ਜਿਹੜੀਆਂ ਪ੍ਰਮੁੱਖ ਖਬਰਾਂ ਉੱਤੇ ਅਸੀਂ ਚਾਕ ਮਾਰਨ ਚਾਹ ਰਹੇ ਹਾਂ ਉਹਨਾਂ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਸਾਡਾ ਇਹ ਪ੍ਰੋਗਰਾਮ ਤੁਸੀਂ फेसबुक ਤੇ ਵੀ ਲਾਈਵ ਦੇਖ ਸਕਦੇ ਹੋ ਤੇ ਫੇਸਬੁੱਕ ਤੇ ਲਾਈਵ ਦੇਖਣ ਦੇ ਨਾਲ ਸਾਡੀ ਵੈਬਸਾਈਟ ਤੇ ਵੀ ਤੁਸੀਂ ਵਿਜ਼ਿਟ ਕਰੋ ਜਿੱਥੇ ਤੁਸੀਂ ਲੇਟੈਸਟ ਨਿਊਜ਼ ਬ੍ਰੇਕਿੰਗ ਨਿਊਜ਼ ਸਾਰੀ ਇਨਫੋਰਮੇਸ਼ਨ ਦੇਖ ਸਕਦੇ ਹੋ। ਸਾਨੂੰ ਫੇਸਬੁੱਕ ਤੇ YouTube ਤੇ ਵੀ ਨਾਲ ਦੇ ਨਾਲ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਵੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਤੁਹਾਨੂੰ ਦੱਸ ਦਈਏ ਜਿਹੜੀਆਂ ਖਬਰਾਂ ਅੱਜ ਅਸੀਂ ਡਿਸਕਸ ਕਰਨ ਵਾਲੇ ਹਾਂ ਉਹਦੇ ਵਿੱਚੋਂ ਪ੍ਰਮੁੱਖ ਖਬਰਾਂ ਨੇ। ਅਮਰੀਕਾ ਵਿੱਚ ਜੁਰਮ ਕਰਕੇ ਫਰਾਰ ਹੋਇਆ ਪੰਜਾਬੀ ਕੈਨੇਡਾ 'ਚ ਹੋਇਆ ਗ੍ਰਿਫਤਾਰ। 18 ਸਾਲਾ ਬੱਚੇ ਨੇ ਮਾਂ ਨੂੰ ਬਚਾਉਣ ਲਈ ਆਪਣੀ ਜਾਨ ਤੱਕ ਦੇ ਦਿੱਤੀ। ਕੀ ਹੋਇਆ ਅਜਿਹਾ ਬੱਚੇ ਨੇ ਅਜਿਹਾ ਕਿਵੇਂ ਕੀਤਾ ਇਹਦੇ ਬਾਰੇ ਗੱਲਬਾਤ ਕਰਾਂਗੇ। ਨਾਲ ਹੀ ਸਰੀ ਦੇ ਵਿੱਚ ਗੁਰੂ ਘਰ ਕਰਵਾਏਗਾ ਬਜ਼ੁਰਗਾਂ ਲਈ ਵੈਕਸੀਨ ਦੀ ਬੁਕਿੰਗ। ਸੋ ਜਿਹੜੇ ਵੀ ਲੋੜਵੰਦ ਨੇ ਪ੍ਰੋਵਾਈਡ ਕਰਵਾਏ ਗਏ ਨੇ ਉਹਨਾਂ ਵੱਲੋਂ ਨੰਬਰਸ ਉੱਥੇ ਤੁਸੀਂ ਸੰਪਰਕ ਕਰ ਸਕਦੇ ਹੋ। ਕਿਹੜੇ ਸੰਪਰਕ ਕਰ ਸਕਦੇ ਨੇ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਨਾਲ ਹੀ ਟੋਰਾਂਟੋ ਦੇ ਵਿੱਚ ਸੈਲੂਨ ਭਾਵੇਂ ਬੰਦ ਨੇ ਇਸ ਦੇ ਬਾਵਜੂਦ ਆਨਲਾਈਨ ਐਡਵਰਟਾਈਜ਼ਮੈਂਟ ਇੰਨੀ ਚੱਲ ਰਹੀ ਹੈ ਕਿ ਤੁਸੀਂ ਹੈਅਰ ਕਟਿੰਗ ਕਰਵਾ ਸਕਦੇ ਹੋ। ਇਹ ਗੈਰ ਕਾਨੂੰਨੀ ਹੈ ਜਾਂ ਫਿਰ ਕਾਨੂੰਨੀ ਹੈ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਨਾਲ ਹੀ ਅਹੁਦਾ ਜਾਣ ਦੇ ਬਾਅਦ ਵੀ ਸੁਰਖੀਆਂ ਵਿੱਚ ਹਮੇਸ਼ਾ ਛਾਏ ਰਹਿੰਦੇ ਨੇ ਟਰੰਪ। ਹੁਣ ਇੱਕ ਹੋਰ ਨਵਾਂ ਮਾਮਲਾ ਪੱਕ ਚੁੱਕਿਆ ਹੈ। ਸੋ ਇਹਨਾਂ ਸਾਰੀਆਂ ਖਬਰਾਂ ਦੇ ਨਾਲ ਹੋਰ ਵੀ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੋੜ ਲੈਂਦੇ ਹਾਂ ਜੀ ਮੇਰੇ ਸਹਿਯੋਗੀ ਮਰਗਿੰਨਾ ਜੀ ਨੂੰ। ਸਵਾਗਤ ਹੈ ਸਰ। ਤੁਹਾਨੂੰ ਦਰਸ਼ਕਾਂ ਨੂੰ ਨਮਸਕਾਰ ਆਦਾਬ ਤੇ ਸਤਿ ਸ੍ਰੀ ਅਕਾਲ ਜੀ। ਅੱਜ 26 ਮਾਰਚ 2021 ਹੈ ਜੀ। ਕਰਨ ਜੀ ਸੱਚ ਬੋਲਣ ਤੋਂ ਡਰਨਾ ਕਿਉਂ ਹੈ, ਪਿੰਲੜਿਆ ਹੀ ਹਰਨਾ ਕਿਉਂ ਹੈ। ਜੋ ਕਹਿਣਾ ਤੂੰ ਖੁੱਲ ਕੇ ਕਹਿ ਦੇ, ਦਿਲ ਤੇ ਪੱਥਰ ਧਰਨਾ ਕਿਉਂ ਹੈ। ਮਿਰਚਾਂ ਚੁੱਕੀ ਫਿਰਦੀ ਦੁਨੀਆ, ਜ਼ਖਮਾਂ ਨੂੰ ਨੰਗਾ ਕਰਨਾ ਕਿਉਂ ਹੈ। ਸਭ ਨੇ ਇੱਕ ਦਿਨ ਮਰ ਹੀ ਜਾਣਾ, ਜੀਣ ਤੋਂ ਪਹਿਲਾਂ ਮਰਨਾ ਕਿਉਂ ਹੈ। ਦਾਸ ਕਿਸੇ ਦਾ ਹੱਕ ਨਾ ਮਾਰੀ, ਆਖਰ ਲਾਲਚ ਕਰਨਾ ਕਿਉਂ ਹੈ। ਆਖਰ ਲਾਲਚ ਕਰਨਾ ਕਿਉਂ ਹੈ। ਕੀ ਬਾਤ ਹੈ ਸਰ, ਬਹੁਤ ਖੂਬ ਜੀ, ਬੜੀ ਮੋਟੀਵੇਟਿਡ ਹੈ। ਹਾਂ ਦੇਖੋ, ਇਹ ਹੱਕ ਨਾ ਮਾਰਨ ਵਾਲੀ ਗੱਲ ਤਾਂ ਮੇਰਾ ਖਿਆਲ ਆ ਇਹ ਖੈਰ ਇੱਥੇ ਵੀ ਹੋ ਜਾਂਦੀ ਹੈ। ਹੈਗੇ ਨੇ ਬਹੁਤ, ਬਿਲਕੁਲ ਜੀ, ਪਿੱਛੇ ਜ਼ਿਆਦਾ ਭੇਜਣ ਵਾਲੀ ਗੱਲ ਹੈਗੀ ਆ। ਹੱਕ ਮਾਰ ਕੇ ਕਿਸੇ ਹੋਰ ਨੂੰ ਖਵਾਉਣਾ ਕੋਈ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਅਜਿਹੀ ਕਮਾਈ ਮੋਸਟਲੀ ਕਹਿੰਦੇ ਕਿ ਫਲਦੀ ਵੀ ਨਹੀਂ ਹੈਗੀ, ਪਰ ਫਿਰ ਅਜਿਹੀ ਕਮਾਈ ਕਰਦੇ ਵੀ ਕਿਉਂ ਨੇ। ਕਰਨ ਮੈਂ ਨਾ ਇਸ ਮਾਮਲੇ 'ਚ ਕਈ ਵਾਰੀ ਸੋਚਦਾ ਹੁੰਦਾ, ਮੈਂ ਕਿਤੇ ਕਿਤੇ ਸੋਚ ਵੀ ਲੈਂਦਾ। ਤੁਸੀਂ ਦੇਖੋ, ਅਸੀਂ ਸਾਡੀ ਜਿਹੜੀ ਸੱਭਿਅਤਾ ਹੈ, ਅਸੀਂ ਜਿੰਨਾ ਧਰਮਾਂ ਨੂੰ ਮੰਨਦੇ ਹਾਂ ਜੀ, ਇੰਡੀਅਨ ਲੋਕ, ਦੂਸਰੇ ਧਰਮ ਵੀ, ਉਹਦੇ 'ਚ ਅਸੀਂ ਇਉਂ ਕਹਿੰਦੇ ਵੀ ਜਿਹੜਾ ਬੁਰਾ ਕਰੂਗਾ ਨਾ ਉਹਦਾ ਵੀ ਬੁਰਾ ਹੀ ਹੋਊਗਾ। ਆਲਮੋਸਟ ਸਾਰੇ ਧਰਮਾਂ ਦੇ ਵਿੱਚ ਇਹੀ ਹੈ, ਸਭ ਦੇ ਹਨਾ। ਇਹ ਠੀਕ ਹੈ, ਹੋ ਸਕਦਾ ਉਹਦਾ ਬੁਰਾ ਹੋਵੇ। ਕਈਆਂ ਦੇ ਅਸੀਂ ਦੇਖ ਲੈਂਦੇ ਹਾਂ ਵੀ ਦੇਖਿਆ ਬੰਦਾ ਅਖੀਰਲੀ ਉਮਰ 'ਚ ਕਿੰਨਾ ਤੰਗ ਹੋਇਆ, ਦੈਟਸ ਫਾਈਨ। ਕੋਈ ਜ਼ਾਲਮ ਹੈ, ਉਹ ਬੁਰਾਈ ਕਰੀ ਤੁਰਿਆ ਜਾ ਰਿਹਾ, ਉਹਨੇ ਪਤਾ ਨਹੀਂ ਕਿੰਨੇ ਲੋਕਾਂ ਦੇ ਕਤਲ ਕਰਵਾਤੇ ਨੇ, ਉਹਦੇ ਕਾਰਨ ਹੋ ਗਏ ਨੇ। ਕਈਆਂ ਨੂੰ ਘਰੋਂ ਬਾਹਰ ਘਰ ਛੱਡਣੇ ਪਏ ਨੇ, ਪਰਿਵਾਰ ਵਿਛੜ ਗਏ ਨੇ, ਪਰਿਵਾਰ ਖਤਮ ਹੋ ਗਏ ਨੇ, ਪਰਿਵਾਰ ਦਾ ਕੋਈ ਇੱਕ ਜੀ ਰਹਿ ਗਿਆ, ਇੱਕ ਨਹੀਂ ਰਹਿ ਗਿਆ, ਜ਼ਖਮੀ ਹੋ ਗਏ ਨੇ, ਅੰਗ ਚਲੇ ਗਏ ਨੇ। ਜਦੋਂ ਉਹ ਬੰਦੇ ਨੂੰ ਉਸ ਚੀਜ਼ ਦੀ ਕੋਈ ਸਜ਼ਾ ਮਿਲਦੀ ਹੈ, ਸੋਚ ਰਹੀ ਹੈ ਚਲੋ ਮਿਲ ਗਈ, ਪਰ ਜਿਹੜਾ ਨੁਕਸਾਨ ਉਹ ਕਰ ਗਿਆ ਆਲਰੇਡੀ, ਉਹ ਕਿਵੇਂ ਪੂਰਾ ਹੋਏਗਾ। ਬਿਲਕੁਲ ਅਸੀਂ ਸੋਚਦੇ, ਅਸੀਂ ਕਹਿੰਦੇ ਹਾਂ ਵੀ ਬੁਰਾ ਕਰਦਾ ਬੁਰਾ ਹੋਏਗਾ, ਮੰਨ ਲਈ ਗੱਲ, ਠੀਕ ਹੈ, ਪਰ ਉਹਦਾ ਜਦੋਂ ਬੁਰਾ ਹੋਣਾ ਜਾ ਕੇ ਦੱਸੇ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ, ਪਰ ਉਹ ਜਿਹੜਾ ਬੁਰਾ ਕਰ ਗਿਆ, ਇੰਨੀਆਂ ਜਾਨਾਂ ਚਲੀ ਗਈਆਂ ਨੇ, ਇੰਨੇ ਲੋਕਾਂ ਦੀਆਂ ਪ੍ਰਾਪਰਟੀਜ਼ ਚਲੀ ਗਈਆਂ ਨੇ, ਇੰਨਾ ਕੁਝ ਹੋ ਗਿਆ, ਉਹ ਕਦੋਂ ਪੂਰਾ ਹੋਊਗਾ। ਮੈਨੂੰ ਕਈ ਵਾਰੀ ਇਸ ਗੱਲ ਤੇ ਰੱਬ ਤੇ ਵੀ ਸ਼ਿਕਵਾ ਹੋ ਜਾਂਦਾ ਹੈ ਵੀ ਇਹੀ ਠੀਕ ਹੈ, ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਐਤੀ ਮਾਰ ਪਈ ਕਰਨਾਣੇ ਤੈਂ ਕੀ ਦਰਦ ਨਾ ਆਇਆ। ਇਹ ਸੱਚੀ ਇਉਂ ਲੱਗਦਾ ਵੀ ਇਹ ਕਿਉਂ ਆਏ ਹੁੰਦਾ। ਬਿਲਕੁਲ, ਉਹ ਕਹਿੰਦੇ ਨੇ ਇੱਕ ਪਾਸੇ ਕਹਿੰਦੇ ਆ ਸਬਰ ਦਾ ਫਲ ਮਿੱਠਾ ਹੁੰਦਾ, ਦੂਜੇ ਪਾਸੇ ਕਹਿੰਦੇ ਆ ਸਮਾਂ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਤੇ ਮਿੱਠਾ ਡਾਕਟਰ ਨੂੰ ਕਿਤੇ ਦੱਸ ਕੇ ਦੇਖੋ। ਇਹ ਜਿਹੜੀ ਤੁਸੀਂ ਇਹ ਗੱਲ ਕਹੀ ਹੈ ਨਾ, ਇਹ ਗੱਲ ਵੀ ਇਉਂ ਹੈ। ਆਪਾਂ ਕਈ ਵਾਰੀ ਚਲੋ 2 ਮਿੰਟ ਲਾ ਲੈਂਦੇ ਹਾਂ। ਗੁਰਬਾਣੀ ਦੇ ਵਿੱਚ ਜਿਹੜੇ ਲੋਕ ਕਿੰਤੂ ਪਰੰਤੂ ਕਰਨਾ ਚਾਹੁੰਦੇ ਹੁੰਦੇ, ਉਹ ਪਤਾ ਕੀ ਕਹਿੰਦੇ ਆ ਵੀ ਗੁਰਬਾਣੀ ਤਾਂ ਆਪਦੇ ਆਪ ਨੂੰ ਕੰਟਰਾਡਿਕਟ ਕਰੀ ਜਾਂਦੀ ਹੈ, ਕਈ ਥਾਵਾਂ ਤੇ ਹੈ ਐਸੀਆਂ ਗੱਲਾਂ, ਪਰ ਜਿਹੜੀ ਉੱਥੇ ਗੱਲ ਕਹੀ ਹੋਈ ਹੈ ਉਹ ਕਿਹੜੇ ਸੰਦਰਭ 'ਚ ਕਹੀ ਗਈ ਹੈ
ਉਸ ਵੇਲੇ ਉਸ ਸੰਦਰਭ ਦੇ ਵਿੱਚ ਮਿੱਟੀ ਚੰਗੀ ਵੀ ਹੋ ਸਕਦੀ ਹੈ, ਉਸ ਵੇਲੇ ਉਸ ਸੰਦਰਭ ਦੇ ਵਿੱਚ ਮਿੱਟੀ ਮਾੜੀ ਵੀ ਹੋ ਸਕਦੀ ਹੈ। ਕੋਈ ਵੀ ਕੁਛ ਕੋਈ ਗਲਤ ਕਰਦਾ ਨਾ, ਫਿਰ ਆਪਣੇ ਆਪ ਕਹਿੰਦੇ ਕਰਨ ਕਰਾਵਨ ਆਪੇ ਆਪ ਮਾਨੋ ਕਿ ਕੁਛ ਨਹੀਂ ਹੱਥ। ਪਰ ਜਿਹੜਾ ਆਹ ਦਿੱਤਾ ਨਾਲ ਇਹ ਵੀ ਉਹਨੇ ਦਿੱਤਾ ਹੈ। ਬਿਲਕੁਲ, ਇਹ ਇਸ ਵਾਸਤੇ ਦਿੱਤਾ, ਸੋਚਣ ਵਾਸਤੇ ਹੈ ਵੀ ਚੰਗਾ ਤੇ ਮਾੜਾ ਹੈ ਕਿ ਸਾਰਾ ਕੁਝ ਉਹਦੇ ਸਿਰ ਨਾ ਥੋਪੋ। ਹਾਂ, ਇਹ ਨਾ ਹੋਵੇ ਦੈਨ ਇਟਸ ਅ ਡਿਫਰੈਂਟ ਸਟੋਰੀ। ਤੁਸੀਂ ਫਿਰ ਕਹਿੰਦੇ ਉਹ ਕਰਵਾ ਰਿਹਾ, ਇਹ ਤੁਹਾਨੂੰ ਸੋਚਣ ਵਾਸਤੇ ਦਿੱਤਾ ਹੈ। ਚੰਗਾ ਮੰਦੇ ਦੀ ਤੁਹਾਨੂੰ ਪਛਾਣ ਦੱਸੀ ਗਈ ਹੈ। ਅੰਦਰੋਂ ਤੁਹਾਨੂੰ ਪਤਾ ਹੁੰਦਾ ਵੀ ਮੈਂ ਮਾੜਾ ਕਰ ਰਿਹਾ, ਮੈਨੂੰ ਪਤਾ ਹੁੰਦਾ ਵੀ ਮੈਂ ਤੇਰੇ ਨਾਲ ਠੱਗੀ ਮਾਰਨ ਲੱਗਿਆ ਹਾਂ, ਮੈਨੂੰ ਪਤਾ ਵੀ ਮੈਂ ਜਿਹੜਾ ਇਹ ਕਰਨ ਲੱਗਿਆ ਇਹ ਅਲਟੀਮੇਟਲੀ ਜਾ ਕੇ ਤਰਨ ਦਾ ਨੁਕਸਾਨ ਹੋਵੇਗਾ, ਮੈਨੂੰ ਪਤਾ ਇਸ ਗੱਲ ਦਾ, ਪਰ ਮੈਂ ਫਿਰ ਵੀ ਕਰ ਰਿਹਾ। ਬਿਲਕੁਲ, ਜਿਹੜੀ ਮੇਰੀ ਮੰਦਲੀਆਂ ਮਾੜੀਆਂ ਭਾਵਨਾਵਾਂ ਨੇ ਉਹ ਨਿਕਲਦੀਆਂ ਨੇ, ਉਹ ਤਾਂ ਕਈ ਵਾਰੀ ਹਾਵੀ ਹੋ ਜਾਂਦੀਆਂ ਨੇ। ਇਹ ਪਰਮਾਰਥ ਦੀਆਂ ਗੱਲਾਂ ਇਹ ਮੇਰੇ ਤਾਂ ਨਹੀਂ ਸਮਝ ਆਉਂਦੀਆਂ। ਬਿਲਕੁਲ ਜੀ, ਤੇ ਸਮਝ ਸਕਦਾ ਵੀ ਨਹੀਂ ਕੋਈ ਇਨਸਾਨ ਨੂੰ। ਸਹੀ ਗੱਲ ਹੈ, ਤੁਸੀਂ ਗੱਲ ਵਧੀਆ ਕਰਤੀ ਹੈ, ਗੱਲ ਨਿਬੇੜਤੀ ਹੈ। ਦਰਸ਼ਕਾਂ ਨੇ ਇਸ ਮਾਮਲੇ 'ਚ ਕੁਝ ਕਹਿਣਾ ਹੋਏ ਜੀ ਜ਼ਰੂਰ ਤੁਸੀਂ ਕੋਈ ਵਿਚਾਰ ਦੇਣਾ ਚਾਹੁੰਦਾ ਜੀ ਜ਼ਰੂਰ ਦੇ ਸਕਦੇ ਹੋ ਤੁਸੀਂ ਵੀਡੀਓ ਕਾਲ ਕਰਨ ਲਈ। ਤੇ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਜੀ ਅੱਜ ਬ੍ਰੈਂਪਟਨ ਦੀ ਖਬਰ ਨਾਲ ਸ਼ੁਰੂਆਤ ਕਰਦੀ ਹੈ, ਓਨਟਾਰੀਓ ਨਾਲ ਸ਼ੁਰੂਆਤ ਕਰਦੀ ਹੈ। ਪਿਛਲੇ 15 ਸਾਲ ਤੋਂ ਜਿੱਥੇ ਤੱਕ ਮੈਂ ਅੰਕੜਿਆਂ ਵਿੱਚ ਪੜ੍ਹਿਆ, ਕਿਉਂਕਿ ਬਹੁਤਾ ਸਮਾਂ ਤਾਂ ਮੈਨੂੰ ਇੱਥੇ ਆਇਆ ਨੂੰ ਹੋਇਆ ਨਹੀਂ, ਪਰ ਜੇ ਪਿਛਲੇ 15 ਸਾਲਾਂ ਦੀ ਨਜ਼ਰ ਮਾਰੀ ਜਾਵੇ ਤਾਂ ਇਹ ਸੁਣਿਆ ਮੈਂ ਕਿ ਪਿਛਲੇ 15 ਸਾਲ ਤੋਂ ਬ੍ਰੈਂਪਟਨ ਦੇ ਲੋਕਾਂ ਦੀ ਇੱਕ ਮੰਗ ਸੀ ਜੋ ਕਿ ਫਾਈਨਲੀ ਅੱਜ 15 ਸਾਲਾਂ ਬਾਅਦ ਜਾ ਕੇ ਪੂਰੀ ਹੋਣ ਜਾ ਰਹੀ ਹੈ। ਓਨਟਾਰੀਓ ਦੇ ਪ੍ਰੀਮੀਅਰ ਨੇ ਬੀਤੇ ਦਿਨੀ ਜੋ ਓਨਟਾਰੀਓ ਦਾ ਬਜਟ ਪੇਸ਼ ਕੀਤਾ ਗਿਆ ਸੀ ਉੱਤੇ ਕਿਹਾ ਸੀਗਾ ਕਿ ਬ੍ਰੈਂਪਟਨ ਵਾਸੀਆਂ ਨੂੰ ਬਹੁਤ ਜਲਦ ਹੁਣ ਇੱਕ ਨਵਾਂ ਹਸਪਤਾਲ, ਇੱਕ ਹੋਰ ਹਸਪਤਾਲ ਦਿੱਤਾ ਜਾਏਗਾ। 250 ਬੈੱਡਾਂ ਦੇ ਅੱਜ ਇਸ ਹਸਪਤਾਲ ਦੀ ਅਨਾਉਂਸਮੈਂਟ ਹੋ ਗਈ ਹੈ। ਵਿਲੀਅਮ ਓਸਲਰ ਹਸਪੀਟਲ ਵਿੱਚ ਜਾ ਕੇ ਮਿਸਟਰ ਫੋਰਡ ਨੇ ਆਪਣੇ ਕੁਝ ਮਿਨਿਸਟਰਸ ਦੇ ਨਾਲ, ਐਮਪੀਪੀਸ ਨਾਲ ਜਾ ਕੇ ਉੱਥੇ ਅਨਾਉਂਸਮੈਂਟ ਕੀਤੀ ਹੈ। ਸਰ ਕੀ ਕਹਿਣਾ ਚਾਹੋਗੇ? ਫਾਈਨਲੀ ਪਹਿਲਾਂ ਕੱਲ ਤੱਕ ਇਹ ਵੀ ਸੀਗਾ ਕਿਉਂਕਿ ਐਨਡੀਪੀ ਵੀ ਵਾਰ-ਵਾਰ ਕਹਿ ਰਹੀ ਸੀ ਕੋਈ ਹਸਪੀਟਲ ਨਹੀਂ ਆਇਆ, ਕੋਈ ਕੁਝ ਨਹੀਂ ਆਇਆ, ਇਹ ਸਭ ਜਸਟ ਬ੍ਰੈਂਪਟਨ ਵਾਸੀਆਂ ਨੂੰ ਐਵੇਂ ਭਰਮਾਉਣ ਦੀਆਂ ਕੋਸ਼ਿਸ਼ਾਂ ਨੇ। ਅੱਜ ਫਾਈਨਲੀ ਆ ਕੇ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਹੈ, ਸਾਰਿਆਂ ਦੇ ਮੂੰਹ ਬੰਦ ਕਰ ਦਿੱਤੇ ਨੇ। ਓਕੇ ਜੀ, ਐਨਡੀਪੀ ਅਜੇ ਵੀ ਉਸ ਗੱਲ ਤੇ ਅੜੀ ਹੋਈ ਹੈ। ਪਹਿਲਾਂ ਐਨਡੀਪੀ ਦੀ ਗੱਲ ਕਰਨੀ ਹੈ। ਤਕਰੀਬਨ ਜੀ 2 ਘੰਟੇ ਹੋਏ ਆ ਮੈਨੂੰ ਗੁਰਰਤਨ ਹੁਣਾਂ ਨਾਲ ਇਹ ਇੰਟਰਵਿਊ ਕਰਨ ਦਾ ਮੌਕਾ ਮਿਲਿਆ ਜੀ। ਉਹਨਾਂ ਨੂੰ ਮੈਂ ਸਵਾਲ ਇਹ ਕੀਤਾ ਸੀਗਾ, ਸਾਡੇ ਬ੍ਰੈਂਪਟਨ ਇਸ ਤੋਂ ਐਮਪੀਪੀ ਨੇ ਜੀ ਗੁਰਰਤਨ ਸਿੰਘ ਹੁਣੀ, ਜਿਹੜੇ ਕਿ ਜਗਮੀਤ ਹੁਣਾਂ ਦੇ ਜਿਹੜੇ ਕਿ ਐਨਡੀਪੀ ਦੇ ਨੈਸ਼ਨਲ ਲੀਡਰ ਨੇ, ਉਹਨਾਂ ਦੇ ਬ੍ਰਦਰ ਨੇ। ਉਹਨਾਂ ਨੂੰ ਮੈਂ ਇਹ ਸਵਾਲ ਕੀਤਾ ਤਾਂ ਉਹ ਕਹਿੰਦੇ ਇਹ ਜੋ ਕੁਛ ਵੀ ਹੈ ਇਹ 23 ਦੇ ਵਿੱਚ ਇਹਦੀ ਸ਼ੁਰੂ ਕਰਨੀ ਹੈ। ਅੱਜ ਫੋਰਡ ਸਾਹਿਬ ਕਹਿ ਕੇ ਗਏ ਹੈ, ਜਿਹੜੀ ਆਪਾਂ ਉਹ ਲਾਈਵ ਕਵਰੇਜ ਕੀਤੀ ਹੈ। ਫੋਰਡ ਸਾਹਿਬ ਨੇ ਕਿਹਾ 2023 ਤੋਂ ਇਹਦੀ ਉਸਾਰੀ ਸ਼ੁਰੂ ਹੋ ਜਾਏਗੀ। ਗੁਰਰਤਨ ਹੁਣਾਂ ਨੇ ਇਸ ਗੱਲ ਦੇ ਉੱਤੇ ਗੱਲ ਕਹੀ ਹੈ ਕਿ 2023 ਤਾਂ ਅਗਲੀ ਇਲੈਕਸ਼ਨ ਤੋਂ ਬਾਅਦ ਹੈ। ਸੋ ਕਹਿੰਦੇ ਇਹ ਇਲੈਕਸ਼ਨ ਦਾ ਸ਼ੋਸ਼ ਹੈ ਅਕੋਰਡਿੰਗ ਟੂ ਮਿਸਟਰ ਗੁਰਰਤਨ। ਫਿਰ ਉਦੋਂ ਘੰਟਾ ਬਾਅਦ ਆਪਣੀ ਇੰਟਰਵਿਊ ਪ੍ਰਾਈਮ ਮਿਨਿਸਟਰ ਕਰ ਰਿਹਾ ਸਾਰਾ ਉਹਨਾਂ ਨਾਲ ਵੀ ਸੀਗੀ, ਤੇ ਉਹਨਾਂ ਨੂੰ ਜਦੋਂ ਇਹ ਗੱਲ ਪੁੱਛੀ ਹੈ ਉਹਨਾਂ ਨੇ ਬਿਲਕੁਲ ਉਹੀ ਗੱਲ ਕਹੀ ਹੈ ਜਿਹੜੀ ਕਿ ਫੋਰਡ ਸਾਹਿਬ ਨੇ ਕਹੀ। ਫੋਰਡ ਸਾਹਿਬ ਉਹਨਾਂ ਨੇ ਕਿਹਾ ਵੀ ਇਹ ਸਹੀ ਗੱਲ ਹੈ, ਇਹ ਹਸਪਤਾਲ ਹੈਗਾ ਬ੍ਰੈਂਪਟਨ ਵਾਸਤੇ, ਇਹ ਬੜੀ ਵੱਡੀ ਪ੍ਰਾਪਤੀ ਹੈ ਬ੍ਰੈਂਪਟੋਨੀਅਨਸ ਦੀ। ਇੱਕ ਤਰ੍ਹਾਂ ਦੀ ਉਹਨਾਂ ਨੇ ਕਿਹਾ ਵੀ ਬ੍ਰੈਂਪਟੋਨੀਅਨਸ ਦੀ ਜਿੱਤ ਹੈ, ਜਿਹੜੀ ਚੀਜ਼ ਤੁਸੀਂ ਮੰਗਦੇ ਸੀਗੇ। ਸਾਹਮਣੇ 250 ਬੈੱਡ ਦਾ ਹੋਰ ਇੱਕ ਹਸਪਤਾਲ ਬਣਿਆ। ਸਰਕਾਰ ਅਜੇ ਵੀ ਇਹੀ ਕਹਿ ਰਹੀ ਹੈ। ਫੋਰਡ ਸਾਹਿਬ ਨੇ ਜਿਹੜੀ ਅੱਜ ਅਨਾਉਂਸਮੈਂਟ ਕੀਤੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਇਹੀ ਗੱਲ ਕਹੀ ਹੈ ਕਿ ਹਾਂ ਬਿਲਕੁਲ ਸਾਨੂੰ ਜੀ ਬ੍ਰੈਂਪਟਨ ਨੂੰ ਮਿਲ ਰਿਹਾ ਹੈ ਹਸਪੀਟਲ, ਔਰ ਇਹ ਫੁੱਲ ਫਲੈਜ ਮਿਲ ਰਿਹਾ ਹੈ। 23 ਤੋਂ ਇਹਦੀ ਉਸਾਰੀ ਸ਼ੁਰੂ ਹੋਣੀ ਹੈ। ਇਨ ਦ ਮੀਨ ਟਾਈਮ ਚਾਂਸਿਸ ਹੈ ਕਿ ਜਿਹੜਾ ਪੀਲ ਮੈਮੋਰੀਅਲ ਹੈ, ਜਿਹੜਾ ਲਿੰਚ ਸਟਰੀਟ ਦੇ ਉੱਤੇ ਪਹਿਲਾ ਹਸਪੀਟਲ ਬ੍ਰੈਂਪਟਨ ਦੇ ਵਿੱਚ ਹੁੰਦਾ ਸੀਗਾ, ਚਾਂਸਿਸ ਹੈ ਉਹਦੇ ਵਿੱਚ ਉਸ ਤੋਂ ਪਹਿਲਾਂ ਵੀ ਉਸ ਨੂੰ ਐਜ਼ ਏ 24 ਆਵਰ ਵਰਤਣਾ ਜਾ ਸਕਦਾ ਹੋਵੇ। ਹੁਣ ਜਿਹੜਾ ਉਹ ਹਸਪੀਟਲ ਹੈ ਜੀ, ਹਸਪੀਟਲ ਨਹੀਂ ਹੈ। ਇੱਕ ਤਾਂ ਉਹਦੇ ਬਾਹਰ ਐਚ ਦਾ ਸਾਈਨ ਹੀ ਨਹੀਂ ਗਾ, ਵੱਡੀ ਗੱਲ ਇਹ ਹੈਗੀ ਆ। ਤੇ ਉਹ 24 ਆਵਰਸ ਨਹੀਂ ਹੈ, ਉੱਥੇ ਰਾਤ ਨੂੰ ਕੋਈ ਰਹਿ ਨਹੀਂ ਸਕਦਾ ਹੈਗਾ। ਤੇ ਸ਼ਾਇਦ ਇਹ ਸਰਵਿਸਿਸ ਉੱਥੇ ਪਹਿਲਾਂ ਸ਼ੁਰੂ ਹੋ ਜਾਣ। ਬਾਕੀ ਜਦੋਂ ਇਹਦੀ ਉਸਾਰੀ ਹੋਣੀ ਹੈ ਸਭ ਕੁਛ ਨਵਾਂ ਆ ਰਿਹਾ ਅਕੋਰਡਿੰਗ ਟੂ ਮਿਸਟਰ ਪੈਟਰਬਰਨ। ਉਹਨਾਂ ਨੇ ਵੀ ਅੱਜ ਉਸ ਜਿਹੜੀ ਇੰਟਰਵਿਊ ਸੀਗੀ, ਪ੍ਰੈਸ ਕਾਨਫਰੰਸ ਸੀ, ਉਹ ਸ਼ਾਮਲ ਹੋਏ ਨੇ। ਕੱਲ ਸਾਡੀ ਬ੍ਰਾਊਨ ਸਾਹਿਬ ਦੇ ਨਾਲ ਗੱਲ ਵੀ ਹੋਈ ਸੀਗੀ ਜੀ। ਉਹ ਬ੍ਰਾਊਨ ਸਾਹਿਬ ਨੇ ਵੀ ਇਸ ਗੱਲ ਨੂੰ ਬਿਲਕੁਲ ਤਰਜੀਹ ਦਿੱਤੀ। ਉਹਨਾਂ ਨੇ ਗੱਲ ਹੀ ਇੱਥੇ ਸ਼ੁਰੂ ਕੀਤੀ ਕਿ ਇੱਕ ਬ੍ਰੈਂਪਟਨ ਨੂੰ ਹਸਪੀਟਲ ਨਵਾਂ ਉਹਨਾਂ ਨੇ ਕਿਹਾ ਨਵਾਂ ਹਸਪੀਟਲ ਮਿਲ ਰਿਹਾ ਹੈ। ਔਰ ਇਹ ਆਈ ਹੋਪ ਇੰਨੇ ਲੋਕ ਤਰਨ ਗਲਤ ਨਹੀਂ ਬੋਲਦੇ ਹੁੰਦੇ, ਮੈਨੂੰ ਨਹੀਂ ਲੱਗਦਾ ਹੈ ਕਿ ਫੋਰਡ ਸਾਹਿਬ ਬ੍ਰੈਂਪਟਨ ਦੇ ਵਿੱਚ ਜਾ ਕੇ ਅਨਾਉਂਸਮੈਂਟ ਕਰ ਜਾਣ। ਨਾਲ ਫੋਰਡ ਸਾਹਿਬ ਨੇ ਸਿਆਸਤ ਵੀ ਕਹੀ ਹੈ। ਸਿਆਸਤ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਤਰਨ ਬਈ ਜਿਹੜੀਆਂ ਇੱਥੇ ਬਾਕੀ ਦੀਆਂ ਸੀਟਾਂ ਹੈਗੀਆਂ ਨੇ ਬ੍ਰੈਂਪਟਨ ਦੀਆਂ, ਸਾਨੂੰ ਅਗਲੀ ਵਾਰੀ ਉਹ ਵੀ ਚਾਹੀਦੀਆਂ ਨੇ। ਤੇ ਨਾਲ ਉਹ ਸੁਨੇਹਾ ਦੇ ਗਏ ਨੇ। ਬਿਲਕੁਲ, ਜੇ ਉਹ ਇਹ ਸੁਨੇਹਾ ਦੇ ਕੇ ਗਏ ਨੇ ਤਾਂ ਤੁਹਾਨੂੰ ਲੱਗਦਾ ਵੀ ਉਹ ਹਸਪੀਟਲ ਤੋਂ ਮੁੱਕਰ ਜਾਣਗੇ?
ਬਿਲਕੁਲ ਸਰ, ਜਦ ਅਨਾਉਂਸਮੈਂਟ ਹੀ ਪਬਲਿਕਲੀ ਹੋ ਚੁੱਕੀ ਹੈ ਤੇ ਇਸ ਤੋਂ ਬਾਅਦ ਮੁਕਰਨ ਦਾ ਤਾਂ ਕੋਈ ਰਹਿੰਦਾ ਨਹੀਂ ਹੈ ਕੋਈ ਸ਼ੱਕ ਸ਼ੁਬਾ। ਪਰ ਗੱਲ ਇਹ ਹੈ ਕਿ ਅੱਜ ਜਿਸ ਤਰੀਕੇ ਨਾਲ ਅਨਾਉਂਸਮੈਂਟਸ ਹੋਈਆਂ ਨੇ, ਇਸ ਤੋਂ ਪਹਿਲਾਂ ਵੀ ਅੱਜ ਬਰੈਂਪਟਨ ਦੀ ਗੱਲ ਕੀਤੀ ਜਾਵੇ ਤਾਂ ਬਰੈਂਪਟਨ ਨੂੰ ਕਾਫੀ ਕੁਝ ਮਿਲਿਆ। 2 ਲੌਂਗ ਟਰਮ ਕੇਅਰ ਯੂਨਿਟਸ ਇਹਨਾਂ ਨੇ ਬਜਟ ਤੋਂ ਪਹਿਲਾਂ ਵੀ ਐਲਾਨੇ ਨੇ ਕਿ 2 ਲੌਂਗ ਟਰਮ ਕੇਅਰ ਯੂਨਿਟਸ ਜਿਹੜੇ ਆ ਬਰੈਂਪਟਨ 'ਚ ਬਣਾਏ ਜਾਣਗੇ। 160 ਇੱਕ 'ਚ ਬੈੱਡ ਹੋਣਗੇ ਤੇ ਇੱਕ ਦੇ ਵਿੱਚ 190 ਦੇ ਅਰਾਊਂਡ ਬੈੱਡ ਹੋਣਗੇ ਤੇ ਇਹਨਾਂ ਵਿੱਚੋਂ ਇੱਕ ਜਿਹੜਾ ਹੈ ਸਪੈਸ਼ਲੀ ਏਸ਼ੀਅਨ ਤੇ ਪੰਜਾਬੀ ਕਮਿਊਨਿਟੀ ਦੇ ਲਈ ਹੋਏਗਾ, ਜਿਹੜਾ ਇਹ ਗੁਰੂ ਨਾਨਕ ਦੇ ਨਾਮ ਤੇ ਹੋਏਗਾ। ਤੇ ਇਹ ਬਰੈਂਪਟਨ ਦੇ ਵਿੱਚ ਜਿਹੜਾ ਇਹਨਾਂ ਨੇ ਹੌਲੀ-ਹੌਲੀ ਕਰਕੇ ਹੁਣ ਬਰੈਂਪਟਨ ਦੇ ਲੋਕਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ ਆ। ਚਾਹੇ ਤੁਸੀਂ ਕਹਿ ਸਕਦੇ ਹੋ ਕਿ 2022 ਦੀਆਂ ਇਲੈਕਸ਼ਨਸ ਤੇ ਮੱਦੇਨਜ਼ਰ ਕੀਤਾ ਜਾ ਰਿਹਾ, ਪਰ ਗੱਲ ਇਹ ਹੈ ਕਿ ਲੋਕਾਂ ਦੀ ਡਿਮਾਂਡ ਸੀ। ਪਿਛਲੇ 15 ਸਾਲ ਤੋਂ ਕਿਸੇ ਗਵਰਨਮੈਂਟ ਨੇ ਤਾਂ ਵਾਅਦਾ ਹੀ ਨਹੀਂ ਕੀਤਾ ਸੀ। ਜਿੰਨੀਆਂ ਵੀ ਸਰਕਾਰਾਂ ਓਨਟਾਰੀਓ ਦੇ ਵਿੱਚ ਆਈਆਂ ਨੇ, ਕਿਸੇ ਨੇ ਵੀ ਇਹ ਗੱਲ ਦੇ ਉੱਤੇ ਸਾਈਨ ਹੀ ਨਹੀਂ ਕੀਤੇ ਹੈਗੇ ਕਿ ਬਰੈਂਪਟਨ ਨੂੰ ਦੂਸਰਾ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਹਸਪਤਾਲ। ਅਗਲੀ ਜਿਹੜੀ ਵੀ ਸਰਕਾਰ ਆਉਂਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਪਤਾ ਹੋਏਗਾ ਕਿ 2023 ਦੇ ਵਿੱਚ ਇੱਕ ਟਾਰਗੇਟ ਹੈਗਾ ਨਿਊ ਹਸਪੀਟਲ ਬਣਾਉਣ ਦੀ ਸ਼ੁਰੂਆਤ ਕਰਨ ਦਾ। ਇਹ ਚੰਗੀ ਗੱਲ ਹੈ ਤਰਨ। ਆਈ ਹੋਪ ਸਾਰੇ ਇਸ ਗੱਲ ਦੇ ਉੱਤੇ ਸਟੈਂਡ ਕਰਨਗੇ। ਜਿਵੇਂ ਫੋਰਡ ਸਾਹਿਬ ਨੇ ਅੱਜ ਅਨਾਉਂਸਮੈਂਟ ਕੀਤੀ ਹੈ, ਨਾਲ ਪ੍ਰਮੀ ਸਰਕਾਰੀ ਸਾਹਿਬ ਸੀਗੇ, ਮੇਅਰ ਬੈਟਰ ਬਰਾਊਨ ਸੀਗੇ, ਨਾਲ ਕ੍ਰਿਸਟੀਨ ਐਲੀਅਟ ਜਿਹੜੇ ਹੈਲਥ ਮਿਨਿਸਟਰ ਹੈਗੇ। ਮੇਅਰ ਸਾਹਿਬ ਅੱਜ ਬਹੁਤ ਖੁਸ਼ ਨਜ਼ਰ ਆਏ। ਮੈਂ ਉਹਨਾਂ ਦੀ ਜਦੋਂ ਸੁਣ ਰਹੀ ਸੀ ਸਪੀਚ ਤਾਂ ਕਹਿੰਦੇ ਕਿ ਜੇ ਪੈਂਡੈਮਿਕ ਨਾ ਹੁੰਦਾ, ਮੈਂ ਪ੍ਰੀਮੀਅਰ ਸਾਹਿਬ ਨੂੰ ਵੀ ਕਾਲ ਕਰਕੇ ਕਹੀ ਹੈ, ਜੇ ਪੈਂਡੈਮਿਕ ਨਾ ਹੁੰਦਾ ਨਾ ਇਸ ਵਕਤ ਮੈਂ ਤੁਹਾਨੂੰ ਆ ਕੇ ਜੱਫੀ ਪਾ ਲੈਣੀ ਸੀ ਘੁੱਟ ਕੇ। ਤੇ ਪ੍ਰੀਮੀਅਰ ਸਾਹਿਬ ਵੀ ਮਜ਼ਾਕ ਚਲਾ ਰਹੇ ਨੇ ਕਿ ਮੇਰਾ ਸਾਈਜ਼ ਦੇਖ ਕੇ ਤੁਹਾਨੂੰ ਜੱਫੀ ਤੁਹਾਡੀ ਪੈਣੀ, ਲੰਬੀਆਂ ਬਾਹਾਂ ਚਾਹੀਦੀਆਂ ਨੇ। ਉਹਨਾਂ ਨੇ ਗੱਲ ਕਹੀ ਹੈ। ਮਤਲਬ ਕਿ ਅੱਜ ਬਰੈਂਪਟਨ ਦਾ ਅਦਰਵਾਈਜ਼ ਅਸੀਂ ਕਹਿੰਦੇ ਹਾਂ ਕਿ ਬਰੈਂਪਟਨ ਨੂੰ ਇਸ ਲਈ ਨੈਗਲੈਕਟ ਕੀਤਾ ਜਾ ਰਿਹਾ ਕਿਉਂਕਿ ਕਿਸੇ ਸਮੇਂ ਦੇ ਵਿੱਚ ਦੋਵਾਂ ਦੇ ਆਪਸ ਦੇ ਵਿੱਚ ਜੋ ਰਿਸ਼ਤੇ ਸੀ ਮੇਅਰ ਅਤੇ ਪ੍ਰੀਮੀਅਰ ਦੇ, ਉਹਦੇ ਕਰਕੇ ਸ਼ਾਇਦ ਬਰੈਂਪਟਨ ਵਾਸੀਆਂ ਨੂੰ ਸਹੂਲਤਾਂ ਨਹੀਂ ਮਿਲ ਪਾ ਰਹੀਆਂ। ਪਰ ਅੱਜ ਫਾਈਨਲੀ ਜਿਹੜੀ ਆ ਦੋਵਾਂ ਦੇ ਵਿੱਚ ਉਹ ਖਟਾਸ ਖਤਮ ਹੁੰਦੀ ਹੋਈ ਨਜ਼ਰ ਆਈ। ਮੈਂ ਇਸ ਗੱਲ ਤੇ ਆਉਣ ਲੱਗਾ। ਥੈਂਕ ਯੂ ਵੈਰੀ ਮਚ। ਤੁਸੀਂ ਉਹ ਦੇਖੋ ਸਿਆਸਤ ਦਾ ਕਿੰਨਾ ਫਰਕ ਹੈ। ਸਿਆਸਤ ਸਭ ਨੇ ਖੇਡਣੀ ਹੈ, ਪਰ ਸਿਆਸਤ ਗਰਕੀ ਹੋਈ ਨਹੀਂ ਹੈ। ਇੱਥੇ ਵੀ ਜਿਹੜਾ ਆਪਣੇ ਪੈਟਰ ਬਰਾਊਨ ਸਾਹਿਬ ਹੈ, ਉਹ ਨੁਕਸ ਕੱਢ ਸਕਦੇ ਸੀ, ਬਹੁਤ ਕੁਝ ਕਰ ਸਕਦੇ, ਬੜੇ ਨੁਕਸ, ਹਰ ਗੱਲ 'ਚ ਨੁਕਸ ਹੁੰਦਾ, ਕੱਢਿਆ ਜਾ ਸਕਦਾ ਸੀ। ਪੈਟਰ ਬਰਾਊਨ ਕੱਲ ਜਿਹੜੀ ਆਪਾਂ ਇੰਟਰਵਿਊ ਕੀਤੀ ਹੈ, ਆਪਾਂ ਉਹਨੂੰ ਪੁੱਛਿਆ ਸੀ ਵੀ ਸਕੇਲ 1 to 10, 10 ਸਭ ਤੋਂ ਵੱਧ, 1 ਸਭ ਤੋਂ ਘੱਟ, ਜਿਹੜਾ ਇਹ ਬਜਟ ਆਇਆ ਬਰੈਂਪਟਨ ਨੂੰ ਜੋ ਕੁਝ ਮਿਲਿਆ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਉਹ ਕਹਿੰਦਾ ਮੈਂ 12 ਕਹਿਣਾ। ਸੋ ਕਿੱਥੇ ਪੋਲਿਟਿਕਸ ਤੇ ਕਿੱਥੇ ਤੁਹਾਡੇ ਸ਼ਹਿਰ ਵਾਸਤੇ ਜੇ ਕੋਈ ਚੀਜ਼ ਮਿਲ ਰਹੀ ਹੈ ਉਹਦੀ ਸਿਫਤ ਕਰਨੀ ਚਾਹੀਦੀ ਹੈ। ਉਹ ਬਣਦੀ ਹੈ ਕਰਨੀ ਹੈ। ਸਿਆਸਤ ਆਪਦੀ ਥਾਂ ਤੇ ਹੋ ਜਾਏਗੀ, ਚੱਲਦੀ ਰਹੇਗੀ, ਪਰ ਜਦੋਂ ਜਿੱਥੇ ਜਿਹੜੀ ਚੀਜ਼ ਨੂੰ ਕਹਿਣਾ ਚਾਹੀਦਾ ਸਹੀ, ਜਿਹੜੀ ਗੱਲ ਦੀ ਸਿਫਤ ਕਰਨੀ ਚਾਹੀਦੀ ਹੈ ਉਹ ਜ਼ਰੂਰ ਕਰਨੀ ਚਾਹੀਦੀ ਹੈ। ਬਿਲਕੁਲ ਜੀ। ਤੇ ਉਧਰ ਇੰਟਾਰੀਓ ਵਾਸੀਆਂ ਲਈ ਥੋੜੀ ਜਿਹੀ ਖੁਸ਼ਖਬਰੀ ਹੋ ਰਿਹਾ। ਗ੍ਰੇ ਜ਼ੋਨ ਦੇ ਵਿੱਚ ਥੋੜੀਆਂ ਜਿਹੀਆਂ ਹੋਰ ਛੋਟਾਂ ਦਿੱਤੀਆਂ ਜਾ ਰਹੀਆਂ ਨੇ ਹੁਣ। ਸੋ ਜਿਹੜੇ ਲੰਬੇ ਸਮੇਂ ਤੋਂ ਵੇਟ ਕਰ ਰਹੇ ਸੀ ਹੇਅਰ ਕੱਟ ਕਰਵਾਉਣ ਲਈ, ਸੈਲੂਨ ਸਰਵਿਸਿਜ਼ ਲੈਣ ਲਈ, ਤੁਹਾਨੂੰ ਦੱਸ ਦਈਏ ਕਿ 2 ਹਫ਼ਤਿਆਂ ਬਾਅਦ ਲਗਭਗ 12 ਅਪ੍ਰੈਲ ਤੋਂ ਇਹ ਸਰਵਿਸਿਜ਼ ਤੁਸੀਂ ਲੈ ਸਕਦੇ ਹੋ। ਨਾਲ ਦੀ ਨਾਲ ਆਊਟਡੋਰ ਜਿਹੜੀਆਂ ਐਕਸਰਸਾਈਜ਼ ਸਰਵਿਸਿਜ਼ ਹੋਣਗੀਆਂ ਉਹਨਾਂ ਦੀ ਵੀ ਸ਼ੁਰੂਆਤ ਹੋ ਜਾਏਗੀ। ਸਰ ਤੁਸੀਂ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਇੱਕ ਪਾਸੇ ਕੇਸਿਸ ਜਿਹੜੇ ਨੇ ਕੱਲ ਵੀ 2300 ਹੋ ਕੇ ਹਟੇ ਨੇ ਤੇ ਕੇਸਿਸ ਲਗਾਤਾਰ ਵੱਧ ਰਹੇ ਨੇ। ਓਨਟਾਰੀਓ ਦੇ ਵਿੱਚ ਵੀ ਜਿਹੜਾ ਥਰਡ ਵੇਵ ਇਸ ਵਕਤ ਚੱਲ ਚੁੱਕੀ ਹੈ, ਵੇਰੀਐਂਟ ਵੱਧ ਰਹੇ ਨੇ ਤੇ ਅਜਿਹੇ ਵਿੱਚ ਛੋਟਾਂ ਹੋਰ ਦਿੱਤੀਆਂ ਜਾ ਰਹੀਆਂ ਨੇ। ਤੁਸੀਂ ਸੱਚੀ ਦੱਸੋ, ਤੁਸੀਂ ਖੁਸ਼ ਹੋ ਨਾ ਇਸ ਮਾਮਲੇ ਤੇ? ਸਰ ਮੈਂ 50-50 ਡਰ ਵੀ ਹੈਗਾ ਯਾਰ, ਤੇ ਉਸ ਤੋਂ ਬਾਅਦ ਥੋੜੀ ਜਿਹੀ ਖੁਸ਼ ਵੀ ਹੈਗੀ ਆ। ਮੈਂ ਤਰਨ ਨੂੰ ਪੁੱਛਿਆ ਜੀ ਇਹ ਤਾਂ ਜਦੋਂ ਅਸੀਂ ਆਹ ਸਾਰੀਆਂ ਡਿਸਕਸ਼ਨ ਕਰਦੇ ਹੁੰਦੇ ਉਸ ਵੇਲੇ ਮੇਰੇ ਤੋਂ ਟਾਈਮ ਨਹੀਂ ਲੱਗਿਆ, ਤਾਂ ਹੀ ਮੈਂ ਇਹਨੂੰ ਹੁਣ ਪੁੱਛਿਆ ਕਿਉਂਕਿ ਤੁਸੀਂ ਪੁੱਛ ਵੀ ਔਨ ਸਕਰੀਨ ਲਿਆ। ਹਾਂ, ਸਲੂਨਸ ਦੀ ਗੱਲ ਹੈ। ਸਲੂਨਸ ਖੁੱਲਣ ਲੱਗੇ ਨੇ। ਤੁਸੀਂ ਜਿਹੜੇ ਆਪਦਾ ਮੈਨੀਕੋਰ ਪੈਡੀਕੋਰ ਜਿਹੜਾ ਕੁਛ ਵੀ ਕਰਾਉਣਾ, ਵੈਸੇ ਮਰਦ ਵੀ ਕਰਾਉਂਦੇ ਆ, ਐਸੀ ਗੱਲ ਨਹੀਂ। ਤੁਸੀਂ ਉਹ ਸਾਰਾ ਕੁਝ ਖੁੱਲ ਰਿਹਾ ਹੈ ਜੀ 12 ਅਪ੍ਰੈਲ ਤੋਂ। ਐਂਡ ਔਨ ਟਾਪ ਆਫ ਦੈਟ ਜਿਹੜੀ ਬਾਹਰ ਐਕਸਰਸਾਈਜ਼ ਜਿਹੜੀ ਤੁਸੀਂ ਕਰਨੀ, ਜਿਮ ਹੈਗਾ ਬਾਹਰ, ਉਹ ਤੁਸੀਂ ਕਰ ਸਕਦੇ ਹੋ। ਇੱਕ ਤਾਂ ਹੋਰ ਗੱਲ ਹੈ, ਵਿਆਹਾਂ ਸ਼ਾਦੀਆਂ ਤੇ ਫਿਊਨਰਲਸ ਵਗੈਰਾ ਤੁਸੀਂ ਅਨਲਿਮਿਟਿਡ ਕੱਟ ਹੈ। ਓਕੇ, ਜਿੰਨਾ ਮਰਜ਼ੀ ਕੱਟ ਕਰ ਸਕਦੇ, ਜਿੰਨਾ ਮਰਜ਼ੀ ਕੱਟ ਕਰ ਲਓ, ਐਸ ਲੌਂਗ ਐਸ 6 ਫੁੱਟ ਦਾ ਫਾਸਲਾ ਇਹ ਰੱਖਣਾ ਪੈਣਾ ਤੁਹਾਨੂੰ। ਬਾਹਰ ਤੁਸੀਂ ਕੱਟ ਤੇ ਨੰਬਰ ਦੇ ਉੱਤੇ ਕੋਈ ਨਹੀਂ ਹੈ, ਕੋਈ ਲਿਮਿਟ ਨਹੀਂ ਹੈਗੀ। ਮੈਂ ਆਮ ਕੁਆਇਟ ਸ਼ੋਰ ਔਨ ਦਿਸ ਥਿੰਗ ਜੀ, ਲਿਮਿਟ ਕੋਈ ਨਹੀਂ ਹੈ, ਪਰ ਤੁਹਾਨੂੰ 6 ਫੁੱਟ ਦਾ ਫਾਸਲਾ ਜ਼ਰੂਰ ਰੱਖਣਾ ਪਵੇਗਾ। ਤੁਸੀਂ ਜਿਹੜੇ ਬਾਹਰ ਵਾਲੇ ਇਕੱਠ ਹੈ ਉਹ ਅਲਾਉਡ ਇਹ ਕਰ ਦਿੱਤੇ ਗਏ ਨੇ। ਜੇ ਫਿਟਨੈਸ ਜ਼ੋਨ ਦੀ ਜਿਹੜੀ ਤੁਹਾਨੂੰ ਦੱਸੀ ਆ ਉਹ ਵੀ ਹੋ ਸਕਦੀ। ਮਰੀਨਾ ਜਿਹੜੇ ਬੋਟ ਮਰੀਨਾਜ਼ ਨੇ ਉਹ ਵੀ ਖੋਲ੍ਹਤੇ, ਉਹਨਾਂ ਦੇ ਕਲੱਬਸ ਦੇ ਜੇ ਬਾਹਰ ਤੁਸੀਂ ਡੈਕ ਦੇ ਉੱਤੇ ਉਹ ਵੀ ਰੈਸਟੋਰੈਂਟਸ ਅਲਾਉ ਕਰ ਦਿੱਤੇ ਗਏ ਨੇ ਜੀ। ਤੇ ਐਸ ਲੌਂਗ ਐਸ 2 ਮੀਟਰ ਦਾ ਫਾਸਲਾ ਹੈਗਾ। ਸੋ ਫੋਰਡ ਸਰਕਾਰ ਨੇ ਇਹ ਬੜਾ ਵੱਡਾ ਸਟੈਪ ਲਿਆ। ਪਰ ਜਿਵੇਂ ਤੁਸੀਂ ਗੱਲ ਕੀਤੀ ਥਰਡ ਵੇਵ ਦੀ, ਉਹ ਵੀ ਆ ਰਹੀ ਹੈ। ਅੱਜ ਫਿਰ 1200 ਤੋਂ ਉੱਪਰ ਕੇਸਿਸ ਨੇ, ਔਰ ਜਿਹੜੇ ਮੈਡੀਕਲ ਐਕਸਪਰਟਸ ਨੇ
ਉਹ ਕਹਿੰਦੇ ਆ ਇਹ ਕੰਮ ਵੱਧਦਾ ਜਾ ਰਿਹਾ, ਇਹਦੇ ਚਾਂਸਸ ਕਿਤੇ ਇਉਂ ਨਾ ਹੋ ਜਾਣ ਵੀ ਇਹ ਜਿਹੜੀਆਂ ਪਹਿਲੀਆਂ 2 ਵੇਵਸ ਆ ਉਹਦੇ ਨਾਲੋਂ ਵੀ ਨੰਬਰ ਵਧਣ ਲੱਗ ਜਾਣ, ਬਿਲਕੁਲ, ਵਿਚ ਗੋਇੰ ਟੂ ਬੀ ਵੈਰੀ ਡੇਂਜਰਸ। ਹੁਣ ਇਹ ਸਰਕਾਰ ਸ਼ਾਇਦ ਵੈਕਸੀਨੇਸ਼ਨ ਦੇ ਕਰਕੇ ਸ਼ਾਇਦ ਥੋੜਾ ਸ਼ੋਰ ਨਜ਼ਰ ਆ ਰਹੇ ਨੇ ਕਿ ਸ਼ਾਇਦ ਜਿਵੇਂ ਅਪ੍ਰੈਲ ਮਿਡ ਤੋਂ ਇਹ ਸਾਰੀ ਸ਼ੁਰੂਆਤ ਕਰਨੀ ਹੈ ਤਾਂ ਜਦ ਤੱਕ ਸ਼ਾਇਦ ਹੌਲੀ ਹੌਲੀ ਕਰਕੇ ਵੈਕਸੀਨੇਸ਼ਨ ਦਾ ਨੰਬਰ ਆਉਣਾ ਸ਼ੁਰੂ ਹੋ ਜਾਏਗਾ। ਜੀ ਅੱਜ ਸਰਕਾਰੀ ਸਾਹਿਬ ਨਾਲ ਆਪਾਂ ਸੋਲਵ ਵੀ ਕੀਤਾ ਸੀ, ਉਹਨਾਂ ਨੇ ਕਿਹਾ ਜੀ ਪ੍ਰੋਬਲਮ ਕੋਈ ਨਹੀਂ ਹੈ, ਅਸੀਂ ਤਾਂ ਲਾ ਦਿਆਂਗੇ, ਲੱਖ ਤੋਂ ਉੱਪਰ ਵੀ ਲਾ ਦਿਆਂਗੇ ਦਿਹਾੜੀ ਤੇ, ਪਰ ਸਾਨੂੰ ਪਿੱਛੋਂ ਸਪਲਾਈ ਨਹੀਂ ਆ ਰਹੀ। ਸੋ ਹੁਣ ਇਹ ਫੈਡਰਲ ਗਵਰਨਮੈਂਟ ਤੇ ਡਿਪੈਂਡ ਕਰਦਾ, ਇਹ ਵਿੱਚ ਵੀ ਥੋੜੀ ਸਿਆਸਤ ਹੈ, ਠੀਕ ਕੋਈ ਐਸੀ ਗੱਲ ਨਹੀਂ, ਪਰ ਜਿਹੜੀ ਫੈਡਰਲ ਗਵਰਨਮੈਂਟ ਜਿਵੇਂ ਆ ਰਿਹਾ ਉਹ ਅੱਗੇ ਦੇ ਰਹੀ ਹੈ। ਤੇ ਇਹ ਤੁਹਾਡੀ ਗੱਲ ਠੀਕ ਹੈ ਕਿ April ਦੇ ਮਿਡ ਤੱਕ ਬਹੁਤ ਹੋਰ ਵੈਕਸੀਨਸ ਲੱਗ ਜਾਣਗੇ, ਸਹੀ ਗੱਲ ਹੈ, ਹੋ ਸਕਦਾ ਇਸੇ ਕਰਕੇ ਜਿਹੜੀ ਸਾਡੀ ਸਰਕਾਰ ਹੈ ਇਹ ਸਟੈਪ ਲੈਣ ਲੱਗੀ ਹੈ, ਪਰ ਇਟਸ ਗੋਇੰ ਟੂ ਬੀ ਵੈਰੀ ਟ੍ਰਿਕੀ ਵਨ। ਬਿਲਕੁਲ ਸਰ, ਟ੍ਰਿਕੀ ਦੀ ਤੁਸੀਂ ਗੱਲ ਕੀਤੀ ਆ, ਸੈਲੂਨਸ ਹਜੇ ਜਿਹੜੇ ਆ ਉਹ 12 ਅਪ੍ਰੈਲ ਤੋਂ ਪਹਿਲਾਂ ਸ਼ੁਰੂ ਨਹੀਂ ਹੋਣੇ ਹੈਗੇ, ਪਰ ਜੇ ਤੁਸੀਂ ਗੂਗਲ ਤੇ ਜਾ ਕੇ ਵੇਖੋ, ਮਾਰਕੀਟ ਪਲੇਸ ਹੋਵੇ ਜਾਂ ਦੂਜੀਆਂ ਹੋਰ ਤੁਸੀਂ ਸੋਸ਼ਲ ਸਾਈਟਸ ਦੇਖੋ, ਉੱਥੇ ਆਲਰੇਡੀ ਇਹ ਸਰਵਿਸਿਜ਼ ਸਾਰੀਆਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਨੇ। ਤੁਸੀਂ ਦੇਖੋਗੇ ਉੱਥੇ ਤਾਂ ਕੋਈ ਨਾ ਕੋਈ ਸੈਲੂਨ ਦੇ ਵੱਲੋਂ ਆਪਣੀ ਐਡ ਦਿੱਤੀ ਜਾ ਰਹੀ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਕਿ ਤੁਸੀਂ ਘਰ ਆ ਕੇ ਜਿਹੜੀਆਂ ਇਹ ਸਰਵਿਸਿਜ਼ ਲੈ ਸਕਦੇ ਹੋ ਜਾਂ ਤੁਹਾਡੇ ਘਰ ਜਾ ਕੇ ਇਹ ਸਰਵਿਸਿਜ਼ ਦਿੱਤੀਆਂ ਜਾ ਸਕਦੀਆਂ ਨੇ। ਸਰ ਸਾਰਾ ਕੁਝ ਦਿਖ ਰਿਹਾ ਸਰਕਾਰ ਨੂੰ, ਸਾਰੇ ਲੈ ਵੀ ਰਹੇ ਨੇ, ਬਹੁਤ ਸਾਰੇ ਲੋਕੀ ਘਰਾਂ ਵਿੱਚ ਜਾ ਕੇ ਜਾਂ ਉੱਥੇ ਘਰਾਂ ਵਿੱਚ ਜਿਹੜੇ ਸੈਲੂਨਸ ਖੁੱਲੇ ਹੋਏ ਨੇ ਉੱਥੇ ਜਾ ਕੇ ਆਪਣੀਆਂ ਸਰਵਿਸਿਜ਼ ਲੈ ਵੀ ਰਹੇ ਨੇ। ਇਹਦੇ ਬਾਵਜੂਦ ਕੀ ਕਵਾਂਗੇ, ਸਰਕਾਰ ਵਿਚਾਰੀ ਕੀ ਕਰੇ, ਕਿਹਦੇ ਕਿੱਥੇ ਜਾ ਕੇ ਚੈੱਕ ਕਰੇ, ਕਿੰਨੇ ਨੂੰ ਚੈੱਕ ਕਰੇ, ਸਾਡੇ ਕੋਲ ਕਿੰਨੇ ਸੋਰਸਿਸ ਹੈਗੇ ਆ, ਸਾਨੂੰ ਇੰਸਪੈਕਟਰਸ ਹੋਰ ਵੱਧ ਚਾਹੀਦੇ। ਇਹ ਸਰਕਾਰ ਇਹ ਐਕਸਪੈਕਟ ਕਰਦੀ ਹੈ ਕਿ ਸਾਨੂੰ ਆਪ ਨੂੰ ਵੀ ਸੋਚਣਾ ਚਾਹੀਦਾ, ਪਰ ਇਹ ਕੰਮ ਚੱਲ ਰਿਹਾ। ਜਿਹੜਾ ਕਜੀਜੀ ਦੇ ਉੱਤੇ ਬਹੁਤ ਐਡਸ ਹੈਗੀਆਂ ਨੇ, ਲੋਕਾਂ ਨੇ ਜੀ ਆਪਣੇ ਘਰਾਂ ਦੇ ਵਿੱਚ ਤੁਹਾਨੂੰ ਟ੍ਰਿਕ ਨਹੀਂ ਦੱਸਣ ਲੱਗਿਆ, ਸ਼ੀਸ਼ਿਆਂ ਦੇ ਉੱਤੇ ਗਾਰਬੇਜ ਬੈਗ ਲਾਏ ਹੋਏ ਨੇ, ਬਾਹਰ ਈਵਨ ਲਾਈਟ ਵੀ ਨਹੀਂ ਜਾਂਦੀ ਕਿਉਂਕਿ ਕਾਲੇ ਲਾਏ ਹੋਏ ਨੇ, ਲਾਈਟ ਬਾਹਰ ਜਾਂਦੀ ਨਹੀਂ, ਅੰਦਰ ਜਿਹੜਾ ਕੁਛ ਹੋ ਰਿਹਾ ਬਹੁਤ ਥਾਵਾਂ ਦੇ ਉੱਤੇ ਲੋਕੀ ਇਹ ਕੰਮ ਕਰ ਰਹੀ ਹੈ, ਲਗਾਤਾਰ ਚੱਲ ਰਿਹਾ। ਕਿਉਂਕਿ ਜਿਹੜੀ ਇੱਥੋਂ ਦੀ ਸੁਸਾਇਟੀ ਆ ਉਹਦੀ ਗੱਲ ਇਹ ਆ ਵੀ ਵਾਲ ਜਿਹੜੇ ਮਰਦਾਂ ਨੇ ਤਾਂ ਜ਼ਰੂਰ ਕਟਾਉਣੇ ਹੁੰਦੇ, ਕੀ ਕਰੋਗੇ ਤੁਸੀਂ, ਉਹ ਜ਼ਰੂਰ ਕਿਸੇ ਨਾ ਕਿਸੇ ਪਾਸਿਓਂ ਟੰਗੀ ਤਾਂ ਉਹਦੇ ਘਰੇ ਕਰੀ ਜਾਂਦੇ ਆ। ਜਿਹੜੇ ਬਾਲਡ ਹੋ ਜਾਂਦੇ ਨੇ, ਸ਼ੇਵ ਕਰਨ ਦੇ ਸਿਰ ਨੂੰ ਸੌਖਾ ਹੈ, ਜਿਹੜੇ ਸਕਰੀਨ ਤੇ ਆਉਂਦੇ ਆ ਨਾ ਉਹਨਾਂ ਨੂੰ ਥੋੜਾ ਜਿਹਾ ਔਖਾ ਹੋਇਆ, ਖਾਸ ਤੌਰ ਤੇ ਸਾਡੇ ਟਰੂਡੋ ਸਾਹਿਬ, ਉਹਨਾਂ ਨੇ ਕਹਿਣਾ ਕਿ ਨਹੀਂ ਤਾਂ ਆਪ ਤੇ ਕਟਵਾਈ ਫਿਰਦੇ ਨੇ, ਸਾਨੂੰ ਇਹ ਮਨਾ ਕਰ ਰਹੇ ਨੇ। ਠੀਕ ਹੈ, ਹਾਂਜੀ, ਜਿਵੇਂ ਫੋਰਡ ਸਾਹਿਬ ਨੇ ਕੱਲ ਪਰਸੋਂ ਉਹਨਾਂ ਨੇ ਸਟੇਜ ਤੇ ਗੱਲ ਕਹੀ ਸੀ, ਕੈਮਰੇ ਤੇ ਗੱਲ ਕਹੀ ਸੀ, ਕਹਿੰਦੇ ਤੁਹਾਨੂੰ ਨਹੀਂ ਪਤਾ ਮੈਂ ਆਪਦੇ ਸਿਰ ਨੂੰ ਕਿੰਨਾ ਜੈਲ ਲਾਉਣਾ, ਲਾ ਕੇ ਛੋਟੇ ਕਰਕੇ ਰੱਖੇ ਹੋਏ ਆ, ਸਾਂਭ ਕੇ ਰੱਖੇ ਆ। ਔਰ ਖਾਸ ਕਰਕੇ ਜਿਹੜੇ ਲੀਡਰ, ਤੁਸੀਂ ਇਮੈਜਿਨ ਕਰੋ ਜੇ ਮਿਸਟਰ ਟਰੂਡੋ ਬਾਲ ਕਟਾ ਕੇ ਆ ਖੜਨ, ਮਿਸਟਰ ਫੋਰਡ ਆ ਕੇ ਖੜ ਜਾਣ, ਤੇ ਇਹਨਾਂ ਨਾਲ ਕੀ ਖੁਸ਼ ਹੋਊਗਾ। ਇਹ ਏਡਾ ਵੱਡਾ ਰਿਸਕ ਕੋਈ ਵੀ ਲੈਣ ਨੂੰ ਤਿਆਰ ਹੈ। ਇਹਨਾਂ ਦੇ ਮਿਨਿਸਟਰਸ ਈਵਨ ਜਿਨ੍ਹਾਂ ਨੇ ਟਰਾਈ ਕੀਤੀ ਹੈ ਬਾਹਰ ਜਾਣ ਦੀ, ਇੱਥੇ ਤੇ ਵੀਡੀਓ ਬਣਾ ਕੇ ਚਲੇ ਗਏ ਸੀ, ਦੇਖੋ ਉਹਨਾਂ ਨੇ ਕਿੰਨਾ ਵੱਡਾ ਖਮਿਆਜ਼ਾ ਭੁਗਤਿਆ ਉਹਨਾਂ ਨੇ। ਤੁਹਾਡਾ ਕੀ ਮਤਲਬ ਮਿਸਟਰ ਫੋਰਡ ਜਾਂ ਮਿਸਟਰ ਟਰੂਡੋ ਜੀ ਗੱਲ ਕਰਨਗੇ? ਨੋ। ਹਾਂ, ਇਹ ਸਰ ਆਪਾਂ ਵੀ ਨਹੀਂ, ਆਪਾਂ ਵੀ ਸਕਰੀਨ ਤੇ ਆਉਂਦੇ ਆ। ਸਹੀ ਗੱਲ ਹੈ ਜੀ, ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਜਿਹੜੀਆਂ ਸਹੀ ਗੱਲਾਂ ਨੇ ਉਹ ਦੱਸੀਆਂ। ਹੋ ਸਕਦਾ ਤੁਹਾਨੂੰ ਕੋਈ ਲੱਗਦਾ ਹੋਵੇ ਅਸੀਂ ਰਿਪੀਟ ਕਰੀ ਨੇ ਅਗੇਨ, ਪਰ ਉਹਦਾ ਕਾਰਨ ਇਹੀ ਹੈ ਜੀ, ਜੋ ਕੁਛ ਸਾਡੇ ਕੋਲ ਆਉਂਦਾ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ। ਬਿਲਕੁਲ ਉਵੇਂ ਜੀ ਜਿਵੇਂ ਪ੍ਰੈਕਟਿਸ ਮੇਕਸ ਪਰਫੈਕਟ, ਕਈ ਵਾਰੀ ਭੁੱਲ ਜਾਂਦੇ ਹੋ, ਤੇ ਇਸ ਕਰਕੇ ਯਾਦ ਕਰਾਉਂਦੇ ਹਾਂ ਜੀ ਤੁਹਾਨੂੰ। ਟੋਰਾਂਟੋ ਦੇ ਵਿੱਚ ਪਰ ਇਸ ਵਕਤ ਤੁਹਾਨੂੰ ਦੱਸ ਦਈਏ ਕਿ ਜਿਸ ਤਰੀਕੇ ਨਾਲ ਵੈਕਸੀਨੇਸ਼ਨ ਦਾ ਕੰਮ ਹੋ ਰਿਹਾ ਵਾ, ਅਜੇ 30,000 ਦੇ ਕਰੀਬ ਵੈਕਸੀਨੇਸ਼ਨ ਨੂੰ ਲੈ ਕੇ ਕਿਹਾ ਜਾ ਰਿਹਾ ਸੀ ਕਿ ਇੰਨੇ ਕੁ ਲੋਕ ਜਿਹੜੇ ਆ ਰਜਿਸਟ੍ਰੇਸ਼ਨ ਕਰਵਾ ਦੇਣਗੇ, ਪਰ 30,000 ਦੇ ਕਰੀਬ ਅਜੇ ਰਜਿਸਟ੍ਰੇਸ਼ਨਸ ਨਹੀਂ ਹੋਈਆਂ, ਜਿਹੜੀ ਉਮਰ ਦਾ ਨੰਬਰ ਚੱਲ ਰਿਹਾ ਸੀ। ਇਸ ਤੋਂ ਬਾਅਦ ਹੁਣ ਸਰ ਇਨਵੀਟੇਸ਼ਨ ਦਿੱਤਾ ਗਿਆ ਕਿ ਇਸ ਤੋਂ ਘੱਟ ਉਮਰ ਵਾਲੇ ਆ ਸਕਦੇ ਨੇ, ਜਾਂ ਤਾਂ ਉੱਥੇ ਉਮਰ ਹੀ ਘੱਟ ਹੈ, ਨਹੀਂ ਤੁਹਾਨੂੰ ਕੀ ਲੱਗ ਰਿਹਾ ਸਰਕਾਰ ਦੇ ਕੋਲ ਪ੍ਰੋਪਰ ਅੰਕੜੇ ਨਹੀਂ ਸੀ, ਜਾਂ ਫਿਰ ਲੋਕੀ ਰਜਿਸਟ੍ਰੇਸ਼ਨ ਹੀ ਨਹੀਂ ਕਰਵਾ ਰਹੇ? ਇਹ ਦੋਨੇ ਕਾਰਨ ਹੋ ਸਕਦੇ ਆ। ਜਿਹੜੀ ਰਜਿਸਟ੍ਰੇਸ਼ਨ ਕਰਾਉਣੀ ਆ ਕਿਉਂਕਿ ਸਾਰੇ 80+ ਹੈ, ਉਹਦੀਆਂ 30,000 ਅਜੇ ਵੀ ਓਪਨਿੰਗਸ ਪਈਆਂ ਨੇ, ਹਜੇ ਇੰਨੇ ਲੋਕ ਰਹਿੰਦੇ ਹੈਗੇ, ਵੈਸੇ 2 ਲੱਖ ਤੋਂ ਉੱਪਰ ਰਹਿੰਦੇ ਹੈਗੇ ਜਿਹੜੇ ਜਿਹਨਾਂ ਨੇ 80। ਮੈਂ ਇਹ ਇਕੱਲੇ ਟੋਰਾਂਟੋ ਦੀ ਹੈ ਜੀ, ਉਹਦੇ 'ਚ ਅਪਾਇੰਟਮੈਂਟਸ ਬੁੱਕ ਨਹੀਂ ਕਰਵਾ ਰਹੇ ਲੋਕੀ, ਜਾਂ ਤਾਂ ਕਈਆਂ ਨੂੰ ਕਰਨਾ ਨਹੀਂ ਆਉਂਦਾ ਹੈ, ਕਈਆਂ ਫੋਨ 'ਤੇ ਟਾਈਮ ਬੜਾ ਲੱਗਦਾ ਛੱਡੋ ਪਰੇ, ਕਈ ਕਹਿੰਦੇ ਮੈਂ ਕਿਹੜਾ ਕਿਤੇ ਜਾਣਾ, ਕਈ ਚਾਹੁੰਦੇ ਨਹੀਂ ਹੈ ਵੀ ਮੈਂ ਇਹ ਵੈਕਸੀਨ ਜਿੰਨਾ ਕੁਛ ਇਹਦੇ ਅਗੇਂਸਟ ਬੋਲਿਆ ਜਾ ਰਿਹਾ ਉਹ ਕਹਿੰਦੇ ਮੈਂ ਇਹ ਲਾਉਣਾ ਨਹੀਂ ਚਾਹੁੰਦਾ। ਸੋ ਇਸ ਕਰਕੇ ਹੈਗੀਆਂ ਨੇ ਜਿਹੜੀ ਅੱਜ ਜੌਨ ਟੋਰੀ ਸਾਹਿਬ ਨੇ ਜਿਹੜੇ ਮੇਅਰ ਨੇ ਜੀ ਟੋਰਾਂਟੋ ਦੇ, ਉਹਨਾਂ ਨੇ ਇਹ ਗੱਲ ਕਹੀ ਹੈ ਕਿ 75 ਤੱਕ ਵਾਲੇ ਤਾਂ ਅਸੀਂ ਕਰਤੇ ਹੈਗੇ, ਤੇ ਜੇ ਅਜਿਹੀਆਂ ਵੇਕੈਂਸੀਜ਼ ਰਹਿ ਗਈਆਂ, ਥਾਵਾਂ ਖਾਲੀ ਰਹਿ ਗਈਆਂ ਲੋਕਾਂ ਨੇ ਜਿਨ੍ਹਾਂ ਨੇ ਵੈਕਸੀਨਸ ਲਵਾਉਣੇ ਆ, ਤਾਂ ਅਸੀਂ ਇਹ ਏਜ ਘਟਾ ਕੇ 70 ਤੱਕ ਲੈ ਆਉਣੀ ਆ, ਔਰ ਹੌਲੀ ਹੌਲੀ ਆ ਜਾਣੀਆਂ। ਪਰ ਇੱਕ ਗੱਲ ਜ਼ਰੂਰਤ ਹੈ, ਜਿਹੜੀਆਂ ਖਾਲੀ ਥਾਵਾਂ ਨੇ ਉਹ ਭਰ ਦੇਣੀਆਂ ਚਾਹੀਦੀਆਂ ਨੇ। ਜੇ 80 ਸਾਲਾਂ ਨੂੰ ਨਹੀਂ ਆ ਰਿਹਾ, ਦੇ ਵਾਂਟ ਟੂ ਵੇਟ ਔਰ ਸਮਥਿੰਗ, ਸੋ ਉਹਦੀ ਜਗ੍ਹਾ ਤੇ ਘੱਟੋ ਘੱਟ ਹੋਰ 30,000 ਬੰਦੇ ਨੂੰ ਤਾਂ ਤੁਸੀਂ ਵੈਕਸੀਨ ਲਾਓ ਨਾ, ਉਹ 30,000 ਲੱਗੂਗਾ, ਉਹਦੀ ਥਾਂ ਤੇ ਹੋਰ 30,000 ਆਏਗਾ। ਹਰ ਰੋਜ਼ ਦਾ ਜੇ ਇੰਨਾ ਫਰਕ ਪੈਣਾ ਕਿੱਥੇ ਗੱਲ ਚਲੀ ਜਾਂਦੀ ਹੈ। ਸਰ ਇਹ ਜਿਹੜੀ ਮਿਸਟਰ ਟੋਰੀ ਆ, ਉਹਨਾਂ ਨੇ ਅੱਜ ਇਹ ਸਿੱਧੀ ਗੱਲ ਕਹੀ ਹੈ ਕਿ ਸ਼ਾਇਦ ਉਹ ਇਸ ਪਾਸੇ ਨੂੰ ਤੁਰ ਪੈਣਗੇ। ਬਿਲਕੁਲ ਜੀ। ਤੇ ਸਰ ਉੱਥੇ ਦੂਜੇ ਪਾਸੇ ਗੱਲ ਕਰੀਏ BC ਦੀ,
ਬ੍ਰਿਟਿਸ਼ ਕੋਲੰਬੀਆ ਵਿੱਚ ਜਦੋਂ ਤੋਂ ਇਹ ਐਲਾਨ ਹੋਇਆ ਕਿ ਵੈਕਸੀਨ ਦੇ ਲਈ ਜਿਹੜੀਆਂ ਡੋਜ਼ਸ ਮਿਲਣੀਆਂ ਸ਼ੁਰੂ ਹੋ ਗਈਆਂ ਨੇ, ਅਜਿਹੇ ਵਿੱਚ ਸਰੀ ਦੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਇੱਕ ਅਨੋਖਾ ਉਪਰਾਲਾ ਕੀਤਾ ਗਿਆ। ਜਿਹੜੇ ਵੀ ਬਜ਼ੁਰਗ ਉੱਥੇ ਪੰਜਾਬੀ ਬਜ਼ੁਰਗ ਖਾਸ ਤੌਰ ਤੇ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਤੇ ਵੈਕਸੀਨੇਸ਼ਨ ਦੇ ਲਈ ਆਪਦੀ ਬੁਕਿੰਗ ਨਹੀਂ ਕਰਵਾ ਸਕਦੇ ਡੋਜ਼ ਲਈ, ਉਹ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨਾਲ ਸੰਪਰਕ ਕਰ ਸਕਦੇ ਨੇ ਤੇ ਗੁਰਦੁਆਰਾ ਸਾਹਿਬ ਦੇ ਵੱਲੋਂ ਉਹਨਾਂ ਦੇ ਬਿਹਾਫ ਤੇ ਉੱਤੇ ਜਿਹੜੀ ਉਹਨਾਂ ਦੀ ਵੈਕਸੀਨੇਸ਼ਨ ਦੇ ਲਈ ਡੋਜ਼ ਜਿਹੜੀ ਆ ਉਹ ਬੁੱਕ ਕਰਵਾਉਣ ਲਈ ਰਜਿਸਟ੍ਰੇਸ਼ਨ ਕਰਵਾਈ ਜਾਏਗੀ। ਸੋ ਜੇਕਰ ਤੁਸੀਂ ਇਸ ਵਕਤ ਸਰੀ ਦੇ ਵਿੱਚ ਰਹਿੰਦੇ ਹੋ ਤਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀਆਂ ਸੇਵਾਵਾਂ ਇਸ ਲਈ ਤੁਸੀਂ ਲੈ ਸਕਦੇ ਹੋ। ਵਲੰਟੀਅਰਸ ਉਹਨਾਂ ਨੇ ਲਗਾਏ ਗਏ ਨੇ। ਸਰ ਵਧੀਆ ਉਪਰਾਲਾ। 30 ਤੋਂ 50 ਅਪਾਇੰਟਮੈਂਟ ਹਰ ਰੋਜ਼। ਇਹ ਕਹਿੰਦੇ ਕਈ ਜਿਹੜੀਆਂ ਬਹੁਤੀਆਂ ਕਾਲਸ ਆਉਂਦੀਆਂ ਨੇ ਉਹ ਇਸ ਵਾਸਤੇ ਹੀ ਆਉਂਦੀਆਂ ਨੇ ਇਨਫੋਰਮੇਸ਼ਨ ਵਾਸਤੇ ਵੀ ਮੇਰਾ ਏਜ ਗਰੁੱਪ ਆ ਗਿਆ ਜਾਂ ਨਹੀਂ ਆ ਗਿਆ। ਬਟ ਇਟਸ ਬਹੁਤ ਵਧੀਆ ਗੱਲ ਹੈ ਜਿਹੜੀਆਂ ਸਾਡੀਆਂ ਅਜਿਹੀਆਂ ਥਾਵਾਂ ਨੇ, ਧਾਰਮਿਕ ਸੰਸਥਾਵਾਂ ਨੇ, ਕੋਈ ਵੀ ਹੈਗੀ ਆ ਜੋ ਇਹੋ ਜਿਹਾ ਉਪਰਾਲਾ ਕਰਦੀਆਂ, ਬੜੀ ਵਧੀਆ ਗੱਲ ਹੈ। ਕਿਉਂਕਿ ਕਈ ਵਾਰੀ ਲੈਂਗੁਏਜ ਦੀ ਪ੍ਰੋਬਲਮ ਹੁੰਦੀ ਹੈ। ਕਈਆਂ ਨੇ ਇਸ ਗੱਲ ਨੂੰ ਇੰਨੀ ਇੰਪੋਰਟੈਂਸ ਨਹੀਂ ਦਿੱਤੀ ਕਿ ਸਾਨੂੰ ਲੈਂਗੁਏਜ ਆਉਣੀ ਚਾਹੀਦੀ ਹੈ ਜਾਂ ਨਹੀਂ ਆਉਣੀ ਚਾਹੀਦੀ, ਫਿਰ ਉਹਨੂੰ ਇਹ ਜੀ ਪ੍ਰੋਬਲਮ ਹੁੰਦੀ ਹੈ। ਬਟ ਦਿਸ ਇਜ਼ ਅ ਵੈਰੀ ਨਾਈਸ। ਉਹਨਾਂ ਦੇ ਵਾਲੰਟੀਅਰਸ ਹੈਗੇ। ਆਈ ਹੋਪ ਬਾਕੀ ਥਾਵਾਂ ਵੀ ਜਿਹੜੀਆਂ ਧਾਰਮਿਕ ਸਥਾਨ ਨੇ ਉਹ ਇਹਨਾਂ ਚੀਜ਼ ਨੂੰ ਫੋਲੋ ਕਰਨਗੇ ਔਰ ਜਿਹੜੇ ਲੋਕ ਨਹੀਂ ਬਣਵਾ ਸਕਦੇ ਔਨ ਟਾਪ ਆਫ ਦੈਟ ਤਾਂ ਉਹ ਰਾਈਡ ਦਾ ਇੰਤਜ਼ਾਮ ਵੀ ਹੈ। ਬਿਲਕੁਲ ਹਾਂ, ਤੁਸੀਂ ਨਾਲ ਉਹ ਰਾਈਡ ਵੀ ਬੁੱਕ ਕਰਵਾ ਸਕਦੇ ਹੋ। ਯੈਸ ਹਾਂ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਮਨਜੀਤ ਸਿੰਘ ਬੋਲ ਰਹੇ। ਸਤਿ ਸ਼੍ਰੀ ਅਕਾਲ। ਤੁਸੀਂ ਹੁਣੇ ਗੱਲ ਕੀਤੀ ਕਿ 75 ਤੱਕ ਦੇ ਏਜ ਵਾਲੇ ਬੰਦੇ ਆਪਣੀ ਬੁਕਿੰਗ ਕਰਵਾ ਸਕਦੇ ਹਨ ਹਾਂਜੀ ਹਾਂਜੀ, ਬਟ 70 ਵਾਲੇ ਵੀ ਕਰਵਾ ਸਕਦੇ। 70 ਐਂਡ 71 ਮੇਰੇ ਮਦਰ 71 ਇਅਰਸ 올ਡ ਹੈ। ਆਪਾਂ ਕੱਲ ਬੁਕਿੰਗ ਕਰਵਾਈ ਹੈ ਉਹਨਾਂ ਦੀ ਬ੍ਰੈਂਪਟਨ ਹਸਪੀਟਲ ਦੇ। ਅੱਛਾ, ਬ੍ਰੈਂਪਟਨ ਦੀ ਗੱਲ ਕਰ ਰਹੇ ਇੰਜੈਕਸ਼ਨ ਲੱਗਣਾ ਜੀ ਉਹਨਾਂ ਦੇ। ਠੀਕ ਹੈ ਜੀ, ਦੈਟਸ ਗ੍ਰੇਟ, ਥੈਂਕ ਯੂ ਜੀ। ਅਸੀਂ ਵੈਸੇ ਮੈਟਰੋ ਦੀ ਗੱਲ ਕਰ ਰਹੇ ਸੀਗੇ। ਅੱਛਾ, ਜੇ ਬ੍ਰੈਂਪਟਨ ਦੇ ਵਿੱਚ 70 ਵਾਲੇ ਵੀ ਹੁਣ ਕਰਵਾ ਸਕਦੇ ਆ? ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਰ। ਵੈਸੇ ਜਦੋਂ ਤੁਸੀਂ ਬੁਕਿੰਗ ਕਰਵਾਈ ਹੈ ਕੋਈ ਪਰੇਸ਼ਾਨੀ ਤਾਂ ਨਹੀਂ ਆਈ ਜਾਂ ਕਿੰਨੇ ਟਾਈਮ ਲਈ ਤੁਹਾਨੂੰ ਹੋਲਡ ਕਰਨਾ ਪਿਆ ਆਨਲਾਈਨ? ਨਹੀਂ ਜੀ, ਇੰਟਰਨੈਟ ਤੇ ਕਰਵਾਈ ਹੈ ਜੀ, ਆਨਲਾਈਨ ਕੀਤੀ ਹੈ ਜੀ। ਠੀਕ ਹੈ ਜੀ। ਅੱਛਾ, ਫਿਰ ਤਾਂ ਰਾਈਟ ਵੇ ਹੋ ਗਿਆ ਹੋਣਾ, ਰਾਈਟ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਹੋ ਗਿਆ। ਹਾਂਜੀ ਹਾਂਜੀ, ਤੇ ਨਾਲ ਹੀ ਕਨਫਰਮੇਸ਼ਨ ਦੀ ਈਮੇਲ ਵੀ ਆ ਗਈ ਸੀ, ਰਾਈਟ ਵੇ ਹੋ ਗਿਆ ਸੀ ਜੀ। ਦੈਟਸ ਗ੍ਰੇਟ, ਥੈਂਕ ਯੂ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ। ਦੇਖੋ ਆ ਚੰਗੀ ਗੱਲ ਆ, ਬ੍ਰੈਂਪਟਨ ਦੇ ਵਿੱਚ 70 ਵਾਲੇ ਵੀ ਹੁਣ ਕਰਵਾ ਸਕਦੇ ਹੈਗੇ। ਬਿਲਕੁਲ ਹੌਲੀ ਹੌਲੀ ਫਿਰ ਸਾਡੀ ਵਾਰੀ ਵੀ ਆ ਜਾਊ ਮੈਨੂੰ ਲੱਗਦਾ ਜੀ। ਬਿਲਕੁਲ ਜੀ। ਸਰ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ। ਟੀਵੀ ਸਕਰੀਨ ਦੀ ਆਵਾਜ਼ ਬੰਦ ਕਰਕੇ ਗੱਲ ਕਰੋ ਜੀ। ਕਿੱਥੋਂ ਬੋਲ ਰਹੇ ਹੋ? ਸਾਨੂੰ ਫੋਨ ਤੇ ਗੱਲ ਕਰੋ ਜੀ। ਥੈਂਕ ਯੂ ਜੀ। ਜੀ ਸ਼ਾਇਦ ਸਾਡੇ ਦਰਸ਼ਕ ਸਾਨੂੰ ਫੋਨ ਤੇ ਸੁਣਨਾ ਚਾਹੁੰਦੇ ਨੇ। ਜਦੋਂ ਤੁਸੀਂ ਸਾਨੂੰ ਗੱਲ ਕਰ ਰਹੇ ਹੋ ਨਾ ਫੋਨ ਦੇ ਉੱਤੇ, ਜਦੋਂ ਇੱਕ ਵਾਰੀ ਫੋਨ ਨੰਬਰ ਮਿਲ ਜਾਵੇ ਉਦੋਂ ਤੁਸੀਂ ਟੀਵੀ ਸਕਰੀਨ ਦੀ ਆਵਾਜ਼ ਕੱਟ ਕਰਕੇ ਡਾਇਰੈਕਟਲੀ ਫੋਨ ਤੇ ਗੱਲ ਜਾਂ ਫੋਨ ਜਾਂ ਟੀਵੀ ਤੋਂ ਪਰੇ ਹੋ ਜਾ ਕਰੋ ਜੀ ਥੋੜਾ ਜਿਹਾ। ਬਿਲਕੁਲ ਸਰ, ਤੁਹਾਡੇ ਕੋਲ ਨੰਬਰ ਹੈਗੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਕੁਝ ਨੰਬਰ ਪ੍ਰੋਵਾਈਡ ਕਰਵਾਏ ਗਏ ਸੀ ਤੇ ਉਸ ਨੰਬਰ ਦੇ ਉੱਤੇ ਤੁਸੀਂ ਸਵੇਰੇ 8 ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਕਾਲ ਕਰ ਸਕਦੇ ਹੋ। ਹਾਂ ਜੀ, ਮੇਰੇ ਕੋਲੇ ਉਹ ਨੰਬਰ ਹੈਗੇ ਨੇ ਜੀ। ਆਪਾਂ ਕਰਦੇ ਹਾਂ ਜੀ। ਇੱਕ ਦਰਸ਼ਕ ਪਹਿਲਾਂ ਆ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ? ਬ੍ਰੈਂਪਟਨ ਤੋਂ ਬੋਲਦੇ ਹਾਂ ਜੀ। ਹਾਂਜੀ, ਦੱਸੋ ਜੀ। ਤੇ ਅਸੀਂ ਉਹ ਇੱਕ ਆਪਣੇ ਟੀਕਾ ਕੋਵਿਡ ਦਾ ਲਵਾਉਣ ਲਈ ਪਤਾ ਕਰਨਾ ਸੀਗਾ। ਦੱਸੋ ਜੀ, ਕੀ ਪੁੱਛਣਾ ਚਾਹੁੰਦੇ ਹੋ? ਤੇ ਜਿੱਦਾਂ 61 ਤੋਂ 64 ਸਾਲ ਵਾਲੇ ਕਹਿੰਦੇ ਸੀ ਨਾ ਵੀ ਸਪੈਸ਼ਲ ਲੱਗਣੇ ਆ, ਤੇ 61 ਤੋਂ 64 ਸਾਲ ਵਾਲਿਆਂ ਦੇ ਅਸੀਂ ਉਮਰ ਚਾਹੁੰਦੇ ਆ ਵੀ ਉਹ ਹੁਣ ਕਿੱਥੇ ਅਪਲਾਈ ਕਰੀਏ ਜਾਂ ਕੀ ਕਰੀਏ? ਸਭ ਤੋਂ ਸੌਖਾ ਜੀ, ਆਪਦੇ ਸਿਟੀ ਹਾਲ ਨੂੰ ਕਾਲ ਕਰੋ ਜੀ। 311 ਤੇ ਕਾਲ ਕਰੋ। ਉਹ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਣਗੇ ਕਿ ਜਿਹੜੀ ਥਾਂ ਤੇ ਵੀ ਤੁਸੀਂ ਹੈਗੇ ਹੋ ਕਿ ਕਿਹੜੀ ਜਗ੍ਹਾ ਤੇ ਉਹ ਤੁਸੀਂ ਬੁੱਕ ਕਰ ਸਕਦੇ ਹੋ ਜੀ। ਠੀਕ ਹੈ ਜੀ। 311 ਤੇ ਕਾਲ ਕਰਕੇ ਜਾਣਕਾਰੀ ਲੈ ਲਿਓ ਜੀ। ਸ਼ੁਕਰੀਆ ਬਹੁਤ ਬਹੁਤ। ਹਰੇਕ ਦੇ ਸਿਟੀ ਹਾਲ 'ਚ ਇਨਫੋਰਮੇਸ਼ਨ ਹੈ ਜੀ, ਤੁਸੀਂ ਉੱਥੋਂ ਲੈ ਸਕਦੇ ਹੋ ਕਿਉਂਕਿ ਬ੍ਰੈਂਪਟਨ ਦੀ ਵੱਖਰੀ ਹੈ, ਮਿਸਾਗਾ ਦੀ ਵੱਖਰੀ ਹੈ, ਟੋਰਾਂਟੋ ਦੀ ਵੱਖਰੀ ਹੈ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਕਿੱਥੋਂ ਬੋਲ ਰਹੇ ਹੋ ਜੀ? ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂ, ਸਤਿ ਸ਼੍ਰੀ ਅਕਾਲ ਜੀ। ਮੈਂ ਤਾਂ ਟੋਰਾਂਟੋ ਤੋਂ ਬੋਲ ਰਿਹਾ ਜੀ। ਜੀ। ਤੇ ਇੱਕ ਪ੍ਰੋਬਲਮ ਹੈ ਇੱਥੇ। ਪ੍ਰੋਬਲਮ ਦਾ ਨਹੀਂ ਮੈਂ ਕਹਿ ਸਕਦਾ, ਮਤਲਬ ਇੱਥੇ ਇੱਕ ਤਾਂ ਮੇਰੀ ਵਾਈਫ ਜਿਹੜੇ ਲਗਵਾਉਣ ਗਈ ਉਹਨਾਂ ਨੇ ਵੈਕਸੀਨੇਸ਼ਨ ਕੀਤੀ ਐਸਟਰਾਜੈਨਕਾ। ਜੀ ਹਾਂ, ਐਸਟਰਾਜੈਨਕਾ ਰਾਈਟ। ਉਹ ਇੰਡੀਆ ਦੇ, ਉਹਨਾਂ ਕਿਹਾ ਜੀ ਕਿ ਇੰਡੀਆ ਦੀ ਹੈ ਮੈਡੀਸਨ। ਠੀਕ ਹੈ। ਉਹਦੇ ਦੇ ਪਿੱਛੇ ਜੇ ਟੀਵੀ ਦੇ ਉੱਤੇ ਕਾਫੀ ਕੰਟਰੋਵਰਸੀ ਹੋਈ ਹੈ ਕਿ ਕਲੌਟ ਜੰਮ ਜਾਂਦੇ ਆ, ਜੇ ਹੋ ਜਾਂਦੇ, ਇਸ ਕਰਕੇ ਲੋਕ ਆਪਣੀ ਰਜਿਸਟ੍ਰੇਸ਼ਨ ਵੀ ਨਹੀਂ ਕਰਾ ਰਹੇ। ਜੇ ਮੈਂ ਵੀ ਨਹੀਂ ਇਸੇ ਕਰਕੇ ਕਰਾਇਆ ਕਿ ਮੇਰੀ ਏਜ ਹੈਗੀ 69 ਈਅਰ 올ਡ। ਜੀ ਹਾਂ। ਤੇ ਇਹਦੇ ਵਿੱਚ ਕੀ ਡਿਫਰੈਂਸ ਪੈਂਦਾ ਜੀ ਇਹਨਾਂ ਦੋਨਾਂ ਦੇ ਵਿੱਚ, ਐਸਟਰਾਜੈਨਕਾ ਔਰ ਫਾਈਜ਼ਰ? ਦੇਖੋ ਟੀਵੀ ਸਕਰੀਨ ਤੇ ਆਪਾਂ ਐਸਟਰਾਜ਼ੈਨਕਾ ਦੀ ਗੱਲ ਇਹ ਹੈ ਜੀ ਕਿ ਜਿਹੜਾ ਐਸਟਰਾਜੈਨਕਾ ਲੋਕੀ ਨਾ ਐਸਟਰਾਜੈਨਕਾ ਤੋਂ ਕੁਝ ਡਰਦੇ ਆ, ਪਤਾ ਨਹੀਂ ਕੀ ਗੱਲ, ਮੈਨੂੰ ਨਹੀਂ ਸਮਝ ਲੱਗਦੀ। ਕਿਆ ਇਹ ਠੀਕ ਹੈ ਜੀ? ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ ਜੀ। ਸ਼ੁਕਰੀਆ ਕਾਲ ਕਰਨ ਲਈ। ਜਿੰਨੀ ਕੁ ਸਾਡੇ ਕੋਲ ਇਨਫੋਰਮੇਸ਼ਨ ਹੈ ਜੀ ਤੁਹਾਨੂੰ ਉਹ ਜ਼ਰੂਰ ਸਾਂਝੀ ਕਰਾਂਗੇ ਜੀ। ਇਹ ਇੱਕ ਵਾਰੀ ਥੋੜੀ ਜਿਹੀ ਬ੍ਰੇਕ ਆ ਗਈ ਸੀ ਇਸ ਮਾਮਲੇ 'ਚ। ਜੇ ਸੋਚਿਆ ਜਾਵੇ ਜਿਹੜੇ ਉਹ ਕੇਸਿਸ ਹੈਗੇ ਨੇ ਜਿਨ੍ਹਾਂ ਦੇ ਵਿੱਚ ਬਲੌਕੇਜ ਆਈ ਹੈਗੀ ਆ, ਉਹ 0.000 ਕਿਤੇ ਜਾ ਕੇ ਆਉਂਦਾ ਜੀ ਬਣਦਾ। ਇੰਨੇ ਘੱਟ ਕੇਸਿਸ ਹੈਗੇ ਨੇ। ਉਹਦੀ ਗੱਲ ਬੜੀ
ਬੜੀ ਨਿਊਜ਼ 'ਚ ਬਹੁਤ ਵੱਡੀ ਹੋ ਗਈ ਸੀਗੀ, ਜੇ ਕੇਸਿਸ ਬੜੇ ਗਿਣਤੀ ਦੇ ਕੇਸਿਸ ਨੇ। ਇਮੈਜਿਨ ਕਰੋ ਇਦੋਂ ਵੱਧ ਜਿਹੜੇ ਸਾਈਡ ਇਫੈਕਟਸ ਨੇ ਅਜਿਹੀਆਂ ਗੱਲਾਂ ਦੇ, ਤਾਂ ਹੋਰ ਬਹੁਤ ਐਸੀਆਂ ਦਵਾਈਆਂ ਨੇ ਜੀ ਜਿਨ੍ਹਾਂ ਦੇ ਨਾਲ ਉਦੋਂ ਵੱਧ ਇਹ ਗੱਲ ਹੋ ਸਕਦੀ ਹੈ। ਮੈਂ ਬੱਚੇ ਸੁਣਦੇ ਹੁੰਦੇ ਕਈ ਵਾਰੀ, ਮੈਂ ਫਿਰ ਵੀ ਬਰਥ ਕੰਟਰੋਲ ਪਿਲਸ ਹੈਗੀਆਂ ਨੇ ਜੀ, ਉਹਦੇ ਇਦੋਂ ਜ਼ਿਆਦਾ ਸਾਈਡ ਇਫੈਕਟਸ ਨੇ ਜੀ, ਔਰ ਉਹ ਇਹਦਾ ਤਾਂ ਉਹਨਾਂ ਸਾਈਡ ਇਫੈਕਟ ਹੈ ਨਹੀਂ। ਔਨ ਟਾਪ ਆਫ ਦੈਟ ਕੱਲ੍ਹ ਜਾਂ ਪਰਸੋਂ ਸਵਾਲ ਆਇਆ ਸੀਗਾ ਜੀ ਕਿ ਇੱਕ ਜੇ ਐਸਟਰਾਜ਼ੈਨੇਕਾ ਦਾ ਲੱਗਿਆ ਹੈ ਸ਼ਾਟ ਤੇ ਦੂਸਰਾ ਫਾਈਜ਼ਰ ਦਾ ਲੱਗ ਸਕਦਾ। ਇਹਦਾ ਜਵਾਬ ਜੀ ਮੇਰੇ ਖਿਆਲ ਹੈ ਵਿਦਨ ਵੀਕ ਆਉਣਾ ਚਾਹੀਦਾ। ਇੰਗਲੈਂਡ ਦੇ ਵਿੱਚ ਆਲਰੇਡੀ ਇਸ ਦੀ ਸਟੱਡੀ ਹੋ ਰਹੀ ਹੈ, ਔਰ ਉੱਥੇ ਉਹਨਾਂ ਨੇ ਵੋਲੰਟੀਅਰਸ ਨੇ, ਉਹਨਾਂ ਨੇ ਕਈਆਂ ਦੇ ਪਹਿਲਾਂ ਐਸਟਰਾਜ਼ੈਨੇਕਾ ਲਾਇਆ, ਦੂਸਰਾ ਫਾਈਜ਼ਰ ਲਾਇਆ, ਕਈਆਂ ਦੇ ਪਹਿਲਾਂ ਫਾਈਜ਼ਰ ਲਾਇਆ ਤੇ ਦੂਸਰਾ ਐਸਟਰਾਜ਼ੈਨੇਕਾ ਲਾਇਆ। ਸੋ ਇਹਦੀ ਸਟੱਡੀ ਚੱਲ ਰਹੀ ਹੈ ਜੀ, ਵਿਦਨ ਵੀਕ ਔਰ ਸੋ ਇਹਦੀ ਸਟੱਡੀ ਆਉਣੀ ਚਾਹੀਦੀ ਹੈ। ਜਿਵੇਂ ਆ ਗਈ ਅਸੀਂ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ। ਬਿਲਕੁਲ, ਨਾਲ ਸਰਕਾਰ ਨੇ ਮਾਨਤਾ ਪ੍ਰਾਪਤ ਜਿਹੜੀਆਂ ਵੈਕਸੀਨਸ ਨੇ ਉਹਨਾਂ ਨੂੰ ਹੀ ਇੱਥੇ ਲਗਵਾਉਣ ਦੀ ਇਜਾਜ਼ਤ ਦਿੱਤੀ ਆ। ਸੋ ਜੇਕਰ ਤੁਹਾਡੇ ਮਨ 'ਚ ਕੋਈ ਐਵੇਂ ਦਾ ਵਹਿਮ ਹੈ, ਕੈਨੇਡਾ ਸਰਕਾਰ ਨੇ ਗੱਲ ਕਲੀਅਰ ਕਰ ਦਿੱਤੀ ਹੈ, ਜਿਹੜੀ ਵੀ ਸ਼ਿਪਮੈਂਟ ਇਸ ਵਕਤ ਕੈਨੇਡਾ ਵਿੱਚ ਆਈ ਹੈ ਉਹਨਾਂ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਸੋ ਸਾਰੇ ਜਣੇ ਬਿਨਾਂ ਕਿਸੇ ਡਰ ਦੇ ਵੈਕਸੀਨਸ ਲੈ ਸਕਦੇ ਨੇ। ਵੈਸੇ ਅਸੀਂ ਟਿਊਜ਼ਡੇ ਨੂੰ, ਹਰ ਟਿਊਜ਼ਡੇ ਨੂੰ ਡਾਕਟਰ ਬਜਾਜ ਨੂੰ ਆਪਣੇ ਨਾਲ ਜੋੜਦੇ ਹੁੰਦੇ ਹਾਂ। ਵੈਕਸੀਨ ਸੰਬੰਧੀ ਤੁਹਾਡਾ ਕੋਈ ਵੀ ਮਨ 'ਚ ਸਵਾਲ ਹੁੰਦਾ ਨਾ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਦਰਸ਼ਕ ਜੁੜ ਗਏ ਨੇ ਜੀ, ਸਤਿ ਸ਼੍ਰੀ ਅਕਾਲ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਪੁੱਛਣਾ ਚਾਹਨਾ ਸੀ, ਕੈਨੇਡਾ 'ਚ ਰਹਿੰਦੇ ਹਾਂ ਅਸੀਂ, 70 ਸਾਲ ਤੋਂ 75 ਸਾਲ ਦੇ ਵਿੱਚ ਦੀ ਉਮਰ ਦੇ ਹੁਣ ਰਜਿਸਟ੍ਰੇਸ਼ਨ ਕਰਾ ਸਕਦੇ ਆ? ਹਾਂਜੀ, ਤੁਹਾਨੂੰ ਕੱਲ ਜਾਂ ਪਰਸੋਂ ਵੀ ਅਸੀਂ ਦੱਸਿਆ ਸੀਗਾ ਜੀ, ਤੁਸੀਂ ਕਰਵਾ ਸਕਦੇ ਹੋ ਜੀ। ਨਹੀਂ, ਇਹ 70 ਤੋਂ 75 ਸਾਲ ਦੇ ਵਿੱਚ ਕਰਾ ਸਕਦੇ ਕੈਨੇਡਾ ਵਾਲੇ? ਬਿਲਕੁਲ ਜੀ, ਕਰਵਾ ਸਕਦੇ ਹੋ ਜੀ। ਤੁਸੀਂ ਆਪਣੀ ਰਜਿਸਟ੍ਰੇਸ਼ਨ 70 ਤੋਂ 75 ਸਾਲ ਦੇ, ਮੈਂ ਕੱਲ ਕਹਿੰਦੇ ਸੀ ਨਹੀਂ ਕਰਾ ਸਕਦੇ, ਕਰਾ ਸਕਦੇ ਕਿ ਨਹੀਂ? ਕਰਵਾ ਲਓ ਜੀ ਸਰ, ਕਰਵਾ ਲਓ, ਤੁਸੀਂ ਕਰਵਾ ਸਕਦੇ ਹੋ। ਕਰਵਾਓ ਜੀ, ਕਰਵਾਓ ਤੁਸੀਂ ਆਪਦੀ 70 ਤੋਂ 75 ਸਾਲ ਵਾਲੇ। ਹਾਂਜੀ, ਤੁਸੀਂ ਆਪਦੀ ਮਿਊਨਿਸਪੈਲਿਟੀ ਨੂੰ ਫੋਨ ਕਰੋ ਜੀ, ਉਹ ਤੁਹਾਨੂੰ ਲੋਕੇਸ਼ਨ ਦੱਸਣਗੇ ਕਿੱਥੇ ਜਾਣਾ ਜੀ, ਤੁਸੀਂ ਕਿਵੇਂ ਰਜਿਸਟਰ ਕਰਨਾ ਤੇ ਕਿੱਥੇ ਜਾਣਾ, ਸਾਰੀ ਇਨਫੋਰਮੇਸ਼ਨ ਤੁਹਾਡੀ ਮਿਊਨਿਸਪੈਲਿਟੀ ਦੇ ਕੋਲੇ ਹੈ ਜੀ। ਪਲੀਜ਼ ਕਾਲ देयर ਆਫਿਸ 311। ਬਿਲਕੁਲ ਜੀ, 311 ਤੇ ਕਾਲ ਕਰਕੇ ਬਾਕੀ ਜਾਣਕਾਰੀ ਲੈ ਸਕਦੇ ਹੋ। ਬਾਕੀ ਜੇਕਰ ਡੌਰੀਆ ਦੇ ਨੰਬਰ ਹੈ ਜੀ, ਮੈਂ ਤੁਸੀਂ ਖੁਦ ਜੇ ਬਾਈ ਚਾਂਸ ਕੰਪਿਊਟਰ ਨਹੀਂ ਜਾਣਦੇ ਹੈਗੇ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਕਹੋ, ਉੱਥੇ ਕੋਵਿਡ ਵੈਕਸੀਨ ਸ਼ਾਟਸ ਦੇ ਬਾਰੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਜਦੋਂ ਭਰੋਗੇ ਨਾ, ਉੱਥੇ ਸਾਰੀ ਤੁਹਾਨੂੰ ਡਿਟੇਲ ਆ ਜਾਣੀ ਹੈ ਕਿ ਇਸ ਵਕਤ ਕਿਹੜੀ ਚੱਲ ਰਹੀ ਹੈ, ਕਿਹੜੀ ਉਮਰ ਦਿਆਂ ਨੂੰ ਤੁਸੀਂ ਰਜਿਸਟਰ ਕਰ ਸਕਦੇ ਹੋ, ਤੁਹਾਡੀ ਇਸ ਵਕਤ ਮਿਊਨਿਸਪੈਲਿਟੀ ਦੇ ਵਿੱਚ ਕਿੰਨਾ ਨੂੰ ਲੱਗ ਰਹੀ ਹੈ। ਸੋ ਸਾਰੀ ਡਿਟੇਲ ਤੁਹਾਨੂੰ ਮਿਲ ਸਕਦੀ ਹੈ ਉਹਦੇ ਵਿੱਚ। ਜਿਹੜੇ BC ਵਾਲੇ ਨੰਬਰ ਸੀਗੇ 6047802573, 6045371440, 6045945100, 6047836466। ਇਹਨਾਂ ਨੰਬਰਸ ਤੇ ਜੀ ਤੁਸੀਂ ਕਾਲ ਕਰਕੇ ਆਪਦੀ ਜਿਹੜਾ ਸਰੀ ਦੇ ਵਿੱਚ ਗੁਰੂ ਘਰ ਹੈ ਉੱਥੇ ਆਪਦੀਆਂ ਅਪਾਇੰਟਮੈਂਟਸ ਬਣਾ ਸਕਦੇ ਹੋ ਜੀ। ਜੇ ਤੁਹਾਨੂੰ ਨੰਬਰ ਦੁਬਾਰੇ ਫੇਰ ਚਾਹੀਦੇ ਆ, ਸਾਡਾ ਪ੍ਰੋਗਰਾਮ ਅਸੀਂ ਫੇਸਬੁੱਕ ਤੇ ਚੱਲ ਰਿਹਾ ਜੀ, ਬਾਅਦ ਚ ਪਲੇ ਕਰਕੇ ਦੇਖੋ ਨੰਬਰ ਸਾਰੇ ਉੱਤੇ ਆ ਜਾਣਗੇ ਜੀ। ਬਿਲਕੁਲ ਜੀ। ਤੇ ਸਰ ਇਸ ਤੋਂ ਅਗਲੀ ਖਬਰ ਵੱਲ ਅੱਗੇ ਵਧਦੇ ਹਾਂ। ਲੰਡਨ ਦੇ ਵਿੱਚ ਇੱਕ 18 ਸਾਲ ਦੇ ਬੱਚੇ ਨੇ ਆਪਣੀ ਜਾਨ ਦੇ ਦਿੱਤੀ, ਆਪਣੀ ਮਦਰ ਤੇ ਆਪਣੇ ਭਰਾ ਨੂੰ ਬਚਾਉਂਦੇ ਹੋਏ। ਇਹਨਾਂ ਦੇ ਘਰ ਦੇ ਵਿੱਚ ਦਿਨ ਦਿਹਾੜੇ ਚੋਰ ਦਾਖਲ ਹੁੰਦਾ। ਇਹਨਾਂ ਦੇ ਘਰ ਦੇ ਵਿੱਚ ਕੁਝ ਜੈਕਟਸ ਹੋਮਮੇਡ ਬਣ ਰਹੀਆਂ ਸੀ। ਸੋ ਉਹ ਜੈਕਟਸ ਨੂੰ ਚੋਰੀ ਕਰਨ ਲਈ ਜਦੋਂ ਚੋਰ ਦਾਖਲ ਹੋਇਆ ਤਾਂ ਉੱਥੇ ਮਾਂ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਵਿੱਚ ਇਹ 18 ਸਾਲ ਦਾ ਲੜਕਾ ਆ ਗਿਆ, ਉਹਨੇ ਚੋਰ ਨਾਲ ਹੱਥੋਂ-ਪਾਈ ਕੀਤੀ। ਬਾਹਰ ਤੱਕ ਦੋਵੇਂ ਪਹੁੰਚ ਗਏ। ਸੜਕ ਤੇ ਜਦੋਂ ਹੱਥੋਂ-ਪਾਈ ਹੋਈ ਤਾਂ ਇਸ ਲੜਕੇ ਦੇ ਉੱਤੇ, ਗਰਦਨ ਦੇ ਉੱਤੇ ਉਸ ਚੋਰ ਨੇ ਵਾਰ ਕੀਤਾ, ਜਿਹਦੇ ਨਾਲ ਕਾਫੀ ਜ਼ਿਆਦਾ ਬਲੀਡਿੰਗ ਸ਼ੁਰੂ ਹੋ ਗਈ। ਚੋਰ ਤਾਂ ਉੱਥੋਂ ਭੱਜ ਗਿਆ, ਪਰ 18 ਸਾਲ ਦੇ ਇਸ ਬੱਚੇ ਨੇ ਆਪਣੀ ਮਾਂ ਦੀਆਂ ਬਾਹਾਂ ਦੇ ਵਿੱਚ ਹੀ ਦਮ ਤੋੜ ਦਿੱਤਾ। ਸਰ ਕੀ ਕਹੋਗੇ? ਹਾਲਾਂਕਿ ਇਸ ਵਕਤ ਸਥਾਨਕ ਪੁਲਿਸ ਜਿਹੜੀ ਆ ਲੋਕਾਂ ਨੂੰ ਪੁੱਛ ਰਹੀ ਹੈ। ਇੱਥੇ ਇਸ ਵਕਤ ਉਸ ਟਾਈਮ ਇੰਨੀ ਟ੍ਰੈਫਿਕ ਜਾ ਰਹੀ ਸੀ ਕਿ ਕਿਸੇ ਦੀ ਡੈਸ਼ ਕੈਮ ਦੇ ਉੱਤੇ ਕੋਈ ਵੀਡੀਓ ਪਲੇ ਹੋਈ ਹੋਵੇ ਜਾਂ ਕੁਝ ਹੈ, ਕਿਸੇ ਨੇ ਦੇਖਿਆ ਹੋਵੇ ਕੁਝ, ਤਾਂ ਇਸ ਵਕਤ ਉਹਨਾਂ ਤੋਂ ਸਥਾਨਕ ਲੋਕਾਂ ਤੋਂ ਇਸ ਵਕਤ ਮਦਦ ਦੀ ਗੁਹਾਰ ਪੁਲਿਸ ਨੇ ਵੀ ਲਗਾਈ ਹੈ। ਸਰ ਕਰਨ ਦੇਖੋ, ਕਈ ਵਾਰੀ ਕਿੱਧਰ ਨੂੰ ਗੱਲ ਚਲੀ ਜਾਂਦੀ ਹੈ। ਤੁਸੀਂ ਬਿਜ਼ਨਸ ਕਰ ਰਹੇ ਹੋ, ਚੰਗੇ ਵਾਸਤੇ ਕਰ ਰਹੇ ਹੋ, ਅਖੀਰ ਤੁਹਾਡੀ ਉਹ ਜਾਨ ਲੈ ਚਲੀ ਜਾਂਦੀ ਉਹਦੇ ਵਿੱਚ। ਹਾਲਾਂਕਿ ਆਪਾਂ ਆਮ ਬਹੁਤੇ ਲੋਕ ਹੀ ਕਰਦੇ, ਪੁਲਿਸ ਤੁਹਾਨੂੰ ਕਹੂਗੀ ਵੀ ਜੇ ਕੋਈ ਚੀਜ਼ ਹੈਗੀ ਜਾਣ ਦਿਓ, ਪਰ ਜਿਹੜਾ ਤੁਹਾਡਾ ਮੌਕੇ ਦਾ ਰਿਐਕਸ਼ਨ ਹੈ ਨਾ, ਉਸ ਵੇਲੇ ਜਾਣ ਦਿਓ ਕਹਿਣਾ ਬੜਾ ਮੁਸ਼ਕਲ ਹੋ ਜਾਂਦਾ। ਐਕਚੁਅਲੀ ਚੋਰ ਦੇ ਹੱਥ ਵਿੱਚ ਚਾਕੂ ਸੀਗਾ, ਸੋ ਉਹਦੀ ਮਦਰ ਦੇ ਉੱਤੇ ਵੀ ਅਟੈਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਹਦੇ ਵਿੱਚ ਮਾੜੀ ਮੋਟੀਆਂ ਸੱਟਾਂ ਮਦਰ ਨੂੰ ਤੇ ਛੋਟੇ ਭਰਾ ਨੂੰ ਵੀ ਲੱਗੀਆਂ ਨੇ। ਸੋ ਉਹਨਾਂ ਨੂੰ ਬਚਾਉਣ ਲਈ ਉਹ ਖੁਦ ਅੱਗੇ ਆ ਗਿਆ ਤੇ ਇਹਦੀ ਗਰਦਨ ਦੇ ਵਿੱਚ ਨਾਈਫ ਮਾਰਿਆ, ਜਿਹਦੇ ਨਾਲ ਇਸ ਬੱਚੇ ਦੀ ਮੌਤ ਹੋ ਗਈ ਹੈ। ਬੜੀ ਇਟਸ ਅ ਵੈਰੀ ਸੈਡ ਸਟੋਰੀ। ਪਰ ਉਹ ਜਿਵੇਂ ਮੈਂ ਗੱਲ ਕਰਨਾ ਕਿ ਸੀ, ਉਹ ਜਿਹੜੇ ਮੌਕੇ ਦਾ ਹੁੰਦਾ ਨਾ, ਫਿਰ ਤੁਸੀਂ ਉਹ ਰਿਐਕਸ਼ਨ ਹੈ, ਉਹ ਰਿਐਕਸ਼ਨ ਤੁਹਾਨੂੰ ਇਹ ਨਹੀਂ ਕਹਿੰਦਾ ਵੀ ਜਲ ਜਾਣ ਦੇ, ਛੱਡ ਪਰੇ, ਉਹ ਕਹਿੰਦਾ ਮੇਰੀ ਚੀਜ਼ ਹੈ, ਮੇਰੀ ਮਿਹਨਤ ਹੈ, ਇਹ ਬੰਦਾ ਮੇਰੇ ਤੋਂ ਖੋ ਕੇ ਲੈ ਕੇ ਜਾ ਰਿਹਾ, ਹਾਊ ਇਜ਼ ਇਟ ਪੋਸੀਬਲ। ਔਰ ਇਹਦੇ ਵਿੱਚ ਵਿਚਾਰੇ ਦੀ ਜਾਨ ਚਲੀ ਗਈ। ਇਟਸ ਅ ਵੈਰੀ ਸੈਡ ਸਟੋਰੀ। ਲੰਡਨ ਦੇ ਈਸਟ ਐਂਡ ਦੇ ਵਿੱਚ ਇਹ ਗੱਲ ਹੋਈ ਹੈਗੀ ਜੀ। ਪਰਮਾਤਮਾ ਮਿਹਰ ਕਰੇ ਜੀ। ਹੁਸੈਨ ਚੌਧਰੀ ਜੀ ਲੜਕੇ ਦਾ ਨਾਮ ਸੀ ਤੇ ਲਾਅ ਦਾ ਇਹ ਗ੍ਰੈਜੂਏਸ਼ਨ ਦੀ ਫਸਟ ਈਅਰ ਦੇ ਵਿੱਚ ਇਹ ਹੈਗਾ ਸੀ।
ਕਾਲਜ ਦੇ ਵੱਲੋਂ ਵੀ ਕਾਫੀ ਸ਼ੋਕ ਦੇ ਸੰਦੇਸ਼ ਭੇਜੇ ਗਏ ਨੇ। ਜਿੱਥੇ ਇਹਨਾਂ ਦੀ ਡੈਥ ਹੋਈ ਹੈ ਉੱਥੇ ਫਲਾਵਰਸ ਵਗੈਰਾ ਰੱਖੇ ਗਏ ਨੇ। ਗੁਆਂਢੀਆਂ ਦਾ ਕਹਿਣਾ ਕਿ ਕਾਫੀ ਖੁਸ਼ਦਿਲ ਇਨਸਾਨ ਸੀ ਤੇ ਸਰ ਗੁਆਂਢੀ ਤੱਕ ਕਹਿ ਰਹੇ ਨੇ ਕਿ ਜਦੋਂ ਉਹਨਾਂ ਨੇ ਖੂਨ ਨਾਲ ਲੱਥਪੱਥ ਦੇਖਿਆ ਅਸੀਂ ਹੁਣ ਤੱਕ ਨਹੀਂ ਭੁੱਲ ਪਾ ਰਹੇ। ਤੇ ਉਹਨਾਂ ਦਾ 8 ਸਾਲ ਦਾ ਇੱਕ ਬੇਟਾ ਸੀਗਾ ਜਿਹੜਾ ਜਿਹਨੇ ਇਹ ਸਾਰਾ ਕੁਝ ਆਪਣੇ ਅੱਖੀਂ ਦੇਖਿਆ ਤੇ ਉਹ ਹੁਣ ਸਕੂਲ ਨਹੀਂ ਜਾਣਾ ਚਾਹੁੰਦਾ ਹੈਗਾ। ਬਿਲਕੁਲ ਜੀ, ਜਿਹਨੂੰ ਅਸੀਂ ਇੰਗਲਿਸ਼ ਨਾਈਟਮੇਅਰਸ ਕਹਿੰਦੇ ਆ ਜੀ। ਤੁਹਾਨੂੰ ਅਜਿਹੀਆਂ ਗੱਲਾਂ ਆਉਂਦੀਆਂ ਸਮ ਟਾਈਮਸ, ਤੁਹਾਨੂੰ ਸਾਰੀ ਲਾਈਫ ਵਾਸਤੇ ਕੋਈ ਐਸਾ ਇੰਸੀਡੈਂਟ ਹੁੰਦਾ ਤੁਹਾਨੂੰ ਸਾਰੀ ਜ਼ਿੰਦਗੀ ਭੁੱਲਦਾ ਨਹੀਂ ਹੈ। ਤੁਹਾਨੂੰ ਇਹਦਾ ਇਲਾਜ ਕਰਾਉਣਾ ਪੈਂਦਾ ਹੈ ਸਮ ਟਾਈਮਸ। ਐਸੇ ਕਿ ਤੁਸੀਂ ਐਸੀ ਘਟਨਾ ਦੇਖ ਲਈ ਹੈ ਜਿਹੜੀ ਤੁਹਾਡੇ ਮਨ ਦੇ ਉੱਤੇ ਐਸੀ ਛਪ ਜਾਂਦੀ ਹੈ, ਨਿਕਲਦੀ ਨੂੰ। ਉਹ ਜੋ 8 ਸਾਲ ਦਾ ਬੱਚਾ ਹੈ, ਇਟਸ ਨਾਟ ਗੋਇੰ ਟੂ ਬੀ ਈਜ਼ੀ ਫॉर ਹਿਮ। ਇਸੇ ਕਰਕੇ ਜਦੋਂ ਆਪਣੇ ਇੱਥੇ ਸਕੂਲਾਂ ਦੇ ਵਿੱਚ ਕਿਤੇ ਨਾ ਕਿਤੇ ਕੋਈ ਦੁਰਘਟਨਾ ਵਾਪਰ ਜਾਂਦੀ ਹੈ, ਬੱਚਿਆਂ ਦੇ ਨਾਲ ਦੇ ਬੱਚੇ ਦੀ ਡੈਥ ਹੋ ਜਾਂਦੀ, ਕੁਝ ਹੋਰ ਹੋ ਜਾਂਦੀ ਹੈ, ਸਕੂਲ ਦੇ ਵਿੱਚ ਡੈਥ ਹੁੰਦੀ ਹੈ, ਤਾਂ ਇੱਥੇ ਸਰਟਨ ਸਪੈਸ਼ਲਿਸਟ ਆਉਂਦੇ ਨੇ ਬਾਕੀ ਦੇ ਬੱਚਿਆਂ ਨੂੰ ਠੀਕ ਕਰਨ ਵਾਸਤੇ, ਉਹਨਾਂ ਨੂੰ ਸਮਝਾਉਣ ਵਾਸਤੇ, ਉਹਨਾਂ ਨੂੰ ਲੈਟ them walk through all this thing, ਜਿਹਦੇ ਨਾਲ ਉਹਨਾਂ ਤੇ ਇਸ ਚੀਜ਼ ਦਾ ਅਸਰ ਨਾ ਹੋਵੇ। ਬਟ ਇਹਦੀਆਂ ਗੱਲਾਂ ਜੀ ਕਦੇ ਤੁਹਾਡੇ ਮਨ ਚੋਂ ਨਹੀਂ ਨਿਕਲਦੀਆਂ। ਨਾਈਟਮੇਅਰਸ। ਬਿਲਕੁਲ ਸਰ, ਉਧਰ ਮਦਰ ਦਾ ਹਾਲ ਦੇਖੋ ਜਿਨ੍ਹਾਂ ਨੇ ਆਪਦੇ ਹੀ ਹੱਥਾਂ ਦੇ ਵਿੱਚ ਉਹਨਾਂ ਦੇ ਬੇਟੇ ਦੀ ਬੱਚਾ ਦਮ ਤੋੜ ਗਿਆ। ਇਸ ਤੋਂ ਵੱਡੀ ਟ੍ਰੈਜਡੀ ਕੀ ਹੋ ਸਕਦੀ? ਮਾਂ ਦੇ ਹੱਥਾਂ ਦੇ ਵਿੱਚ ਬੱਚੇ ਦਾ, ਔਲਾਦ ਦਾ ਚਲਾ ਜਾਣਾ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਜਿਹੜੀ ਹੈਗੀ ਆ ਥੋੜੀ ਜਿਹੀ ਇਸ ਤੋਂ ਵੱਖਰੀ ਹੈ। ਇਹ ਹੈਗੀ ਆ ਜੀ ਅਮਰੀਕਾ ਦੇ ਵਿੱਚ ਇੱਕ ਪੰਜਾਬੀ ਦੇ ਵੱਲੋਂ ਉੱਥੇ ਅਪਰਾਧ ਕੀਤਾ ਗਿਆ। ਉਸ ਤੋਂ ਬਾਅਦ ਉਸ ਅਪਰਾਧ ਤੋਂ ਬਚਣ ਲਈ ਉਹਨਾਂ ਨੇ ਕੈਨੇਡਾ ਵਿੱਚ ਸ਼ਰਨ ਲਈ। ਕੈਨੇਡਾ 'ਚ ਭੱਜ ਕੇ ਆ ਗਏ, ਪਰ ਇੱਥੇ ਪੁਲਿਸ ਨੂੰ ਸੂਹ ਮਿਲੀ ਤਾਂ ਪੁਲਿਸ ਨੇ ਉਹਨਾਂ ਨੂੰ ਵਾਪਸ ਅਮਰੀਕਾ ਦੇ ਹਵਾਲੇ ਕਰ ਦਿੱਤਾ ਹੈ। ਸਰ ਕੀ ਨਾਮ ਹੈ ਜੀ ਇਹਨਾਂ ਦਾ? ਇਹ ਜੀ ਬਖਸ਼ਿੰਦਰਪਾਲ ਸਿੰਘ ਨੇ ਜੀ। ਇਹ US ਦੇ ਵਿੱਚ ਇਹਨਾਂ ਨੇ ਕੁਝ ਕੀਤਾ ਸੀਗਾ ਜੀ। ਇਹਨਾਂ ਦਾ ਤਰਨ GPS ਟਰੈਕਰ ਪਾਇਆ ਹੋਇਆ ਸੀਗਾ। ਇਹਨਾਂ ਨੇ ਬਾਰਡਰ ਦੇ ਨੇੜੇ ਆ ਕੇ ਉਹ ਟਰੈਕਰ ਆ ਜਿਹੜਾ ਜੀ ਉਹ ਲਾ ਕੇ ਸਿੱਟਿਆ, ਕੱਟ ਕੇ ਸਿੱਟ ਦਿੱਤਾ ਹੋਏਗਾ। ਤੇ ਉਦੋਂ ਮੋਰ ਉਹਨਾਂ ਨੇ ਬਾਰਡਰ ਕ੍ਰਾਸ ਕੀਤਾ। ਸਾਡਾ ਬਹੁਤ ਵੱਡਾ ਬਾਰਡਰ ਹੈ ਜੀ ਜਿਹੜਾ ਕੈਨੇਡਾ US ਦੇ ਵਿੱਚ ਹੈ। ਠੀਕ ਹੈ, ਸਾਰੀਆਂ ਥਾਵਾਂ ਤੇ ਮੇਰੇ ਖਿਆਲ 3000 ਦੇ ਨੇੜੇ ਕਿਲੋਮੀਟਰ ਹੋਗਾ ਜੀ ਇਹ ਜਿਹੜਾ ਬਾਰਡਰ ਹੈ। ਇਹ ਸਾਰੇ ਥਾਂ ਉੱਤੇ ਹਰ ਥਾਂ ਤੇ ਹਰ ਵੇਲੇ ਬੰਦਾ ਨਹੀਂ ਖੜ ਸਕਦਾ। ਸਾਡੇ ਕੋਈ ਫੈਂਸ ਵੀ ਹੈ ਨਹੀਂ ਗੀ। ਔਰ ਇਹ ਜਿਹਨੂੰ ਕਹਿੰਦੇ ਪੋਰਸ ਬਾਰਡਰ ਹੈ ਜੀ, ਔਰ ਲੋਕੀ ਕ੍ਰਾਸ ਕਰਦੇ ਆ। ਔਰ ਇਸ ਨੇ ਕ੍ਰਾਸ ਕਰਕੇ ਬਰੈਂਪਟਨ 'ਚ ਆ ਗਏ ਜੀ ਭਾਈ ਸਾਹਿਬ। ਇਹ ਤੇ ਇੱਥੇ ਇਹਨਾਂ ਨੇ ਕੁਛ ਨਾ ਕੁਛ ਜ਼ਰੂਰ ਕੀਤਾ ਜਿਹੜਾ ਇਹਨਾਂ ਦੇ ਬਾਰੇ ਪਤਾ ਲੱਗਿਆ। ਬਿਲਕੁਲ। ਔਰ ਇਹਨਾਂ ਬਾਰੇ ਪਤਾ ਲੱਗਿਆ ਜੀ ਤੇ ਇਹਨਾਂ ਬਾਰੇ ਰਿਪੋਰਟ ਹੋਈ ਹੈ ਔਰ ਇਹਨਾਂ ਨੂੰ ਫੜ ਕੇ ਡਿਪੋਰਟ ਕਰ ਦਿੱਤਾ ਗਿਆ ਜੀ। ਪਲੀਜ਼ ਪਹਿਲਾਂ ਤਾਂ ਕੋਈ ਗਲਤੀ ਨਾ ਕਰੋ। ਇਹ ਜਿਹੜੀਆਂ ਤੁਹਾਨੂੰ ਤੁਸੀਂ ਇਮੇਜਿਨ ਕਰੋ 26 ਸਾਲ ਦੀ ਉਮਰ ਹੈ ਸਰ ਸਾਰੀ ਹਜੇ ਨਾਲ। ਹਾਂ, ਤੁਸੀਂ ਉਹ ਦੇਖੋ ਜੇ ਇਹਦੇ ਉਹ GPS ਟਰੈਕਰ ਪਾਇਆ ਹੋਇਆ ਸੀਗਾ, ਸੋ ਹੀ ਇਜ਼ ਅਲਾਉਡ ਟੂ ਮੂਵ ਅਰਾਊਂਡ। ਜੇਲ੍ਹ 'ਚ ਨਹੀਂ ਸੀਗਾ ਬੈਠਾ, ਹੁਣ ਜੇਲ੍ਹ 'ਚ ਜਾਏਗਾ। ਠੀਕ ਹੈ, ਉਦੋਂ ਵੀ ਵਰਸ ਹੋ ਜਾਏਗਾ। ਔਰ ਇਹ ਸੋਚਿਆ ਕੀ ਬੰਦੇ ਨੇ, ਸੋਚਣ ਵਾਲੀ ਗੱਲ ਹੈਗੀ ਆ। ਤੁਸੀਂ ਆਪਦਾ ਫਿਊਚਰ ਦੇਖੋ। ਇੱਕ ਤਾਂ ਗਲਤੀ ਕਰਤੀ ਹੋਈ ਹੈ, ਤੁਹਾਨੂੰ ਉਹਦੀ ਸਜ਼ਾ ਮਿਲ ਗਈ ਹੈ, ਤੁਸੀਂ ਸਜ਼ਾ ਭੁਗਤੋ। ਬੀ ਅ ਨਾਈਸ ਸਿਟੀਜ਼ਨ ਅਗੇਨ, ਗੈਟ ਬੈਕ ਇਨਟੂ ਯੂਰ ਲਾਈਫ। ਇਹ ਬੰਦਾ ਉਦੋਂ ਹੀ ਉਲਟ ਕੰਮ ਕਰ ਗਿਆ। ਮਾਈਨਰ ਨਾਲ ਸੈਕਸ਼ੂਅਲ ਅਸੌਲਟ ਤੇ ਨਾਲ ਮਰਡਰ ਦੇ ਚਾਰजेस ਦੇ ਵਿੱਚ ਇਹਨਾਂ ਦੇ ਉੱਤੇ ਜਿਹੜੇ ਦੋਸ਼ ਵਗੈਰਾ ਆਇਦ ਕੀਤੇ ਗਏ ਸੀ ਤੇ ਉਸ ਤੋਂ ਬਾਅਦ ਟਰੈਕਰ ਵੀ ਇਹਨਾਂ ਦੇ ਪੈਰ ਦੇ ਵਿੱਚ ਪਾਇਆ ਗਿਆ ਸੀਗਾ। ਪਰ ਤੁਸੀਂ ਦਿਮਾਗ ਦੇਖੋ ਕਿ ਪਹਿਲਾਂ ਤਾਂ ਤੁਸੀਂ ਜੁਰਮ ਕਰ ਰਹੇ ਹੋ, ਉਸ ਤੋਂ ਬਾਅਦ ਉਹਨੂੰ ਆਪਣੇ ਆਪ ਨੂੰ ਬਚਾਉਣ ਲਈ ਤੁਹਾਨੂੰ ਕੀ ਲੱਗਦਾ ਕਿ ਕੈਨੇਡਾ ਵਿੱਚ ਪੁਲਿਸ ਜਿਹੜੀ ਆ ਤੁਹਾਨੂੰ ਨਹੀਂ ਪਕੜੇਗੀ? ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ। ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ ਸਰ। ਹਾਂਜੀ ਸਰ, ਕਿੱਥੋਂ ਬੋਲ ਰਹੇ ਹੋ? ਕੈਲੀਫੋਰਨੀਆ ਤੋਂ ਬੋਲਦਾ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਜਿੱਥੇ ਦਾ ਮੁੰਡਾ ਭੱਜ ਕੇ ਗਿਆ ਕੈਨੇਡਾ। ਹਾਂਜੀ ਹਾਂਜੀ, ਇਹਦੀ ਡਿਟੇਲ ਬਾਜੀ ਲੈ ਕੇ ਆਇਓ। ਇਹ ਦੱਸਿਓ ਸਮਾਜ ਦੇ ਵਿੱਚ ਇਹ ਕੀਤਾ ਕੀ ਸੀਗਾ ਨਾਲੇ। ਅੱਛਾ, ਤੁਸੀਂ ਥੋੜਾ ਜਿਹਾ ਦੱਸ ਦਿੰਦੇ ਆ। ਅਸੀਂ ਪਤਾ ਗੱਲ ਕੀ ਆ ਗਿੱਲ ਸਾਹਿਬ, ਲੋਕ ਪਰਿਵਾਰ ਦੇਖਦੇ ਆ ਪ੍ਰੋਗਰਾਮ, ਬੱਚੇ ਦੇਖਦੇ ਆ। ਅਸੀਂ ਫਿਰ ਕਈ ਵਾਰੀ ਅਸੀਂ ਉਸ ਜਿਹੀ ਚੀਜ਼ ਥੋੜਾ ਜਿਹਾ ਅਵੋਇਡ ਕਰਦੇ ਆ ਵੀ ਨਾ ਕਿਹਾ ਜਾਵੇ ਜਿਹੜੀਆਂ ਗੱਲਾਂ। ਇਹ ਬੰਦੇ ਨੇ ਗੱਲ ਹਰਕਤ ਕਹਿ ਦਿੰਦੇ ਅਸੀਂ। ਹਰਕਤ ਹੀ ਐਸੀ ਕੀਤੀ ਸੀਗੀ ਜਿਹੜੇ ਕਿ ਅਸੀਂ ਡਿਸਕਸ ਨਹੀਂ ਕਰ ਸਕਦੇ। ਬਟ ਫੜਿਆ ਗਿਆ ਜੀ, ਇਹ ਵਾਪਸ ਭੇਜਿਆ ਗਿਆ ਜੀ ਔਰ ਹੁਣ ਇਹ ਆਪਦੀ ਸਜ਼ਾ ਉਦੋਂ ਵੱਧ ਕਿਤੇ 26 ਸਾਲਾ ਬਖਸ਼ਿੰਦਰਪਾਲ ਸਿੰਘ ਹੈ ਜੀ ਇਹਨਾਂ ਦਾ ਨਾਮ। ਤੇ ਸੈਕਸ਼ੂਅਲ ਅਸੌਲਟ, ਮਾਈਨਰ ਦੇ ਨਾਲ ਸੈਕਸ਼ੂਅਲ ਅਸੌਲਟ ਤੇ ਨਾਲ ਦੀ ਨਾਲ ਮਰਡਰ ਦੇ ਚਾਰजेस ਜਿਹੜੇ ਆ ਇਹਨਾਂ ਦੇ ਉੱਤੇ ਲੱਗੇ ਨੇ। ਤੇ ਸਰ ਆਪਾਂ ਉਹੀ ਗੱਲ ਕਰ ਰਹੇ ਸੀ ਕਿ ਭੱਜ ਕੇ ਜਾਓਗੇ ਕਿੱਥੇ? ਉਹ ਵੀ ਅਮਰੀਕਾ ਵਰਗੀ ਪੁਲਿਸ ਦੇ ਹੱਥੋਂ। ਹਾਂਜੀ, ਨਾਲੇ ਦੇਖੋ ਇੱਥੇ ਕਿਹੜਾ ਨਹੀਂ ਫੜੇ ਜਾਣਾ। ਠੀਕ ਹੈ, ਬਹੁਤ ਕਈਆਂ ਲੋਕਾਂ ਨੂੰ ਇਹ ਹੈਗਾ ਵੀ ਉਹ ਸਾਰੀ ਉਮਰ ਇਲੀਗਲ ਰਹੀ ਜਾਂਦੇ ਆ। ਇਟਸ ਨਾਟ ਈਜ਼ੀ। US ਦੇ ਵਿੱਚ ਬਹੁਤ ਲੋਕ ਨੇ ਜਿਹੜੇ ਉਹ ਰਹਿੰਦੇ ਨੇ। ਸਾਡੇ ਕੈਨੇਡਾ ਵਿੱਚ ਵੀ ਲੋਕ ਹੈਗੇ ਨੇ, ਜ਼ਰੂਰ ਹੋਣਗੇ ਜਿਹੜੇ ਉਹ ਰਹਿੰਦੇ ਸਾਰੀ ਉਮਰ ਕੱਟੇ ਜਾਂਦੇ। ਪਰ ਇਟਸ ਨਾਟ ਈਜ਼ੀ। ਇਮੇਜਿਨ ਕਰੋ ਇਹ ਲੋਕ ਕਿਸੇ ਦੀ ID ਲੈ ਕੇ ਕੰਮ ਕਰੀ ਜਾਂਦੇ ਆ, ਪਰ ਯੂ ਕੈਨ ਨਾਟ ਡਰਾਈਵ। If you're driving someone else's ID। ਬਿਲਕੁਲ ਠੀਕ ਹੈ। ਗਲਤੀ ਨਹੀਂ ਕਰ ਸਕਦੇ, ਸਪੀਡਿੰਗ ਨਹੀਂ ਕਰਦੇ, ਤੁਸੀਂ ਡਰਦੇ ਹੋ ਕੁਛ ਨਾ ਕੁਛ ਗਲਤੀ ਕਰੋਗੇ।
ਫੀਡਿੰਗ ਹੋ ਗਈ ਤਾਂ ਵੀ ਫੜੇ ਕੋਈ ਅਧਿਕਾਰ ਨਹੀਂ ਆਪਣਾ ਜੋ ਤੁਸੀਂ ਇਨਫੈਕਟ ਆਪਣਾ ਹੱਕ ਵੀ ਨਹੀਂ ਮੰਗ ਸਕਦੇ ਤੁਸੀਂ। ਤੁਹਾਡਾ ਕੁਝ ਵੀ ਤੁਹਾਡਾ ਨਹੀਂ ਹੈ ਜੀ। ਜੇ ਤੁਸੀਂ ਕਿਸੇ ਦੀ ਆਈਡੀ ਵਰਤ ਰਹੇ ਹੋ ਤਾਂ ਤੁਸੀਂ ਉਸ ਆਈਡੀ, ਉਹ ਜਿਹਦੀ ਆਈਡੀ ਵਰਤੀ ਹੈ ਉਹਦੀ ਤੁਸੀਂ ਪੈਨਸ਼ਨ ਵਿੱਚ ਵਾਧਾ ਕਰ ਰਹੇ ਹੋ, ਉਹਦੇ ਸਾਰੇ ਫਾਇਦੇ ਕਰ ਰਹੇ ਹੋ, ਤੇ ਤੁਹਾਡੇ ਵਾਸਤੇ ਅਸਲ ਕੁਝ ਵੀ ਹੈ ਨਹੀਂਗਾ। ਤੇ ਫਿਰ ਜੇ ਬੰਦਾ ਸਮਝਦਾ ਸੀਗਾ ਮੈਂ ਕੈਨੇਡਾ ਜਾ ਕੇ ਲੀਗਲ ਲੈ ਕੇ ਨੋ ਇਟਸ ਨਾਟ ਈਜ਼ੀ। ਪਲੀਜ਼ ਪੁੱਠੇ ਕੰਮ ਨਾ ਕਰਿਆ ਕਰੋ, ਸੋਚਿਆ ਨਾ ਕਰੋ। ਜੇ ਇੱਕ ਸਜ਼ਾ ਹੈਗੀ ਹੈ, ਸਜ਼ਾ ਮਿਲੀ ਆ, ਉਹਨੂੰ ਭੁਗਤੋ, ਗੈਟ ਬੈਕ ਇਨਟੂ ਦ ਸੋਸਾਇਟੀ ਅਗੇਨ। ਦੇਰ ਆਰ ਪੋਸੀਬਿਲਿਟੀਜ਼, ਸਾਰੇ ਕੰਟਰੀ ਅਲਾਉ ਕਰਦੇ ਹੈਗੇ ਤੁਹਾਨੂੰ ਮੁੜ ਕੇ ਉਹਦੀ ਵਿੱਚ ਸੋਸਾਇਟੀ ਦੇ ਵਿੱਚ ਤੁਸੀਂ ਆਈਡੀ ਵੀ ਚੇਂਜ ਹੋ ਜਾਂਦੀ ਹੈ। ਇਹ ਵੀ ਐਸੀ ਗੱਲ ਹੈਗੀ ਨੇ ਤਾਂ ਜੋ ਤੁਸੀਂ ਆਈ ਸਜ਼ਾ ਭੁਗਤਦੇ ਹੋ, ਤੁਹਾਨੂੰ ਪਤਾ ਹੈ ਕਾਤਲਾਂ ਦੀਆਂ ਆਈਡੀਜ਼ ਚੇਂਜ ਹੋਈਆਂ ਨੇ, ਤੁਹਾਨੂੰ ਨਹੀਂ ਯਾਦ ਹੋਏਗਾ। ਸਾਡੇ ਜੀ ਇੱਕ ਬਹੁਤ ਕੇਸ ਹੋਇਆ ਸੀ, ਕਾਰਲਾ ਹਮੋਲਕਾ ਸੀਗੀ, ਪਾਲ ਬਰਨਾਡੋ ਦੇ ਨਾਲ ਉਹਨਾਂ ਨੇ ਰਲ ਕੇ ਆਪਣੀ ਕਾਰਲਾ ਹਮੋਲਕਾ ਦੀ ਸਿਸਟਰ ਵੀ ਮਾਰਤੀ ਸੀ, ਉਹਦੀ ਇੱਕ ਸਹੇਲੀ ਵੀ ਮਾਰਤੀ ਸੀ। ਉਹਨਾਂ ਨੂੰ ਸਜ਼ਾ ਹੋਈ ਹੈ। ਜਿਹੜੀ ਕਾਰਲਾ ਹਮੋਲਕਾ ਹੈ ਉਹ ਗਵਾਹ ਬਣ ਗਈ ਵਿੱਚ, ਜਿਹਦੇ ਕਰਕੇ ਵਾਦਾ ਮਾਫ ਗਵਾਹ ਜਿਹਨੂੰ ਕਹਿੰਦੇ ਹੁੰਦੇ, ਉਹ ਬਣ ਗਈ ਤੇ ਉਹ ਪਾਲ ਬਰਨਾਡੋ ਨੂੰ ਸਾਰੀ ਉਮਰ ਦੀ ਸਜ਼ਾ ਹੋਈ ਹੈ। ਉਹਦੀ ਆਈਡੀ ਬਦਲ ਦਿੱਤੀ ਹੈ, ਉਹਦੀ ਆਈਡੀ ਚੇਂਜ ਕਰ ਦਿੱਤੀ ਗਈ ਹੈ ਸਰਕਾਰ ਨੇ, ਔਰ ਉਹ ਵਿਆਹ ਵੀ ਹੋ ਗਿਆ ਉਹਦੇ ਬੱਚੇ ਵੀ ਨੇ, ਤੇ ਉਸ ਵਿਚਰ ਰਹੀ ਹੈ। ਸੋ ਆਈਡੀ ਚੇਂਜ ਹੁੰਦੀ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਭਾਈ ਮੈਂ ਇੰਦਰਜੀਤ ਬੋਲਦਾ, ਮੇਰੀ ਕਾਲ ਕੱਟ ਹੋਈ। ਮੈਂ ਕਿਹਾ ਇਸ ਬੰਦੇ ਨੇ ਟੱਬਰ ਪੂਰਾ ਕਾਲ ਕਰਤਾ ਜੀ। ਇੱਥੇ ਕੈਲੀਫੋਰਨੀਆ ਦੇ ਬੇਕਰਫੀਲਡ ਸਿਟੀ ਪੈਂਦੀ ਆ। ਹਾਂ ਬੇਕਰਫੀਲਡ, ਹਾਂਜੀ ਯੈਸ ਯਾ। ਬੰਦਾ ਸੁਸਾਈਡ ਕਰਕੇ ਵੀ ਇਹਦਾ ਮਾਸੜ ਮਰ ਗਿਆ, ਜਾਨੀ ਕਿ ਕਹਿੰਦਾ ਇਸ ਬੰਦੇ ਦਾ ਭਾਜੀ ਜੋ ਇਹ ਸਮਾਜ 'ਚ ਕੀਤਾ ਹੈ ਇਹ 'ਚ ਕੋਈ ਮਾੜੀ ਗੱਲ ਨਹੀਂ, ਅਕਲ ਹੋ ਗਈ ਮੇਰੇ ਹਿਸਾਬ ਨਾਲ। ਦੱਸੋ ਇਹਨੇ ਕੀ ਕੀਤਾ, ਜੇ ਨਹੀਂ ਮੈਂ ਤਾਂ ਦੱਸ ਨਹੀਂ ਸਕਦਾ ਕਿਉਂਕਿ ਮੇਰੇ ਕੋਲ ਰਾਈਟ ਨਹੀਂ ਹੈਗਾ ਨਾ ਇਸ ਵੇਲੇ, ਤੁਸੀਂ ਲਾਓ ਨਹੀਂ ਕਰ ਸਕਦੇ ਮੈਨੂੰ, ਮੈਂ ਦੱਸਣਾ ਨਹੀਂ ਦੱਸ ਸਕਦਾ। ਠੀਕ ਹੈ ਜੀ, ਥੈਂਕ ਯੂ ਜੀ। ਕਿਉਂਕਿ ਟੱਬਰ ਜਿੱਥੇ ਰਹਿੰਦਾ ਸੀ ਨਾ, ਜਿੱਥੇ ਇਹਨੂੰ ਰੱਖਿਆ ਸੀਗਾ ਉੱਥੇ ਮਤਲਬ ਸ਼ੇਕ ਕੀਤਾ ਸੀਗਾ, ਤੇ ਉਹ ਵਿਚਾਰੇ ਮੁੰਡਾ ਵੀ ਮਤਲਬ 2 ਜਾਨਾਂ ਗਈਆਂ। ਕਹਿਣ ਦਾ ਮਤਲਬ ਇਹਨੂੰ ਆਨੇ ਬਹਾਨੇ ਚਾਹੇ ਇਹਨੂੰ ਤੁਸੀਂ ਜਿੱਦਾਂ ਸ਼ਬਦ ਲੱਗਦੇ ਨਾ ਚੰਗੇ, ਦੱਸੇ ਜ਼ਰੂਰ ਭਾਜੀ, ਸਮਾਜ ਨੂੰ ਪਤਾ ਲੱਗਣਾ ਚਾਹੀਦਾ ਜਿਹੜੇ ਲੋਕ ਕਿੱਦਾਂ ਹੈਲਪ ਕਰਦੇ ਤਾਂ ਕੀ ਕਰਦੇ ਆ। ਜੀ ਬਿਲਕੁਲ ਜੀ ਸਰ, ਹਜੇ ਮਾਮਲਾ ਇਹ ਜਾਂਚ ਅਧੀਨ ਹੈ, ਸੋ ਜ਼ਿਆਦਾ ਡਿਟੇਲਸ ਹਜੇ ਅਸੀਂ ਨਹੀਂ ਦੇ ਸਕਦੇ। ਸਜ਼ਾ ਹੋ ਗਈ ਜੀ, ਫਿਰ ਇਟਸ ਈਜ਼ੀ ਟੂ ਸੇ ਥੀਸ ਥਿੰਗਸ, ਟਿਲ ਦੈਨ ਇਟਸ ਵੈਰੀ ਹਾਰਡ, ਕਿਉਂਕਿ ਕੋਰਟ ਦੇ ਵਿੱਚ ਪਤਾ ਨਹੀਂ ਕਿਹੜੇ ਪਾਸੇ ਨੂੰ ਫੈਸਲਾ ਹੋਣਾ ਜੀ, ਕੀ ਹੋਣਾ। ਤੁਹਾਡੇ ਤੋਂ ਲੱਗਦਾ ਜ਼ਰੂਰ ਹੈ ਜੀ ਕਿ ਇਹ ਬੰਦੇ ਨੇ ਬਹੁਤ ਘਿਨਾਉਣੀ ਹਰਕਤ ਕੀਤੀ ਹੋਈ ਹੈ, ਜਿਹਦੇ ਕਰਕੇ ਅਖੀਰ ਸਜ਼ਾ ਮਿਲਣੀ ਚਾਹੀਦੀ ਜੀ। ਇਫ ਹੀ ਡਿਡ ਦੈਟ, ਐਂਡ ਜੇ ਕਿਤੇ ਇਹਦੇ ਕਾਰਨ ਜਾਨਾਂ ਗਈਆਂ ਨੇ ਤਾਂ ਉਹ ਤੋਂ ਵੀ ਵੱਡੀ ਮਾੜੀ ਗੱਲ ਹੈ ਜੀ। ਬਿਲਕੁਲ ਸਰ, ਤੇ ਆਪਾਂ ਅਗਲੀ ਖਬਰ ਵੱਲ ਅੱਗੇ ਵਧਦੇ ਹਾਂ। ਆਪਾਂ ਇਸ ਖਬਰ ਤੋਂ ਅੱਗੇ ਚਾਹੀਏ ਥੋੜਾ ਜਿਹਾ ਅਮਰੀਕਾ ਦੀ ਖਬਰ ਹੋ ਰਹੀ ਹੈ, ਤਾਂ ਅਮਰੀਕਾ ਦੇ ਥੋੜੇ ਜਿਹੇ ਐਕਸ ਪ੍ਰੈਜ਼ੀਡੈਂਟ ਮਿਸਟਰ ਟਰੰਪ ਦੀ ਗੱਲ ਕਰ ਲਈਏ। ਹਾਲਾਂਕਿ ਇਸ ਵਕਤ ਉਹ ਪ੍ਰੈਜ਼ੀਡੈਂਟ ਨਹੀਂ ਰਹੇ, ਪਰ ਸੁਰਖੀਆਂ ਵਿੱਚ ਉਹ ਲਗਾਤਾਰ ਬਰਕਰਾਰ ਰਹਿੰਦੇ ਨੇ, ਤੇ ਅਜੇ ਵੀ ਜਿਹੜਾ ਹੈ ਉਹਨਾਂ ਦੀ ਸ਼ਾਨ ਦੇ ਵਿੱਚ ਕਮੀ ਨਹੀਂ ਆਈ ਹੈ। ਉਹਨਾਂ ਦੇ ਚਾਹਣ ਵਾਲਿਆਂ ਦੇ ਵਿੱਚ ਵੀ ਥੋੜੀ ਜਿਹੀ ਕਮੀ ਅਜੇ ਨਜ਼ਰ ਨਹੀਂ ਆਉਂਦੀ ਲੱਗ ਰਹੀ। ਖਬਰ ਹੈ ਜੀ ਜੋ ਉੱਥੇ ਅਟੈਕ ਹੋਇਆ ਸੀ ਸਰ, ਰਾਈਟਸ ਹੋਏ ਸੀਗੇ, ਤੇ ਕਿਹਾ ਜਾ ਰਿਹਾ ਵਾ ਕਿ ਟਰੰਪ ਸਾਹਿਬ ਕਹਿ ਰਹੇ ਨੇ ਕਿ ਉੱਥੇ ਕੁਝ ਅਜਿਹਾ ਨਹੀਂ ਹੋਇਆ, ਤੇ ਇਨਫੈਕਟ ਜਿਹੜੇ ਉਹਨਾਂ ਦੇ ਉੱਥੇ ਪਹੁੰਚੇ ਹੋਏ ਸੀ ਸਮਰਥਕ, ਉਹਨਾਂ ਨੇ ਉੱਥੇ ਪੁਲਿਸ ਵਾਲਿਆਂ ਦੇ ਨਾਲ ਜੱਫੀਆਂ ਪਾਈਆਂ ਨੇ, ਕੋਈ ਉਵੇਂ ਦਾ ਹੰਗਾਮਾ ਵਗੈਰਾ ਕੁਝ ਨਹੀਂ ਕ੍ਰੀਏਟ ਹੋਇਆ। ਕਹਿੰਦੇ ਉਹ ਹੱਗੇ ਗਣ ਕਿਸੇ ਦੇਖੋ, ਜੇ ਝੂਠ ਬੋਲਣਾ ਤਾਂ ਐਂ ਬੋਲੋ, ਸਫਾਈ ਨਾ ਬੋਲੋ, ਕੋਈ ਤੁਹਾਡੇ ਤੇ ਸ਼ੱਕ ਨਾ ਹੋਵੇ, ਲੱਗੇ ਨਾ ਵੀ ਅਗਲਾ ਜਿਹੜਾ ਤੀਸਰਾ ਬੰਦਾ ਹੈ ਉਹਨੂੰ ਲੱਗੇਗਾ ਕਿ ਮੈਂ ਪਤਾ ਨਹੀਂ ਕੋਈ ਗਲਤ ਫੁਟੇਜ ਦੇਖ ਲਈ ਹੋਣੀ ਹੈ। ਦੈਟਸ ਰਾਈਟ। ਹਾਂ ਯਾ, ਔਰ ਦੇਖੋ ਕਹਿੰਦੇ ਜੀ ਉਹ ਤਾਂ ਉਹ ਜਿਹੜੀ ਹੁਣ ਉੱਥੇ ਉਹਨੂੰ ਪੁੱਛਿਆ ਸੀ, ਫੌਕਸ ਦੇ ਉੱਤੇ ਪੁੱਛਿਆ ਗਿਆ ਜੀ, ਉਹਨੂੰ ਪੁੱਛਿਆ ਗਿਆ ਕਿ ਇਹ ਉੱਥੇ ਤਾਂ ਹੁਣ ਕੈਪੀਟਲ ਹਿੱਲ ਦੇ ਉੱਤੇ ਰੇਜ਼ਰ ਵਾਇਰ ਲੱਗੀ ਹੋਈ ਹੈ, ਲੋਕੀ ਵੜ ਨਹੀਂ ਸਕਦੇ। ਕਹਿੰਦਾ ਇਸ ਤਾਂ ਕੋਈ ਗੱਲ ਹੈ ਨਹੀਂ ਕਿ ਸ਼ਾਂਤੀ ਹੈਗੀ। ਕਹਿੰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿਉਂ ਉੱਥੇ ਬੰਦ ਕੀਤਾ ਹੈ। ਕਹਿੰਦਾ ਜਦੋਂ ਲੋਕ ਵੀ ਗਏ ਆ, ਕਹਿੰਦਾ ਮੇਰੇ ਜਿਹੜੇ ਸਪੋਰਟਰ ਸੀਗੇ ਉਹ ਜਦੋਂ ਗਏ ਆ, ਦੇਵਰ ਹਗਿੰਗ ਐਂਡ ਕਿਸਿੰਗ, ਕਹਿੰਦਾ ਉਹਨਾਂ ਨੂੰ ਡੋਰ ਖੋਲ ਦਿੱਤੇ ਗਏ ਆ, ਉਹ ਅੰਦਰ ਗਏ ਆ, ਤੇ ਕਹਿੰਦਾ ਸ਼ਾਂਤੀ ਨਾਲ ਹੀ ਉਹ ਬਾਹਰ ਆ ਗਏ। ਆ ਕਮਾਲ ਦੀ ਗੱਲ ਹੈ। ਬਾਕੀ ਮੇਰੇ ਖਿਆਲ ਜਿਹੜੇ ਕੈਮਰੇਜ਼ ਨੇ, ਇੱਕ ਕੈਮਰਾ ਨਹੀਂ ਆ, ਹਜ਼ਾਰਾਂ ਕੈਮਰੇ ਨੇ, ਲੋਕੀ ਲਾਈਵ ਦੇਖ ਰਹੇ ਹੈਗੇ ਆ। ਜਾਂ ਤਾਂ ਉਹ ਬੇਵਕੂਫ ਨੇ ਜਾਂ ਟਰੰਪ ਸਾਹਿਬ ਨੂੰ ਕਹਿੰਦਾ ਬੇਵਕੂਫ ਨੇ, ਜਾਣੀ ਦੀ ਕਿੱਡੀ। ਪਰ ਹੁਣ ਪ੍ਰੋਬਲਮ ਆਈ ਹੋਈ ਹੈ, ਟਰੰਪ ਸਾਹਿਬ ਨਿਊਜ਼ 'ਚ ਆਉਣਾ ਚਾਹੁੰਦੇ ਆ, ਟਰੰਪ ਸਾਹਿਬ ਨਿਊਜ਼ 'ਚ ਆਉਣੋਂ ਹਟੇ ਹੋਏ ਆ। ਟਵਿੱਟਰ ਦਾ ਇਹਨਾਂ ਦੇ ਬੰਦ, ਸੋਸ਼ਲ ਮੀਡੀਆ ਤੇ ਉਹਨਾਂ ਨੂੰ ਥੋੜਾ ਜਿਹਾ ਬੈਨ ਕੀਤਾ ਹੋਇਆ, ਤਾਂ ਕਰਕੇ ਹਜੇ ਲੇਟੈਸਟ ਉਹਨਾਂ ਦੀ ਇਨਫੋਰਮੇਸ਼ਨ ਜ਼ਿਆਦਾ ਨਹੀਂ ਨਿਕਲ ਪਾ ਰਹੀ ਹੈ। ਹਾਂਜੀ, ਫਿਰ ਉਹ ਜੋ ਕੁਝ ਜਿੱਥੇ ਵੀ ਉਹਨਾਂ ਨੂੰ ਸਮਾਂ ਮਿਲਦਾ, ਉਹ ਫਿਰ ਜੋ ਕੋਈ ਇਹੋ ਜਿਹੀ ਗੱਲ ਕਰਨਗੇ ਤਾਂ ਹੀ ਖਬਰ ਆਪਾਂ ਕਿਉਂ ਕਰ ਰਹੇ ਹਾਂ।
ਕਿਆ ਵਾਹਿਆਤ ਕੀਤਾ ਬੰਦਾ, ਕਿਆ ਬੋਲ ਰਿਹਾ, ਆਪਾਂ ਤਾਂ ਹੀ ਕਰ ਰਹੇ ਹਾਂ। ਜੇ ਉਹ ਕਹਿੰਦੇ ਹਾਂ ਯਾਰ ਮਾੜੀ ਗੱਲ ਹੋਈ ਸੀ, ਠੀਕ ਆ, ਹੋਣਾ ਨਹੀਂ ਚਾਹੀਦਾ, ਆਪਾਂ ਗੱਲ ਕਰਨੀ ਸੀਗੀ, ਕਿਉਂਕਿ ਟਰੰਪ ਸਾਹਿਬ ਨੇ ਕਦੇ ਕੋਈ ਸਿੱਧੀ ਗੱਲ ਕਰਨੀ ਨਹੀਂ ਹੈ, ਸਿੱਧੀਆਂ ਨਹੀਂ ਕਰਨਗੇ ਤਾਂ ਹੀ ਇਹ ਖਬਰਾਂ ਦੇ ਵਿੱਚ ਆਉਣਗੇ, ਔਰ ਇਹ ਖਬਰਾਂ ਦੇ ਵਿੱਚ ਆ ਰਹੇ ਆ। ਪਰ ਆਪਾਂ ਅੱਗੇ ਵੀ ਗੱਲ ਕੀਤੀ ਸੀ ਕਿ ਟਰੰਪ ਸਾਹਿਬ ਇਜ਼ ਇਨ ਬਿਗ ਟਰਬਲ। ਇਹ ਜਦੋਂ ਇਹਨਾਂ ਦੀਆਂ ਪਰਤਾਂ ਖੁੱਲਣੀਆਂ ਸ਼ੁਰੂ ਹੋਣ ਆਲਰੇਡੀ ਹੋ ਗਈਆਂ ਨੇ ਜੀ। ਇਹ ਅਗਲੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੇ ਉੱਤੇ ਬਹੁਤ ਕੁਝ ਹੋ ਜਾਣਾ ਜੀ, ਔਰ ਚਾਂਸਸ ਹੈ ਕਿ ਇਹਨਾਂ ਨੂੰ ਕਾਨੂੰਨ ਦੀ ਬੜੀ ਵੱਡੀ ਪਕੜ ਦੇ ਵਿੱਚ ਇਹ ਆਏ ਹੋਏ ਨੇ ਜੀ, ਉਹਨਾਂ 'ਚ ਨਿਕਲਣਾ ਬੜਾ ਮੁਸ਼ਕਲ ਹੈ ਤਰਨ ਜੀ। ਬਿਲਕੁਲ। ਤੇ ਸਰ ਤੁਸੀਂ ਫੌਕਸ ਟੀਵੀ ਦੀ ਗੱਲ ਕੀਤੀ ਹੈ ਤੇ ਇੱਥੇ ਫੌਕਸ ਟੀਵੀ ਦੀ ਵੀ ਗੱਲ ਕਰ ਲਈਏ। ਵਿਵਾਦਾਂ ਵਿੱਚ ਉਹ ਵੀ ਘਿਰ ਚੁੱਕਿਆ ਹੈ ਜੀ। ਫੌਕਸ ਟੀਵੀ ਦੇ ਉੱਤੇ ਮੁਕੱਦਮਾ ਕਰ ਦਿੱਤਾ ਗਿਆ, 1.6 ਬਿਲੀਅਨ ਦੀ ਮਾਨਹਾਨੀ ਦਾ ਮੁਕੱਦਮਾ ਦਰਜ ਕੀਤਾ ਗਿਆ। ਸਰ ਕੀ ਕਹਿਣਾ ਚਾਹੋਗੇ? ਤਰਨ ਜਿਹੜੀ ਫੌਕਸ ਟੀਵੀ ਨੇ ਜਿਹੜੀ ਉਹ ਵੀ ਇਹ ਕੁਛ ਹੀ ਹੈ, ਵੈਸੇ ਇਟਸ ਐਂਟਰਟੇਨਿੰਗ। ਟਰੰਪ ਸਾਹਿਬ ਬੋਲਦੇ ਐਂਟਰਟੇਨਿੰਗ ਹੈ, ਠੀਕ ਹੈ ਵੀ, ਵਾਹ ਕਿਆ ਬਾਤ ਹੈ ਜੀ, ਠੀਕ ਹੈ ਜੀ ਲੱਗਦਾ, ਪਰ ਪਤਾ ਹੈ ਬਕਵਾਸ ਕਰਦੇ, ਪਰ ਅਗਲਾ ਕਹਿੰਦਾ ਬੰਦਾ ਕਿਵੇਂ। ਫੌਕਸ ਟੀਵੀ ਵੀ ਇਹੀ, ਸੌਰੀ ਜੇ ਫੌਕਸ ਵਾਲਿਆਂ ਨੂੰ ਗੁੱਸਾ ਹੋਏਗਾ ਜੀ, ਉਹ ਵੀ ਰਾਈਟ ਵਿੰਗ ਮੀਡੀਆ ਜੀ, ਤੇ ਔਰ ਉਹਨਾਂ ਨੇ ਟਰੰਪ ਸਾਹਿਬ ਦੀ ਹਰੇਕ ਗੱਲ ਦਾ ਹੰਗਾਰਾ ਭਰਿਆ ਸੀ ਕਿ ਵੀ ਹਾਂ ਵੀ ਹੇਰਾ ਫੇਰੀ ਹੋਈ ਹੈ, ਵੋਟਿੰਗ ਮਸ਼ੀਨਸ ਰੌਂਗ ਨੇ, ਜਿਹੜੀ ਸਰਟਨ ਡੋਮਿਨੀਅਨ ਵੋਟਿੰਗ ਮਸ਼ੀਨਸ ਨੇ। ਐਕਚੁਅਲੀ ਡੋਮਿਨੀਅਨ ਵੋਟਿੰਗ ਮਸ਼ੀਨ ਇਜ਼ ਫਰੋਮ ਕੈਨੇਡਾ, ਬਟ ਨਾਓ ਇਟਸ ਅਮਰੀਕਨ ਕੰਪਨੀ। ਔਰ ਉਹਨਾਂ ਨੇ ਉਹਦੇ ਉੱਤੇ ਇਤਰਾਜ਼ ਉਠਾਏ ਗਏ ਸੀਗੇ ਫੌਕਸ ਨਿਊਜ਼ ਚੈਨਲ ਦੇ ਉੱਤੇ, ਕਿਉਂਕਿ ਜਿਹੜੇ ਟਰੰਪ ਸਾਹਿਬ ਆ ਉਹ ਵੀ ਕਰ ਰਹੇ। ਕੱਲਾ ਫੌਕਸ ਤੇ ਨਹੀਂ ਜੀ, ਇਸ ਮਾਮਲੇ 'ਚ ਕੇਸ ਹੈ, ਫੌਕਸ ਤੇ ਹੋਇਆ ਕੇਸ, ਮਿਸਟਰ ਜੂਲੀਆਨੀ ਤੇ ਹੋਇਆ ਜਿਹੜੇ ਕਿ ਇਹਨਾਂ ਦੇ ਲਾਇਰ ਨੇ, ਐਂਡ ਮਿਸਟਰ ਟਰੰਪ ਦੇ ਉੱਤੇ ਹੋਇਆ ਇਸ ਮਾਮਲੇ ਦੇ ਵਿੱਚ ਜੁਮਨੀਆ ਹੈਗਾ ਨੇ। ਔਰ 1.6 ਬਿਲੀਅਨ ਡਾਲਰ ਲਾਟ ਆਫ ਮਨੀ ਹੋਣਾ ਵੀ ਚਾਹੀਦਾ ਸੀਗਾ ਜੀ, ਕਿ ਜਿਹੜੀ ਚੀਜ਼ ਪ੍ਰੂਵਨ ਹੀ ਹੈ ਨਹੀਂ ਕਿ ਤੁਸੀਂ ਉਹਦੇ ਉੱਤੇ ਕਿਵੇਂ ਦੋਸ਼ ਲਾ ਸਕਦੇ ਹੋ। ਬਿਲਕੁਲ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ, ਮੈਂ ਬੀਬਾ ਜੀ, ਮੈਂ ਪ੍ਰੋਫੈਸਰ ਨਿਹਾਲ ਸਿੰਘ ਬੋਲ ਰਿਹਾ ਹਾਂ। ਮੈਂ ਤਾਂ ਬਸ 2 ਮਿੰਟ ਇਹ ਗੱਲ ਕਰਦੇ ਹਾਂ ਮਿੰਟ 'ਚ ਵੀ ਟਰੰਪ ਦਾ ਕਸੂਰ ਨਹੀਂ ਹੈ, ਤੇ ਮੋਦੀ ਦਾ ਆੜੀ ਹੈ, ਜੋ ਮੋਦੀ ਸਿਖਾ ਗਿਆ ਇਹਨੂੰ ਉਹ ਕੁਝ ਕਰਦਾ ਹੈ। ਥੈਂਕ ਯੂ। ਸ਼ੁਕਰੀਆ। ਥੈਂਕ ਯੂ ਭਰਾ ਸਾਹਿਬ, ਸਾਰੀ ਗੱਲ ਇੱਕ ਚੀਜ਼ ਗੱਲ ਨਿਬੇੜਤੀ ਜੀ ਤੁਸੀਂ। ਦੇਖੋ ਜੀ, ਇਹਨਾਂ ਦੀ ਯਾਰੀ ਤਾਂ ਕੋਈ ਗੁੱਝੀ ਨਹੀਂ ਹੈਗੀ ਜੀ, ਔਰ ਇਹਨਾਂ ਦੀ ਯਾਰੀ ਕਰਕੇ ਇਹ ਇੰਡੀਆ ਗਏ ਸੀਗੇ ਤੇ ਬੜੇ ਹਜ਼ਾਰਾਂ ਕਰੋੜਾਂ ਰੁਪਈਆ ਖਰਚਿਆ ਚਾय पे ਚਰਚਾ ਲਈ। ਹਾਂਜੀ ਬਿਲਕੁਲ। ਔਰ ਕਈ ਵਾਰੀ ਕਹਿੰਦੇ ਬਿਆਨ ਵੀ ਇਹਨਾਂ ਦੇ ਇੱਕੋ ਜਿਹੇ ਹੁੰਦੇ ਹੈਗੇ, ਪਤਾ ਨਹੀਂ, ਹੋ ਸਕਦਾ ਸਾਰੇ ਸੱਚੇ ਹੋਣ। ਦੇਖੋ ਜੀ, ਦੋਸਤੀ ਦਾ ਕੁਛ ਤਾਂ ਰੰਗ ਅਸਰ ਦਿਖਾਉਂਦਾ ਹੀ ਹੈ, ਤੇ ਉਧਰ ਤੇ ਦਿਖਾ ਦਿੱਤਾ US ਦੇ ਵਿੱਚ। ਹੁਣ ਦੇਖਦੇ ਹਾਂ ਭਾਰਤ 'ਚ ਕਦੋਂ ਰੰਗ ਦਿਖਾਉਂਦਾ ਹੈ। ਭਾਰਤ ਇਜ਼ ਡਿਫਰੈਂਟ ਜੀ। ਭਾਰਤ ਦੇ ਵਿੱਚ ਇਹ ਨਹੀਂ ਜੀ ਹੋਣਾ। ਮੈਨੂੰ ਦੇਖੋ, ਭਗਤਾਂ ਦੀ ਉੱਥੇ ਵੀ ਕਮੀ ਨਹੀਂ ਹੈਗੀ, ਭਗਤਾਂ ਦੀ ਇੱਥੇ ਕਮੀ ਵੀ ਨਹੀਂ ਹੈ। ਹਾਂਜੀ, ਪਰ ਗੱਲ ਇਹ ਹੈ ਕਈ ਵਾਰੀ ਇਹ ਹੁੰਦਾ ਵੀ ਫਿਰ ਵੀ ਕਈ ਦਲੀਲ ਮੰਨ ਲੈਂਦੇ ਹੁੰਦੇ ਆ। ਮੈਨੂੰ ਨਹੀਂ ਲੱਗਦਾ ਕਿ ਦੇਖੋ ਵੀ ਗੁੱਸਾ ਨਾ ਕਰਿਓ, ਮੋਦੀ ਸਾਹਿਬ ਦੀ ਰਿਪਲੇਸਮੈਂਟ ਹਲੇ ਲੱਗਦਾ ਹੈ ਇਹ ਨਹੀਂ ਗੀ। ਆਪੋਜੀਸ਼ਨ ਬਹੁਤ ਵੀਕ ਹੈ ਜੀ ਇੰਡੀਆ ਦੇ ਵਿੱਚ, ਐਂਡ ਮੋਦੀ ਸਾਹਿਬ ਇਜ਼ ਵੈਰੀ ਸਟਰੋਂਗ। ਐਂਡ ਪ੍ਰੋਡਕਟ ਤਾਂ ਨਹੀਂ ਮੈਂ ਕਰਦਾ, ਜਿਹੜਾ ਜੋ ਕੁਛ ਇਸ ਵੇਲੇ ਚੱਲ ਰਿਹਾ ਜੀ, ਚਾਂਸਸ ਆਰ ਮਿਸਟਰ ਮੋਦੀ ਵਿਲ ਬਿਕਮ ਪ੍ਰਾਈਮ ਮਿਨਿਸਟਰ ਅਗੇਨ। ਥੀਸ ਆਰ ਚਾਂਸਸ। ਚਲੋ ਸਰ, 26 ਮਾਰਚ ਨੂੰ ਵੈਸੇ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ, ਕਿਵੇਂ ਦਾ ਰਿਹਾ? ਹਮਦਰਦ ਟੀਵੀ ਤੇ ਇਹਦੀ ਕਵਰੇਜ ਵੀ ਦਿਖਾਈ ਗਈ ਸੀ। ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਪਸੰਦ ਆਈ ਹੋਣੀ ਹੈ। ਇਹਦੇ ਵਿੱਚ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਇਹਦੇ ਬਾਰੇ ਡਿਸਕਸ਼ਨ ਹੋਏਗੀ। ਸੋ ਸਰ, ਚਾਈਨਾ ਦੀ ਥੋੜੀ ਜਿਹੀ ਗੱਲ ਕਰ ਲਈ। ਇਸ ਵਕਤ ਜਿਵੇਂ ਉੱਥੇ ਉਈਗਰ ਨੂੰ ਲੈ ਕੇ ਕਾਫੀ ਜ਼ਿਆਦਾ ਕਤਲੇਆਮ ਮਚਾਇਆ ਜਾ ਰਿਹਾ ਵਾ। ਸੋ ਕੈਨੇਡਾ ਦੇ ਵਿੱਚ ਵੀ ਇਹ ਗੱਲ ਨੂੰ ਲੈ ਕੇ VOTING ਹੋਈ ਸੀ ਤੇ ਕਿਹਾ ਜਾ ਰਿਹਾ ਸੀ ਕਿ ਉਹਨਾਂ ਦਾ ਜਿਹੜਾ ਕਤਲੇਆਮ ਦਾ ਇਹ ਮੁੱਦਾ ਆ, ਇਹ ਪਾਸ ਕੀਤਾ ਜਾਵੇ। ਸਰ, ਉੱਥੇ ਦੂਜੇ ਪਾਸੇ ਗੱਲ ਕਰੀਏ ਤਾਂ ਚੀਨ ਨੇ ਹੁਣ ਇਸ ਦਾ ਜਵਾਬ ਵੱਖ-ਵੱਖ ਮੁਲਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ। ਚੀਨ ਦੇ ਅੰਦਰੂਨੀ ਮਾਮਲਿਆਂ 'ਚ ਦਖਲਅੰਦਾਜ਼ੀ ਹੁਣ ਚੀਨ ਨੂੰ ਵੀ ਪਸੰਦ ਨਹੀਂ ਆ ਰਹੀ। ਇਹਦੇ ਜਵਾਬ ਦੇ ਵਿੱਚ ਸਭ ਤੋਂ ਪਹਿਲਾਂ UK ਦੇ ਉੱਤੇ ਵਾਰ ਹੋਇਆ, ਤੇ UK ਦੇ ਕੁਝ MPs ਨੂੰ ਜਿਹੜਾ ਆ ਖਾਸ ਤੌਰ ਤੇ ਬੈਨ ਕਰ ਦਿੱਤਾ ਗਿਆ ਚੀਨ ਵਿੱਚ ਐਂਟਰ ਕਰਨ ਤੋਂ। ਦੇਖੋ, ਹੁਣ ਚੀਨ ਦੀ ਜਿਹੜੀ ਹਾਲਤ ਹੈਗੀ ਹੈ, ਇਹ ਇੱਕ ਪਾਸੇ ਨੂੰ ਹੁੰਦਾ ਜਾ ਰਿਹਾ, ਕਾਰਨਰ 'ਚ ਲੱਗਦਾ ਜਾ ਰਿਹਾ। ਤਾਂ ਹੀ ਇਸੇ ਕਰਕੇ ਪਿਛਲੇ ਹਫ਼ਤੇ ਚਾਈਨਾ ਦੀ ਤੇ ਰਸ਼ੀਆ ਦੀ ਆਪਸ ਵਿੱਚ ਬੜੀ ਹਾਇਰ ਲੈਵਲ ਦੀ ਮੀਟਿੰਗ ਹੋਈ ਆ। ਇਹ ਲੱਗਦਾ ਹੈ ਇਹ ਆਪਦਾ ਪੈਕੇਜ ਬਣਾ ਰਹੇ ਨੇ, ਕਿਉਂਕਿ ਜਿਹੜਾ ਵੈਸਟਰਨ ਕੰਟਰੀਜ਼ ਨੇ ਉਹ ਰਸ਼ੀਆ ਦੇ ਅਗੇਂਸਟ ਵੀ ਹੋਣ ਲੱਗੇ ਹੋਏ ਨੇ, ਉਹ ਚਾਈਨਾ ਦੇ ਅਗੇਂਸਟ ਵੀ ਹੋਣ ਲੱਗੇ ਹੋਏ ਨੇ। ਹੁਣ ਜੇ ਚਾਈਨਾ ਨੇ ਪਲਟਵਾਰ ਕੀਤਾ ਹੈ, ਚਾਈਨਾ ਦੇ ਅਗੇਂਸਟ ਜੇ ਤੁਸੀਂ ਬੋਲਦੇ ਹੋ, ਉਹਨਾਂ ਨੇ ਗੱਲ ਕਰਤੀ ਹੈਗੀ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਜੀ, ਸਰਲੈਨ ਹੈਗਾ, ਨੁਸਰਤ ਗਨੀ ਸਾਹਿਬ ਨੇ, ਟਿਮ ਲੌਟਨ ਨੇ, ਤੇ ਬੈਰਨਸ ਕੈਨੇਡੀ ਹੈਗੀ ਹੈ, ਤੇ ਲਾਰਡ ਆਲਟਨ। ਇਹਨਾਂ ਸਾਰਿਆਂ ਨੇ ਜੀ ਜਿਹੜੀ ਇੰਟਰ ਪਾਰਲੀਮੈਂਟਰੀ ਅਲਾਇੰਸ ਔਨ ਚਾਈਨਾ ਸੀਗਾ, ਇਹ ਉਹਦੇ ਉੱਤੇ ਕੰਮ ਕਰਦੇ ਨੇ ਜੀ। ਇਹ ਸਾਰਿਆਂ ਨੂੰ ਚਾਈਨਾ ਨੇ ਬੈਨ ਕਰ ਦਿੱਤਾ ਜੀ, ਕਿਉਂਕਿ ਇਹਨਾਂ ਨੇ ਜਿਹੜੇ ਵੀਗਰਸ ਨੇ ਉਹਨਾਂ ਦੇ ਹੱਕ ਦੇ ਵਿੱਚ, ਉੱਥੇ ਇਹ ਕਮਿਊਨਿਟੀ ਹੈ ਜੀ, ਮੁਸਲਿਮ ਕਮਿਊਨਿਟੀ ਹੈ, ਔਰ ਉਹਦੇ ਉੱਤੇ ਬਹੁਤ ਜੋ ਕੁਛ ਬਾਹਰ ਰਿਪੋਰਟਸ ਆ ਰਹੀਆਂ ਨੇ, ਉਸ ਕਮਿਊਨਿਟੀ ਦੇ ਉੱਤੇ ਬਹੁਤ ਜ਼ਿਆਦਾ ਜ਼ਬਰ ਜ਼ੁਲਮ
ਕੀਤਾ ਜਾ ਰਿਹਾ ਔਰ ਈਵਨ ਉਹਨਾਂ ਦੀ ਆਉਣ ਵਾਲੀਆਂ ਨਸਲਾਂ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੂੰ ਵੂਮਨਸ ਨੂੰ ਸਟਰਲਾਈਜ਼ ਕੀਤਾ ਜਾ ਰਿਹਾ ਕਿ ਉਹਨਾਂ ਦੇ ਬੱਚੇ ਨਾ ਹੋ ਸਕਣ, ਐਸੀਆਂ ਗੱਲਾਂ ਹੋ ਰਹੀਆਂ ਨੇ। ਔਰ ਜਦੋਂ ਖਬਰਾਂ ਬਾਹਰ ਆਉਂਦੀਆਂ ਨੇ ਤਾਂ ਸਾਡੇ ਰਿਗਾਰਡਲੈਸ ਦੁਨੀਆ ਦੇ ਵਿੱਚ ਜਿਹੜੇ ਹਿਊਮਨ ਰਾਈਟਸ ਵਾਲੇ ਆ ਉਹ ਬੜੀ ਦੇਰ ਦੇ ਇਹ ਗੱਲ ਚੱਕ ਰਹੇ ਨੇ ਔਰ ਉਹ ਇਹ ਗੱਲਾਂ ਚੱਕ ਰਹੇ ਨੇ। ਮੈਨੂੰ ਇੱਕ ਵਾਰੀ ਜ਼ਰੂਰ ਤਰਨ ਮੇਰੀ ਸਮਝ ਨਹੀਂ ਆਉਂਦੀ ਹੁੰਦੀ, ਮੈਂ ਪਲੀਜ਼ ਡੋਂਟ ਟੇਕ ਮੀ ਦੈਟ ਵੇ, ਵੀ ਜਿੰਨੇ ਮੁਸਲਿਮ ਕੰਟਰੀਜ਼ ਨੇ, ਬਹੁਤ ਕੰਟਰੀਜ਼ ਨੇ ਜਿਹੜੇ ਮੁਸਲਿਮ ਨੇ, ਮੀਨ ਉਹਨਾਂ ਦਾ ਜਿਹੜਾ ਧਰਮ ਹੈਗਾ ਮੁਸਲਿਮ ਹੈ, ਉਹ ਵੀਗਰਸ ਦੇ ਹੱਕ ਵਿੱਚ ਕਿਉਂ ਨਹੀਂ ਬੋਲਦੇ? ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵਾਈ ਦੇ ਆਰ ਨਾਟ ਸੇਇੰਗ ਉਹ ਵੀ ਮੁਸਲਿਮ ਭਰਾ ਨੇ, ਉਹਨਾਂ ਦੇ ਹੱਕ 'ਚ ਉਹ ਕਿਉਂ ਨਹੀਂ ਬੋਲਦੇ? ਹੋਰ ਕੰਟਰੀਜ਼ ਬੋਲ ਰਹੇ ਨੇ, ਹੋਰ ਧਰਮਾਂ ਵਾਲੇ ਬੋਲ ਰਹੇ ਨੇ। ਸਾਡੇ ਕੈਨੇਡੀਅਨਸ ਨੇ ਇਸ ਬਾਰੇ ਗੱਲ ਕੀਤੀ ਹੈ, US ਵਾਲਿਆਂ ਨੇ ਗੱਲ ਕੀਤੀ ਹੈ, UK ਵਾਲਿਆਂ ਨੇ ਗੱਲ ਕੀਤੀ ਹੈ, ਯੂਰਪ ਦੇ ਵਿੱਚ ਹੋਰ ਕੰਟਰੀ ਵੀ ਬੋਲਣਗੇ। ਮੈਨੂੰ ਲੱਗਦਾ ਅਖੀਰ ਆਸਟ੍ਰੇਲੀਆ ਵੀ ਇਸ ਮਾਮਲੇ ਤੇ ਬੋਲੇਗਾ, ਫਰਾਂਸ ਵੀ ਬੋਲੇਗਾ ਜ਼ਰੂਰ, ਜਿਹੜੇ ਸਾਰੇ ਚੱਲ ਰਿਹਾ ਹੈਗਾ। ਪਰ ਜਿਹੜੇ ਸਾਊਦੀ ਅਰੇਬੀਆ ਹੈਗਾ, ਮਿਡਲ ਈਸਟਰਨ ਕੰਟਰੀਜ਼ ਹੈਗੇ ਨੇ, ਪਾਕਿਸਤਾਨ ਮੁਸਲਿਮ ਕੰਟਰੀ ਆ, ਇਹ ਕਿਉਂ ਨਹੀਂ ਇਹਨਾਂ ਬਾਰੇ ਬੋਲ ਰਹੇ? ਮੈਨੂੰ ਕਈ ਵਾਰੀ ਬਹੁਤ ਸਮਝ ਨਹੀਂ ਆਉਂਦੀ ਹੁੰਦੀ ਆ। ਜੇ ਕੋਈ ਇਸ ਗੱਲ ਦਾ ਕਿਸੇ ਕੋਲ ਜਵਾਬ ਹੈਗਾ ਜੀ, ਆਈ ਲਵ ਟੂ ਹੀਅਰ ਦੈਟ। ਵੀ ਐਸੀ ਕਿਹੜੀ ਗੱਲ ਹੈਗੀ ਹੈ ਕਿ ਇਹ ਕੰਟਰੀਜ਼ ਉਹਨਾਂ ਚਾਈਨਾ ਵਾਲੇ ਮੁਸਲਿਮਸ ਦੇ ਅਗੇਂਸਟ ਉਹ ਹੱਕ 'ਚ ਕਿਉਂ ਨਹੀਂ ਬੋਲ ਰਹੇ? ਹੋਰਾਂ ਥਾਵਾਂ ਤੇ ਵੀ ਕਿਤੇ ਬੋਲਦੇ, ਘੱਟ ਬੋਲਦੇ ਵੈਸੇ। ਹਾਂਜੀ, ਹਾਲਾਂਕਿ ਬੰਗਲਾਦੇਸ਼ ਵਿੱਚ ਜੋ ਹੋਇਆ ਸੀ ਉਹਦੇ ਅਗੇਂਸਟ ਵੀ ਕੋਈ ਬਹੁਤਾ ਨਹੀਂ ਕੋਈ ਬੋਲੇ ਹੈਗੇ, ਉੱਥੇ ਵੀ ਮੁਸਲਮਾਨਾਂ ਨਾਲ ਜਿਵੇਂ ਹੋਇਆ ਵਾ ਸਾਰਾ ਕੁਝ। ਹਾਂ, ਜਿਹੜੇ ਉਹ ਰੋਹਿੰਗਾ ਮੁਸਲਮਾਨ ਬਰਮਾ ਦੇ ਵਿੱਚੋਂ ਜਿਹੜੇ ਆਏ ਸੀਗੇ, ਉਹਨਾਂ ਬਾਰੇ ਵੀ ਇੰਨਾ ਕੁਛ ਨਹੀਂ ਕੀਤਾ ਗਿਆ। ਆਈ ਡੋਨਟ ਨੋ ਵਾਈ ਦਿਸ ਇਜ਼ ਹੈਪਨਿੰਗ, ਦੇ ਸ਼ੁੱਡ ਬੀ ਸਪੀਕਿੰਗ। ਬਿਲਕੁਲ ਸਰ, ਉੱਥੇ ਦੂਜੇ ਪਾਸੇ ਹਾਂਗਕਾਂਗ ਦੀ ਗੱਲ ਕਰੀਏ, ਹਾਂਗਕਾਂਗ ਦਾ ਮੁੱਦਾ ਵੀ ਕਾਫੀ ਗਰਮਾ ਰਿਹਾ। ਬਹੁਤ ਸਾਰੇ ਮੁਲਕਾਂ ਨੇ ਕਿਹਾ ਕਿ ਜੇਕਰ ਹਾਂਗਕਾਂਗ ਦੇ ਲੋਕ ਇਸ ਵਕਤ ਜੋ ਉੱਥੇ ਹਾਲਾਤ ਬਣੇ ਹੋਏ ਨੇ ਦੇਖਦੇ ਹੋਏ ਸਾਡੇ ਮੁਲਕਾਂ ਵਿੱਚ ਆਉਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਪਨਾਹ ਦਿੱਤੀ ਜਾਏਗੀ, ਜਿਹਦੇ ਵਿੱਚ ਕੈਨੇਡਾ ਵੀ ਇੱਕ ਹੈ। ਸੋ ਹੁਣ ਜੋ ਖਬਰਾਂ ਸਾਹਮਣੇ ਆ ਰਹੀਆਂ ਨੇ ਤਾਂ ਹਾਂਗਕਾਂਗ ਦੇ ਲੋਕ ਹੁਣ ਵੱਡੀ ਗਿਣਤੀ ਵਿੱਚ ਆਪਣਾ ਕਾਰੋਬਾਰ ਸਮੇਟ ਕੇ ਦੂਜੇ ਮੁਲਕਾਂ ਵੱਲ ਸ਼ਿਫਟ ਕਰਨ ਦੀਆਂ ਤਿਆਰੀਆਂ ਦੇ ਵਿੱਚ ਨੇ, ਕਾਫੀ ਹੱਦ ਤੱਕ ਕਰ ਵੀ ਰਹੇ ਨੇ। ਜਿਹੜੀ ਇਲੈਕਟ੍ਰੋਨਿਕ ਫੰਡ ਟਰੈਕ ਕਰਦੀ ਹੈ ਜੀ, ਫਿਨ ਟਰੈਕ ਹੈਗੀ ਆ, ਉਹਦੇ ਮੁਤਾਬਕ ਲੀਗਲ ਤੌਰ ਤੇ 43.6 ਬਿਲੀਅਨ ਡਾਲਰਸ ਕੈਨੇਡਾ 'ਚ ਆਇਆ ਜੀ। ਓਕੇ, ਹੁਣ ਤੱਕ ਇਮੇਜਿਨ ਕਰੋ ਕਿੰਨਾ ਪੈਸਾ ਉੱਥੋਂ ਨਿਕਲ ਰਿਹਾ। ਕਿਉਂ ਨਿਕਲ ਰਿਹਾ? ਉਹ ਬਾਕੀ ਚਾਈਨਾ ਦੇ ਸਤਾਏ ਹੋਏ ਨੇ ਔਰ ਚਾਈਨਾ ਨਹੀਂ ਚਾਹੁੰਦਾ ਕਿ ਪੈਸਾ ਨਿਕਲੇ ਉੱਥੋਂ, ਪਰ ਇਹ ਪੈਸਾ ਹਲੇ ਨਿਕਲ ਗਿਆ ਜਿਹੜਾ ਆਉਣਾ ਸੀ। ਹਲੇ ਹੋਰ ਬਹੁਤ ਆ ਰਿਹਾ, ਆਏਗਾ ਵੀ, ਕਿਉਂਕਿ ਇਹ ਜਿਹੜੇ ਸਾਡੇ ਕੰਟਰੀਜ਼ ਨੇ ਇਹ ਐਵੇਂ ਨਹੀਂ ਕਹਿ ਰਹੇ ਵੀ ਆ ਜਾਓ ਤੁਹਾਨੂੰ ਅਸੀਂ ਇਮੀਗ੍ਰੇਸ਼ਨ ਦੇਵਾਂਗੇ। ਠੀਕ ਹੈ, ਉਹਨਾਂ ਨਾਲ ਧੱਕਾ ਵੀ ਹੋ ਰਿਹਾ। ਅਸੀਂ ਇੱਥੇ ਸੈਟਲ ਕਰਨ ਵਾਸਤੇ ਸਾਡੀ ਕੈਨੇਡੀਅਨ ਗਵਰਨਮੈਂਟ ਨੇ ਵੀ ਕਿਹਾ, ਆਸਟ੍ਰੇਲੀਆ ਨੇ ਵੀ ਕਿਹਾ, UK ਨੇ ਵੀ ਕਿਹਾ, ਅਤੇ US ਨਹੀਂ ਉਸ ਥਾਂ ਤੇ ਪਹੁੰਚਿਆ। ਇਹ ਸਾਰੇ ਰੈਡੀ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਇਮੀਗ੍ਰੇਸ਼ਨ ਦੇਣ ਵਾਸਤੇ ਕਿ ਚਾਈਨਾ ਉੱਥੇ ਧੱਕਾ ਕਰ ਰਿਹਾ ਹੈਗਾ। ਸਰ, ਤੁਹਾਨੂੰ ਯਾਦ ਹੋਵੇ ਆਪਾਂ ਲਗਭਗ 2 ਹਫ਼ਤੇ ਪਹਿਲਾਂ ਵੀ ਇੱਕ ਖਬਰ ਕੀਤੀ ਸੀ, ਜਦੋਂ ਚੀਨ ਦੇ ਵਿੱਚ ਜਿਹੜਾ ਹੈ ਉੱਥੇ ਵੀਜ਼ਾ ਆਫਿਸ ਨੂੰ ਲੈ ਕੇ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਉੱਥੇ ਪ੍ਰਾਈਵੇਸੀ ਦੇ ਕਰਕੇ ਕਾਫੀ ਪ੍ਰੋਬਲਮ ਹੋ ਸਕਦੀ ਆ। ਸੋ ਐਵੇਂ ਦੀ ਮੈਟਰਸ ਦੇ ਕਰਕੇ ਜਿਹੜਾ ਇਹ ਮੁੱਦਾ ਚੁੱਕਿਆ ਗਿਆ, ਕਿਉਂਕਿ ਜੇ ਹਾਂਗਕਾਂਗ ਦੇ ਲੋਕ ਕੱਲ ਨੂੰ ਵੀਜ਼ੇ ਲਈ ਅਪਲਾਈ ਕਰਦੇ ਆ ਤਾਂ ਸਾਰੀ ਪਹਿਲਾਂ ਉਹਨਾਂ ਦੀ ਡਿਟੇਲ ਲਈ ਜਾਏਗੀ ਕਿ ਕਿੱਥੋਂ ਦੀ ਕਰਨੇ ਆ, ਕਿਹੜੇ ਬੇਸ ਦੇ ਉੱਤੇ ਕਰਨਾ, ਕਿ ਇਹ ਚਾਈਨਾ ਛੱਡ ਕੇ ਜਾਣਾ ਚਾਹੁੰਦੇ ਨੇ, ਜੇ ਜਾਣਾ ਚਾਹੁੰਦੇ ਨੇ ਕਿਉਂ ਜਾਣਾ ਚਾਹੁੰਦੇ ਨੇ। ਸੋ ਇਹ ਸਾਰੀ ਡਿਟੇਲਸ ਲਈਆਂ ਜਾਣਗੇ ਤੇ ਮੁੜ ਕੇ ਇਹਨਾਂ ਦੇ ਉੱਤੇ ਇਸ ਨੂੰ ਮਿਸਯੂਜ਼ ਕੀਤਾ ਜਾਏਗਾ। ਤਾਂ ਹੀ ਸਾਡੀ ਸਰਕਾਰ ਇੱਥੇ ਸਾਡੀ ਆਪੋਜੀਸ਼ਨ ਨੇ ਕੁਐਸਚਨ ਕੀਤਾ ਸੀਗਾ ਇੱਥੇ ਕਿ ਤੁਸੀਂ ਜਿਹੜੇ ਚਾਈਨੀਜ਼ ਐਮਬੈਸੀ ਦੇ ਵਿੱਚ ਕੈਨੇਡੀਅਨ ਐਮਬੈਸੀ 'ਚ ਜਿਹੜੇ ਉੱਥੇ ਚਾਈਨੀਜ਼ ਲੋਕ ਕੰਮ ਕਰਦੇ ਨੇ ਉਹਨਾਂ ਦੀ ਬੈਕਗਰਾਉਂਡ ਚੈੱਕ ਕਿਵੇਂ ਕੀਤੀ, ਉਹ ਸਾਰੀ ਰਿਪੋਰਟ ਦਿੰਦੇ ਨੇ। ਬਟ ਤੁਸੀਂ ਇਮੇਜਿਨ ਕਰੋ ਕਿੰਨਾ ਪੈਸਾ ਸਾਡੇ ਕੈਨੇਡਾ ਦੇ ਵਿੱਚ ਆ ਰਿਹਾ ਔਰ ਬਾਕੀ ਦੇਸ਼ਾਂ ਦੇ ਵਿੱਚ ਆ ਰਿਹਾ। ਹਾਂਗਕਾਂਗ 'ਚ ਕਿੰਨਾ ਪੈਸਾ? ਬਿਲਕੁਲ ਐਵੇਂ ਨਹੀਂ ਇੱਥੇ ਦੀ ਰਿਸਪੀਡ ਥੱਲੇ ਜਾਂਦੀ। ਜਿਹੜੇ ਕਹਿੰਦੇ ਜੀ ਇਹ ਤੁਹਾਨੂੰ ਅੱਗੇ ਕਹਿੰਦਾ ਇਹ ਊਠ ਦੇ ਬੁੱਲ ਵਾਲੀ ਗੱਲ ਹੈਗੀ ਆ, ਇਹ ਡਿੱਗਣਾ ਨਹੀਂ ਹੈ, ਮਾੜਾ ਮੋਟਾ ਹੀ ਡਿੱਗੂ, ਜੇ ਕਿਤੇ ਡਿੱਗਿਆ ਤਾਂ ਇਹ ਗੱਲ ਜ਼ਰੂਰ ਹੈਗੀ ਹੈ ਕਿ ਆਮ ਜਿਹੜਾ ਬੱਚਾ ਹੈ ਇਸ ਵੇਲੇ ਯੂਨੀਵਰਸਿਟੀ ਐਜੂਕੇਸ਼ਨ ਲੈ ਕੇ ਨਿਕਲਿਆ, ਉਹਨੂੰ GTA ਦੇ ਵਿੱਚ ਘਰ ਲੈਣਾ ਇਕੱਲੇ ਵਾਸਤੇ ਇਟਸ ਨਾਟ ਈਜ਼ੀ ਐਂਡ ਇਟਸ ਗੈਟਿੰਗ ਹਾਰਡਰ ਐਂਡ ਹਾਰਡਰ। ਬਿਲਕੁਲ ਸਰ, ਤੇ ਇੱਥੇ ਖਬਰਾਂ ਦਾ ਸਿਲਸਿਲਾ ਸਮਾਪਤ ਕਰਦੇ ਹਾਂ। ਅਗਲਾ ਪ੍ਰੋਗਰਾਮ ਵੀ ਸਾਡਾ ਤਿਆਰ ਹੈ ਤੇ ਦਰਸ਼ਕਾਂ ਲਈ ਹਮੇਸ਼ਾ ਇੱਕ ਸਵਾਲ ਹੁੰਦਾ। ਅੱਜ ਦਾ ਕੀ ਸਵਾਲ ਹੈ? ਸੋ ਇਹ ਜੀ ਇਉਂ ਕਹਿ ਲਓ, ਚਾਹੇ ਨਹਿਰ ਕਹਿ ਲਓ, ਚਾਹੇ ਦਰਿਆ ਕਹਿ ਲਓ, ਮੈਨ ਮੇਡ ਹੈ ਜੀ ਇਹ। ਓਕੇ, ਇਹ ਜੀ 193 ਕਿਲੋਮੀਟਰ ਲੰਬਾ ਹੈ। ਇਹ 1855 ਤੇ 1860 ਦੇ ਵਿਚਾਲੇ ਬਣਾਇਆ ਗਿਆ ਸੀਗਾ ਜੀ। ਇਹਦਾ ਕੰਮ ਚੱਲਦਾ ਕੀਤਾ ਗਿਆ ਸੀ। ਇਹ 2 ਵੱਡੇ ਸਮੁੰਦਰਾਂ ਨੂੰ ਮਿਲਾਉਂਦਾ ਜੀ। ਜਦੋਂ ਇਹ ਬਣਾਇਆ ਸੀਗਾ, ਸ਼ੁਰੂ ਕਰ ਦਿੱਤਾ ਗਿਆ ਸੀਗਾ, ਇਹਦੇ ਨਾਲ ਇੱਕ ਬਹੁਤ ਲੰਬਾ ਰੂਟ ਸ਼ਾਰਟਕਟ ਹੋ ਗਿਆ ਸੀਗਾ। 8900 ਕਿਲੋਮੀਟਰ ਸ਼ਾਰਟ ਹੋ ਗਿਆ ਸੀ। ਇਮੈਜਿਨ ਕਰੋ ਕਿੰਨੇ ਉੱਪਰੋਂ ਕੰਟੀਨੈਂਟਸ ਦੇ ਉੱਤੋਂ, ਕੰਟੀਨੈਂਟ ਕਹਿ ਰਹੇ ਚੇਤੇ ਰੱਖਿਓ, ਉਹਦੇ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ ਸੀਗਾ। ਤੇ ਹੁਣ ਇਹ ਇਸ ਕਰਕੇ ਹੈਗਾ ਜੀ, ਜਿੰਨੀ ਵੀ ਇਹਦੇ 'ਚ
ਕਿਸੇ ਵੇਲੇ ਜਦੋਂ ਪਹਿਲਾਂ ਬਣਿਆ ਸੀਗਾ 47 ਸ਼ਿਪਸ ਹਰ ਰੋਜ਼ ਇਹਦੇ ਵਿੱਚੋਂ ਆ ਜਾ ਸਕਦੇ ਸੀਗੇ ਤੇ ਇਹਦੇ ਵਿੱਚੋਂ ਹੁਣ ਜੋ ਉਧਰੋਂ ਵੀ ਸ਼ਿਪ ਆਉਂਦਾ ਇਧਰੋਂ ਵੀ ਸ਼ਿਪ ਆਉਂਦਾ, ਕਈ ਵਾਰੀ ਥਾਂ ਤੁਸੀਂ ਉਹ ਕ੍ਰਾਸ ਕਿਵੇਂ ਕਰਨਾ, ਸਰਟਨ ਥਾਵਾਂ ਬਣਾਈਆਂ ਹੋਈਆਂ ਸੀਗੀਆਂ, ਉਸ ਥਾਂ ਦੇ ਉੱਤੇ ਆ ਕੇ ਫਿਰ ਉਹ ਸ਼ਿਪ ਇੱਕ ਦੂਜੇ ਨੂੰ ਕ੍ਰਾਸ ਕਰਦੇ ਸੀਗੇ। ਠੀਕ ਹੈ, ਲਓ ਜੀ ਕਾਲਰ ਕਾਲ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ, ਲਹਿਰ ਸਵੇਜ ਜੀ। ਯਾਰ ਸੁਏਜ ਜੀ ਕਿੱਥੋਂ ਬੋਲ ਰਹੇ ਹੋ ਜੀ? ਬ੍ਰਹਮ ਤੋਂ ਬੋਲ ਰਿਹਾ ਹਰਨੇਕ ਸਿੰਘ ਜੀ। ਜੀ Thank you ਸ਼ੁਕਰੀਆ ਜੀ, ਜੀ, ਬਹੁਤ ਬਹੁਤ ਕਾਲ ਕਰਨ ਲਈ, ਥੈਂਕ ਯੂ ਇਹ ਫਿਰ ਉਹਦੇ ਚ ਹੁਣ ਉਦੋਂ ਮਗਰੋਂ ਇਹ ਫਿਰ ਚੌੜੀ ਕਰ ਦਿੱਤੀ ਗਈ ਹੈ ਔਰ ਜਦੋਂ ਇਹ ਚੌੜਾ ਕਰ ਦਿੱਤਾ ਗਿਆ ਤੇ ਉਹਦੇ ਚ ਤਕਰੀਬਨ 100 ਤੋਂ ਉੱਪਰ ਜਿਹੜੇ ਸ਼ਿਪਸ ਨੇ ਉਹ ਹਰਡਲਸ ਆ ਜਾ ਸਕਦੇ ਨੇ। ਇਮੇਜਿਨ ਕਰੋ ਇੰਨੇ ਸ਼ਿਪ ਉੱਥੋਂ ਲੰਘਦੇ ਹੈਗੇ ਆ। ਤੇ ਇਹ ਇੱਕ ਗੱਲ ਹੋਰ ਹੈ ਇਹਦੀ, ਚਾਹੇ ਕਈ ਦੇਸ਼ਾਂ ਨੇ ਇਸ ਵਿੱਚ ਰਾਜੀਨਾਮਾ ਕੀਤਾ ਹੋਇਆ, ਚਾਹੇ ਹੈ ਇੱਕ ਦੇਸ਼ ਦੇ ਵਿੱਚ ਹੀ, ਵੀ ਇਹ ਜਿਹੜਾ ਰਾਹ ਹੈਗਾ ਇਹ ਹਮੇਸ਼ਾ ਖੁੱਲਾ ਰਹੇਗਾ, ਲੜਾਈ ਵਿੱਚ ਵੀ ਖੁੱਲਾ ਰਹੇਗਾ ਔਰ ਵਿਦਆਊਟ ਐਨੀ ਡਿਸਟਿੰਕਸ਼ਨ। ਚਾਹੇ ਆਪਣੀ ਦੁਸ਼ਮਣੀ ਹੈਗੀ ਆ, ਤੁਹਾਡਾ ਜਹਾਜ਼ ਵੀ ਆ ਤੇ ਮੇਰਾ ਵੀ ਹੈਗਾ, ਦੋਨੇ ਵਿੱਚ ਦੀ ਲੰਘਣਗੇ। ਨੈਕਸਟ ਕਾਲਰ, ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ, ਗ੍ਰੰਥਨ ਤੋਂ ਬੋਲਦਾ ਜੀ। ਹਾਂਜੀ ਸਰ, ਜੀ ਸਰ, ਲਹਿਰ ਸਵੇਜ ਹੈ ਜੀ। ਨੈਟਸ ਵੇਜਾ ਜੀ, ਥੈਂਕ ਯੂ ਕਾਈਂਡਲੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਮਨਪ੍ਰੀਤ ਜੀ ਕਰੇ ਨੇ ਸੋਇਸ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? Hello, ਹਾਈ ਨਵਨੀਤ, Suez Canal. Suez Suez Canal. Canal. Thank Shukriya you. ji, So thank nice you. of you. Yeah, we were expecting an answer from you. Thank you. ਜੀ ਇਹ ਹੋਰ ਕਿਸੇ ਨੇ ਲਾਉਣਾ ਜੀ, ਟਰਾਈ ਕਰਨੀ ਹੈ, ਦੇਖ ਲਓ। ਨਹੀਂ ਤਾਂ ਇਹ ਬਹੁਤ ਵੱਡਾ, ਇਹ 8900 ਜਿਹੜਾ ਮਾਈਲਸ 5500 ਮਾਈਲ ਦਾ ਫਰਕ ਪੈ ਗਿਆ ਜਦੋਂ ਇਹ ਸ਼ੁਰੂ ਕੀਤੀ ਗਈ। ਕੀ ਅੱਜ ਕੱਲ ਇੱਥੇ ਟ੍ਰੈਫਿਕ ਜਾਮ ਵੀ ਚੱਲ ਰਿਹਾ? ਤਾਂ ਹੀ ਮੈਂ ਲੈ ਕੇ ਆਇਆ ਇਸ ਵੇਲੇ ਜੀ ਟ੍ਰੈਫਿਕ ਜੈਮ ਹੈ ਇੱਥੇ। ਸ਼ਿਪ ਫਸਿਆ ਜੀ, ਉਹ 1/4 ਕਿਲੋਮੀਟਰ ਲੌਂਗ ਹੈ ਓਕੇ ਜਿਹੜਾ ਸ਼ਿਪ ਹੈ ਜੀ, ਔਰ ਜਿਹੜਾ ਫਸਿਆ ਹੋਇਆ ਜੀ ਉਹ ਟੇਢਾ ਹੋ ਗਿਆ ਤੇ ਉਹ ਫਸਿਆ ਹਿਸਾਬ ਚ ਸੱਚੀ ਸਾਰੀ ਬੰਦ ਕਰ ਦਿੱਤੀ ਗਈ ਹੈ। ਤੇ ਬਹਾਨਾ, ਓਕੇ, ਮੈਂ ਉਹਦਾ ਬਹਾਨਾ ਹੁਣ ਦੱਸਣਾ ਕੀ ਹੋ ਗਿਆ। ਤੁਸੀਂ ਦੇਖੋ ਸੁਏਜ਼ ਕਨਾਲ ਆ ਜੀ, ਸੰਜੀ ਨੇ ਜਵਾਬ ਦਿੱਤਾ ਜੀ, ਥੈਂਕ ਯੂ, ਬਿਲਕੁਲ ਸਹੀ ਗੱਲ ਹੈ। ਸੁਏਜ਼ ਕਨਾਲ, ਗੈਸ ਮਹਿੰਗੀ ਹੋ ਗਈ ਹੈ। ਕਿਉਂ ਗੈਸ ਮਹਿੰਗੀ ਹੋ ਗਈ ਹੈ? ਸੁਏਜ਼ ਕਨਾਲ ਬੰਦ ਹੈ ਜੀ। ਇਹ ਗੈਸ ਵਾਲਿਆਂ ਨੂੰ ਐਡੀ ਬਿਮਾਰੀ ਹੈ, ਜੇ ਭਾਈ ਤੁਸੀਂ ਗੈਸ ਚੋਂ ਤਾਂ ਸੌਰੀ, ਕਿ ਕੁਛ ਹੋ ਜਾਵੇ ਕਿਸੇ ਜਗ੍ਹਾ ਤੇ, ਕੁਛ ਹੋ ਜਾਵੇ। ਅੱਛਾ, ਟੈਕਸਸ ਦੇ ਵਿੱਚ ਤੂਫਾਨ ਆਉਂਦਾ, ਹਰ ਸਾਲ ਆਉਣੇ ਆ, ਹਰ ਸਮਰ ਚ ਆਉਣੇ ਆ, ਜਿੱਦਣ ਉੱਥੇ ਹਵਾ ਵਗੀ ਨਹੀਂ ਤੇ ਗੈਸ ਉੱਪਰ ਗਈ ਨਹੀਂ। ਬਿਲਕੁਲ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕੀ ਕਹਿਣਾ ਚਾਹੁੰਦੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਕਰਨ ਜੀ, ਸਤਿ ਸ਼੍ਰੀ ਅਕਾਲ ਮਕੀਨ ਜੀ। ਸਤਿ ਸ਼੍ਰੀ ਅਕਾਲ ਵਿੰਕੀ ਜੀ। ਇਹ ਸਰ, ਇਹ ਹੈਗਾ ਸਵਿਸ ਕਨਾਲ ਦੀ ਗੱਲ ਕਰ ਰਹੇ ਹਾਂ। ਇਹ ਇਜ਼ਰਾਈਲ ਤੋਂ ਹਾਂਜੀ, ਇਜਿਪਟ ਦੇ ਵਿੱਚ ਹੈ। ਇੱਥੇ ਅੱਜ ਕੱਲ ਇੱਕ ਕੋਈ ਸ਼ਿਪ ਵੀ ਫਸਿਆ ਹੋਇਆ ਹੈ। ਬਿਲਕੁਲ ਜੀ, ਉਹਦੀ ਗੱਲ ਕਰ ਅਸੀਂ ਉਹ ਸ਼ਿਪ ਦੀ ਗੱਲ ਕਰ ਰਹੇ ਸੀ। ਥੈਂਕ ਯੂ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਸਰ। ਕੁਝ ਦਰਸ਼ਕ ਸਾਨੂੰ ਅਨਿਲ ਨਖਵਾਲ ਜੀ, ਸਰਬ ਸਿੰਘ ਤੇ ਅਮਨਪ੍ਰੀਤ ਗਿੱਲ ਕਹਿ ਰਹੇ ਨੇ ਸੁਇਸ। ਥੈਂਕ ਯੂ ਜੀ। ਹਾਂਜੀ, ਇਹ ਅੱਛਾ, ਤੁਸੀਂ ਉੱਥੇ ਜਦ ਗੈਸ ਉੱਪਰ ਚਲੀ ਜਾਂਦੀ ਹੈ, ਮੰਨ ਲਓ ਟੈਕਸਸ ਦੇ ਵਿੱਚ, ਠੀਕ ਹੈ, ਉੱਥੇ ਰਿਫਾਈਨਰੀਜ਼ ਹੋਣਗੀਆਂ, ਕੱਲੀਆਂ ਉੱਥੇ ਹੀ ਹੈ, ਬਾਕੀ ਸਾਰੀ ਦੁਨੀਆ 'ਚ ਹੈਗੀਆਂ। ਜੇ ਉੱਥੇ ਹਨੇਰੀ ਆ ਗਈ ਤਾਂ ਬਾਕੀ ਵਾਲੇ ਗੈਸ ਨੂੰ ਕਿੱਥੇ ਹੋ ਗਿਆ? ਆਹ ਸੁਏਜ਼ ਕਨਾਲ ਜੇ ਬੰਦ ਹੋ ਗਈ ਤਾਂ ਤੁਹਾਡਾ ਕੀ ਮਤਲਬ, ਸਾਰੀ ਗੈਸ ਆਉਣੋਂ ਹਟ ਗਈ। ਪਰ ਇਹ ਇੰਨਾ ਵੱਡਾ ਬਹਾਨਾ ਹੈਗਾ। ਸਾਡਾ ਜਿਹੜੇ ਵੈਕਸੀਨ ਹੈ ਜੀ ਉਹ ਆ ਰਿਹਾ, ਡੋਂਟ ਵਰੀ ਅਬਾਊਟ ਦੈਟ। ਉਹ ਸੁਏਜ਼ ਕਨਾਲ ਦਾ ਉੱਤੇ ਕੋਈ ਅਸਰ ਨਹੀਂ ਹੈ, ਪਰ ਕਈ ਹੋਰ ਸਪਲਾਈਜ਼ ਹੈਗੀਆਂ ਨੇ ਜਿਹੜੀਆਂ ਸਾਡੇ ਮੌਂਟਰੀਅਲ ਪੋਰਟ ਤੇ ਆਉਂਦੀਆਂ ਨੇ, ਉਹ ਜ਼ਰੂਰ ਇਸ ਕਰਕੇ ਬੰਦ ਹੋਈਆਂ ਨੇ। ਉੱਥੇ ਬੈਕਲੌਗ ਹੈ ਜੀ, ਬਹੁਤ ਵੱਡਾ ਬੈਕਲੌਗ ਲੱਗਿਆ ਹੋਇਆ ਦੋਨਾਂ ਪਾਸਿਓਂ। ਤੁਸੀਂ ਮੈਜਰ ਕਰੋ, ਹਰ ਜੋ 100 ਸ਼ਿਪ ਲੰਘਦਾ, ਇਹਨੂੰ ਦਿਨ 4 ਜਾਂ 5 ਹੋ ਗਏ ਹੋਣੇ, ਦੋਨੇ ਪਾਸੇ ਇੰਨੇ ਹੈਗੇ ਨੇ। ਤੇ ਮਗਰੋਂ ਜਿਹੜੇ ਤੁਰੇ ਉਹ ਵੀ ਆ ਹੀ ਰਹੇ ਆ। ਤੇ ਜਦੋਂ ਇਹ ਹਜੇ ਤੇ ਖੁੱਲਣ ਦਾ ਕੋਈ ਚਾਂਸ ਹੈ ਨਹੀਂਗਾ, ਇਹਨੂੰ ਇਹ ਫਿਰ ਰੇਤੇ 'ਚ ਫਸਿਆ ਹੈ, ਸਾਰਾ ਰੇਤਾ ਪੱਟਣਾ ਪੈਣਾ। ਫਸਿਆ ਕਿਵੇਂ ਆ? ਫਸਿਆ ਇਸ ਤਰ੍ਹਾਂ ਹੈ ਕਿ ਉੱਥੇ ਤੂਫਾਨ ਆਇਆ। ਤੂਫਾਨ ਕਿਹੜਾ ਆਇਆ ਜੀ? ਤੂਫਾਨ ਆਇਆ ਸੈਂਡ ਸਟਾਰਮ। ਉਸ ਏਰੀਆ 'ਚ ਸੈਂਡ ਸਟਾਰਮ, ਜਿਹੜੇ ਡਿਊਨਸ ਨੇ ਤਾਂ ਹੀ ਇਸੇ ਕਰਕੇ ਬਣਦੇ ਨੇ। ਤੁਸੀਂ ਦੇਖੋ ਸੈਂਡ ਦੇ ਕਿੰਨੇ ਵੱਡੇ ਵੱਡੇ ਡਿਊਨਸ, ਲੱਗਦਾ ਵੀ ਆ ਉੱਚਾ ਨੀਵਾਂ ਬਣਿਆ ਹੋਇਆ, ਉਹ ਸਾਰਾ ਮੂਵ ਹੁੰਦਾ। ਓਕੇ, ਕਿਸ ਤਰ੍ਹਾਂ ਤੇ ਉੱਚਾ, ਕਿਸ ਤਰ੍ਹਾਂ ਨੀਵਾਂ, ਉਹ ਤਾਂ ਜਿੱਥੇ ਉੱਚਾ ਉੱਥੋਂ ਨੀਵਾਂ ਹੋ ਜਾਏਗਾ। ਹਨੇਰੀ ਵਗਦੀ ਆ, ਸੈਂਡ ਸਭ ਕਾਰਨ ਐਸਾ ਸੈਂਡ ਉੱਡਦਾ ਹੈ, ਤੁਹਾਨੂੰ ਆਵੇ ਤਾਂ 10 ਫੁੱਟ ਤੱਕ ਦਿਸਦਾ ਨਹੀਂ ਹੈ, ਇੰਨਾ ਰੇਤਾ। ਤੁਹਾਨੂੰ ਜਿਹੜਾ ਮਾਰੂਥਲ ਦਾ ਜਹਾਜ਼ ਆ, ਇਸ ਕਰਕੇ ਉਹਦੀਆਂ ਜਿਹੜੀਆਂ ਪਲਕਾਂ ਨੇ ਉਹ ਡਬਲ ਨੇ, ਸੈਂਡ ਤੋਂ ਬਚਣ ਵਾਸਤੇ ਹੈਗੀਆਂ ਨੇ, ਜਿਹੜਾ ਊਠ ਹੈਗਾ। ਹਾਂ, ਇਸ ਕਰਕੇ। ਤੇ ਉਹ ਇੰਨਾ ਵੱਡਾ ਇਹ ਸੈਂਡ ਸਟਾਰਮ ਆਇਆ ਸੀਗਾ, ਉਹਦੇ ਕਰਕੇ ਇਹ ਮੂਵ ਕਰ ਗਿਆ। ਇਸ ਹਿਸਾਬ ਦੇ ਵਿੱਚ ਫਸਿਆ ਕਿ ਸਭ ਕੁਛ ਬੰਦ ਹੈ। ਬਿਲਕੁਲ ਜੀ, ਸੁਏਜ਼ ਕਨਾਲ ਇਸ ਹਫ਼ਤੇ ਫਿਰ ਇੰਨਾ ਹੀ ਜੀ। ਕੱਲ ਨੂੰ ਮੰਡੇ, ਸੌਰੀ ਜੀ,
ਬਹੁਤ ਹੋ ਗਿਆ ਜੀ। ਬਿਲਕੁਲ ਜੀ, ਅੱਜ ਦਾ ਬਹੁਤ ਹੈ ਤੇ ਕੱਲ ਨੂੰ ਪਰ ਜੇ ਯੂਐਸ ਇਮੀਗ੍ਰੇਸ਼ਨ ਦੇ ਬਾਰੇ ਵਿੱਚ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਯੂਐਸ ਇਮੀਗ੍ਰੇਸ਼ਨ ਬਾਰੇ ਕੱਲ ਨੂੰ 3 ਵਜੇ ਟੋਰਾਂਟੋ ਸਮੇਂ ਦੇ ਮੁਤਾਬਿਕ ਅਸੀਂ ਲਾਈਵ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਇਸ ਪ੍ਰੋਗਰਾਮ ਵਿੱਚ ਦਿਓ ਇਜਾਜ਼ਤ, ਪਰ ਹਮਦਰਦ ਟੀਵੀ ਦੇਖਦੇ ਰਹੋ। ਨੈਕਸਟ ਲਾਈਵ ਪ੍ਰੋਗਰਾਮ ਵੀ ਸਾਡਾ ਹਾਜ਼ਰ ਹੈ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।